ਕੀ ਨਸਲਕੁਸ਼ੀ ਦੁਬਾਰਾ ਵੀ ਹੋ ਸਕਦੀ? ਉਹ ਕਹਿੰਦੇ ਜਿੱਥੇ ਵੀ ਡਿਨਾਇਲ ਆਉਂਦਾ ਆ ਉੱਥੇ ਇਹ ਸੰਭਾਵਨਾ ਤੇ ਖਦਸ਼ਾ ਸਦਾ ਹੀ ਪਿਆ ਹੁੰਦਾ ਹੈ ਕਿ ਦੁਬਾਰਾ ਫੇਰ ਇਹ ਵਰਤਾਰਾ ਜਿਹੜਾ ਆ ਉਹ ਵਾਪਰ ਸਕਦਾ ਹੈ। ਵੋਟਰ ਲਿਸਟਾਂ ਲਈਆਂ ਗਈਆਂ, ਅਸੀਂ ਜਾਣਦੇ ਹਾਂ, ਮਾਰਕਿੰਗਸ ਕੀਤੀਆਂ ਗਈਆਂ ਵੋਟਰ ਲਿਸਟਾਂ ਦੇ ਉੱਤੇ। ਵੋਟਰ ਲਿਸਟ ਚਾਹੀਏ ਮੁਝੇ, ਇੱਕ ਇੱਕ ਦਾ ਨਾਮ ਮਾਰਕ ਹੋਣਾ ਚਾਹੀਏ। ਬਹੁਤੀਆਂ ਥਾਵਾਂ ਦੇ ਉੱਪਰ ਉਹਨਾਂ ਨੇ 20 ਤੋਂ 50 ਸਾਲ ਦੇ ਸਿੱਖ ਮਰਦਾਂ ਨੂੰ ਕਤਲ ਕੀਤਾ ਜੀ, ਪਰ ਕਤਲ ਕਰਨ ਤੋਂ ਪਹਿਲਾਂ ਉਹਨਾਂ ਦੇ ਕੇਸ ਕਤਲ ਕੀਤੇ ਗਏ। ਤੁਸੀਂ ਕਿਸੇ ਬੰਦੇ ਨੂੰ ਮਾਰਨਾ ਆ, ਤੁਸੀਂ ਉਹਨੂੰ ਮਾਰ ਦਿਓਗੇ। ਇੱਕ ਕਾਮਨ ਪ੍ਰੈਕਟਿਸ ਹੋਈ, ਬਿਲਕੁਲ ਕਾਮਨ ਹੋਈ, ਹਰ ਇੱਕ ਥਾਂ ਦੇ ਉੱਪਰ ਹੋਈ, ਕਾਮਨ ਪੈਟਰਨ ਰਿਹਾ। ਕੇਸ ਕਤਲ ਕਰਨੇ ਦਾ ਬਹੁਤ ਹੀ ਆਮ ਵਰਤਾਰਾ ਸੀਗਾ, ਹਰ ਇੱਕ ਥਾਂ ਦੇ ਉੱਪਰ ਇਸ ਤਰੀਕੇ ਦੇ ਨਾਲ ਵਾਪਰਿਆ। ਨਸਲਕੁਸ਼ੀ ਦਾ ਜਿਹੜਾ ਜੁਰਮ ਹੈ ਇਹ ਸੰਗਠਿਤ ਤੌਰ ਦੇ ਉੱਪਰ ਹੀ ਹਮੇਸ਼ਾ ਕੀਤਾ ਜਾਂਦਾ ਆ। ਸਿੱਖਾਂ ਦੇ ਮਾਮਲੇ ਦੇ ਵਿੱਚ ਆਪਾਂ ਦੇਖੀਏ ਕਿ ਬੰਦਿਆਂ ਨੂੰ ਜਿਉਂਦੇ ਇੱਕ ਇਨਸਾਨ ਨੂੰ ਅੱਗ ਲਾ ਕੇ ਉਹਦੇ ਦੁਆਲੇ ਨੱਚਿਆ ਗਿਆ। ਕੀ ਕੋਈ ਇਨਸਾਨ ਇਦਾਂ ਕਰ ਸਕਦਾ? ਸਿੱਖ ਜੈਨੋਸਾਈਡ ਨਵੰਬਰ 1984 ਦੀ ਵੀ ਜੇ ਆਪਾਂ ਗੱਲ ਕਰੀਏ, ਅਸੀਂ ਕਦੀ ਉਹਦਾ ਇਕਨੋਮਿਕ ਪੱਖ ਨਹੀਂ ਵਿਚਾਰਿਆ, ਅਸੀਂ ਕਦੀ ਉਹਦਾ ਇਹ ਪੱਖ ਨਹੀਂ ਵਿਚਾਰਿਆ ਕਿ ਕਿੰਨੇ ਗੁਰਦੁਆਰਾ ਸਾਹਿਬਾਨ ਸੀਗੇ ਜਿਨ੍ਹਾਂ ਨੂੰ ਮੰਦਿਰਾਂ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਕਰ ਲਿਆ ਗਿਆ। ਬੇਸਿਕਲੀ ਇਹ ਆ ਕਿ ਤੁਹਾਡੀ ਹੋਂਦ ਖਤਮ ਕਰਨੀ ਹੈ, ਉਹਦੇ ਵਿੱਚ ਇਹ ਨਹੀਂ ਹੈ ਕਿ ਫਿਜ਼ੀਕਲ ਹੋਂਦ ਖਤਮ ਕਰਨੀ। ਅੱਜ ਸਟੇਟ ਸਾਨੂੰ ਐਲੀਮੀਨੇਟ ਕਰਨਾ ਚਾਹੁੰਦੀ ਹੈ ਜਾਂ ਅਸਿਮੀਲੇਟ ਕਰਨਾ ਚਾਹ ਰਹੀ ਹੈ? ਬੁਨਿਆਦੀ ਮਨਸ਼ਾ ਆ ਕਿ ਤੁਹਾਨੂੰ ਖਤਮ ਕਰਨਾ, ਠੀਕ ਹੈ ਜੀ। ਉੱਪਰੀ ਨਜ਼ਰੇ ਜ਼ਿਆਦਾਤਰ ਲੋਕਾਂ ਨੂੰ ਇਹ ਲੱਗਦਾ ਕਿ ਇਹ ਇੱਕ ਦੂਜੇ ਦੇ ਉਲਟ ਨੇ, ਕਿ ਜੇ ਉਹ ਅਸਿਮੀਲੇਟ ਕਰ ਰਹੇ ਆ ਤੇ ਐਲੀਮੀਨੇਸ਼ਨ ਦਾ ਪ੍ਰੋਸੈਸ ਨਹੀਂ ਚੱਲੂਗਾ, ਜੇ ਉਹਨਾਂ ਨੇ ਐਲੀਮੀਨੇਸ਼ਨ ਦਾ ਲਿਆ ਹੋਇਆ ਤੇ ਉਹ ਅਸਿਮੀਲੇਸ਼ਨ ਦੇ ਲਈ ਕੋਸ਼ਿਸ਼ ਨਹੀਂ ਕਰਦੇ। ਵਿਸ਼ਵ ਪੱਧਰ ਤੇ 2 ਐਸੀਆਂ ਕੌਮਾਂ ਜਿਨ੍ਹਾਂ ਦੀ ਗਿਣਤੀ ਜਿਹੜੀ ਹੈ ਉਹ ਵੀ ਤਕਰੀਬਨ ਸਿਮਿਲਰ ਹੈ, ਜਿਨ੍ਹਾਂ ਨਾਲ ਵਰਤਾਰੇ ਵੀ ਤਕਰੀਬਨ ਸੇਮ ਹੋਏ, ਪਰ ਇੱਕ ਆਪਦਾ ਰਾਜ ਕਾਇਮ ਕਰਨ 'ਚ ਕਾਮਯਾਬ ਹੁੰਦੀ ਹੈ। ਨਸਲਕੁਸ਼ੀ ਦੋਵਾਂ ਨਾਲ ਹੁੰਦੀ ਹੈ, ਸਿੱਖ ਤੇ ਜਿਊਜ਼, ਯਹੂਦੀ। ਪੈਰਲਲ ਕੰਪੈਰੀਜ਼ਨ ਜਾਂ ਕੰਪੈਰੇਟਿਵ ਐਨਾਲਿਸਿਸ ਕਰਨ ਦੀ ਬਜਾਏ ਮੈਂ ਇਹ ਮਹਿਸੂਸ ਕਰਦਾ ਕਿ ਇਹਦੇ 'ਤੇ ਪਹਿਲਾਂ ਤਾਂ ਵਿਚਾਰ ਕਰਨ ਦੀ ਲੋੜ ਹੈ ਕਿ ਸਿੱਖ ਅੱਜ ਨਸਲਕੁਸ਼ੀ ਤੋਂ 40 ਸਾਲ, ਆਲਮੋਸਟ ਪੂਰੇ 40 ਸਾਲ ਸਾਨੂੰ ਹੋ ਗਏ, ਕਿੱਥੇ ਖੜ੍ਹੇ ਹਾਂ, ਕੀ ਹਾਸਲ ਕੀਤਾ ਹੈ, ਕੀ ਗਵਾਇਆ ਹੈ। ਔਰ ਇੱਕ ਜਿਵੇਂ ਮੈਂ ਪਹਿਲਾਂ ਕਿਹਾ ਕਿ ਕੰਪੈਰੇਟਿਵ ਐਨਾਲਿਸਿਸ ਕੀਤਾ ਜਾ ਸਕਦਾ ਹੈ ਕਿ ਸਿਮਿਲਰ ਕੌਮ ਜਿਹੜੀ ਨਸਲਕੁਸ਼ੀ ਦਾ ਸ਼ਿਕਾਰ ਹੁੰਦੀ ਹੈ, ਓਨੀ ਕੀ ਆਬਾਦੀ ਦੁਨੀਆ 'ਚ, ਪਰ ਉਹ ਆਪਦਾ ਰਾਜ ਵੀ ਕਾਇਮ ਕਰਦੇ ਹੈ ਅਤੇ ਨਾਲ ਹੀ ਨਾਲ ਉਹ ਪੂਰੇ ਦੁਨੀਆ ਦੇ ਵਿੱਚ ਇੱਕ ਪ੍ਰਭੂ ਸੱਤਾ ਦੀ ਮਿਸਾਲ ਪੇਸ਼ ਕਰ ਰਹੇ ਹੈ। ਨਸਲਕੁਸ਼ੀ ਤੋਂ ਲੈ ਕੇ ਮੌਜੂਦਾ ਸਿੱਖਾਂ ਦੇ ਉੱਤੇ ਕ੍ਰਾਈਸਿਸ ਜਿਹੜਾ ਬਣਿਆ ਉਹਦੇ ਬਾਰੇ ਗੱਲਬਾਤ ਕਰਾਂਗੇ। ਭਾਈ ਪਰਮਜੀਤ ਸਿੰਘ ਗਾਜ਼ੀ ਸਾਡੇ ਨਾਲ ਨੇ, ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ। ਭਾਈ ਸਾਹਿਬ, ਨਸਲਕੁਸ਼ੀ 40 ਸਾਲ ਹੋ ਗਏ, ਕੌਮ ਉੱਥੋਂ ਉੱਭਰ ਸਕੀ ਹੈ ਜਾਂ ਅੱਜ ਇਹ ਸੋਚ ਰਹੇ ਹਾਂ ਕਿ ਕੀ ਹਾਸਲ ਕੀਤਾ ਅਤੇ ਕੀ ਗਵਾਇਆ? ਦੇਖੋ, ਜਿਹੜੇ ਇਹ ਕੋਈ ਵੀ ਮਹਾਂ ਘਟਨਾਕ੍ਰਮ ਵਾਪਰਦੇ ਆ, ਇਹ ਆਪਣੇ ਸਮੇਂ ਤੋਂ ਬਹੁਤ ਅੱਗੇ ਅਤੇ ਬਹੁਤ ਪਿੱਛੇ ਤੱਕ ਜਾਂਦੇ ਆ। ਸੋ ਇਹਦੀਆਂ ਤੰਦਾਂ ਜਿਹੜੀਆਂ ਉਹ ਇਤਿਹਾਸ ਨਾਲ ਵੀ ਜੁੜੀਆਂ ਹੁੰਦੀਆਂ ਅਤੇ ਭਵਿੱਖ ਦੇ ਨਾਲ ਵੀ ਜੁੜੀਆਂ ਹੁੰਦੀਆਂ ਨੇ। ਇਹ ਕਦੀ ਵੀ ਉਸ ਪੀੜ੍ਹੀ ਤੱਕ ਸੀਮਤ ਨਹੀਂ ਰਹਿੰਦੇ ਜਿਸ ਪੀੜ੍ਹੀ ਨੇ ਉਹ ਸਾਰਾ ਕੁਛ ਪਿੰਡੇ ਦੇ ਉੱਤੇ ਹੰਢਾਇਆ ਹੁੰਦਾ ਆ। ਉਸ ਤੋਂ ਅੱਗੇ ਤੱਕ ਜਾਂਦਾ। ਭਵਿੱਖ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਹੁੰਦੀਆਂ ਉਹ ਆਪਣੇ ਆਪ ਨੂੰ ਇਹਦੇ ਨਾਲ ਜੋੜ ਲੈਂਦੀਆਂ ਨੇ। ਆਪਣੇ ਬਾਰੇ ਇਹ ਗੱਲ ਕਹੀ ਜਾ ਸਕਦੀ ਕਿ ਆਪਾਂ ਨਸਲਕੁਸ਼ੀ ਤੋਂ ਬਾਅਦ ਸਿੱਖਾਂ ਦੀ ਪਹਿਲੀ ਪੀੜ੍ਹੀ ਸੀਗੇ, ਠੀਕ ਹੈ। ਪਰ ਸਾਡੇ ਤੋਂ ਅਗਲੇ ਜਿਹੜੇ ਹੈ, ਅੱਜ ਜਿਨ੍ਹਾਂ ਦੀ ਉਮਰ ਤੁਸੀਂ ਲਾ ਲਓ 18 ਸਾਲ ਹੈ, 20 ਸਾਲ ਹੈ, 25 ਸਾਲ ਹੈ, ਉਹ ਵੀ ਇਹਦੇ ਬਾਰੇ ਦੇ ਵਿੱਚ ਜਾਣ ਰਹੇ, ਜੁੜ ਰਹੇ ਇਹਦੇ ਨਾਲ, ਪੰਜਾਬ ਦੇ ਵਿੱਚੋਂ ਵੀ, ਬਾਹਰੋਂ ਵੀ। ਹਾਲਾਂਕਿ ਸਟੇਟ ਦਾ ਕਿੱਡਾ ਵੱਡਾ ਬਿਰਤਾਂਤ ਸੀਗਾ ਕਿ ਜਿਸ ਤਰ੍ਹਾਂ ਗ੍ਰੈਗਰੀ ਐਚ ਸਟੈਂਟਨ, ਜਿਨ੍ਹਾਂ ਨੇ ਜੈਨੋਸਾਈਡ ਵਾਚ ਨਾਮੀ ਸੰਸਥਾ ਕਾਇਮ ਕੀਤੀ, ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੇ ਵਿੱਚ ਵੀ ਰਹੇ ਅਤੇ ਇੱਕ ਸਕਾਲਰ ਮੰਨੇ ਜਾਂਦੇ ਹੋ ਜੈਨੋਸਾਈਡ ਸਟੱਡੀਜ਼ 'ਤੇ। ਉਹਨਾਂ ਨੇ ਸਟੇਜਿਸ ਆਫ ਜੈਨੋਸਾਈਡ ਦਾ ਇੱਕ ਥਿਊਰੀ ਪੇਸ਼ ਕੀਤੀ ਸੀਗੀ ਜੀ, ਵੱਖ-ਵੱਖ ਨਸਲਕੁਸ਼ੀਆਂ ਦੀ ਪੜਚੋਲ ਕਰਕੇ। ਉਹਨਾਂ ਨੇ ਕਿਹਾ ਕਿ ਐਵਰੀ ਜੈਨੋਸਾਈਡ ਇਜ਼ ਫੋਲੋਡ ਬਾਏ ਐਨ 8th ਜਾਂ ਲਾਸਟ ਸਟੇਜ, ਜਿਹੜੀ ਕਦੀ ਵੀ ਖਤਮ ਨਹੀਂ ਹੁੰਦੀ, ਅਤੇ ਉਹ ਹੁੰਦੀ ਡਿਨਾਇਲ ਦੀ, ਕਿ ਹਰ ਇੱਕ ਨਸਲਕੁਸ਼ੀ ਕਰਨ ਵਾਲੀ ਧਿਰ ਮੁਨਕਰ ਹੁੰਦੀ ਹੈ ਕਿ ਅਸੀਂ ਨਹੀਂ ਕੀਤੀ। ਅਤੇ ਉਹਦੇ ਉਹਨਾਂ ਨੇ ਬਹੁਤ ਸਾਰੇ ਤਰੀਕੇ ਦਰਸਾਏ।
ਉਹ ਜਦੋਂ ਆਪਾਂ ਉਹਨਾਂ ਨੂੰ ਸਿੱਖਾਂ ਨਾਲ ਜੋ ਵਾਪਰੇ ਇਹਦੇ ਨਾਲ ਮੇਲ ਕੇ ਦੇਖਦੇ ਹਾਂ, ਇਹ ਪਤਾ ਲੱਗਦਾ ਵੀ ਹਰ ਤਰੀਕੇ ਦੇ ਨਾਲ ਇੰਡੀਆ ਨੇ ਇਸ ਜੈਨੋਸਾਈਡ ਨੂੰ ਡਿਨਾਈ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਦੰਗਿਆਂ ਦਾ ਨਾਮ ਦਿੱਤਾ। ਹੌਲੀ ਪਹਿਲਾਂ ਤਾਂ ਦੇਖੋ ਕਾਨਪੁਰ, ਬੋਕਾਰੋ ਤੇ ਦਿੱਲੀ ਦੀ ਗੱਲ ਹੁੰਦੀ ਸੀ, ਫਿਰ ਇਕੱਲੀ ਦਿੱਲੀ ਦੀ ਗੱਲ ਹੋਣ ਲੱਗ ਗਈ, ਫਿਰ ਉਹਨੂੰ ਦਿੱਲੀ ਦੰਗਿਆਂ ਦਾ ਨਾਮ ਦੇ ਦਿੱਤਾ। ਕੁਛ ਮੀਡੀਆ ਨੇ ਤੇ ਹੁਣ ਉਹਨੂੰ ਸਿੱਖ ਦੰਗਿਆਂ ਦਾ ਹੀ ਨਾਂ ਦੇਣਾ ਸ਼ੁਰੂ ਕਰਤਾ। ਮਤਲਬ ਆਮ ਬੰਦਾ ਜਿਹੜਾ ਨਹੀਂ ਜਾਣਦਾ ਇਤਿਹਾਸ ਨੂੰ, ਉਹਨੂੰ ਇਹ ਲੱਗ ਸਕਦਾ ਕਿ ਸ਼ਾਇਦ ਸਿੱਖਾਂ ਨੇ ਹੀ ਹਿੰਸਾ ਕੀਤੀ ਸੀਗੀ। ਸੋ ਇਸ ਤਰ੍ਹਾਂ ਦਾ ਜਿਹੜਾ ਬਿਰਤਾਂਤ ਆ, ਉਹਦੇ ਬਾਵਜੂਦ ਅੱਜ ਦੁਨੀਆ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਇਸ ਤੱਥ ਨੂੰ ਤਸਲੀਮ ਕਰ ਰਹੀਆਂ। US ਦੀਆਂ ਕਿੰਨੀਆਂ ਸਟੇਟਸ ਨੇ ਜਿਨ੍ਹਾਂ ਨੇ ਇਹ ਰੈਜ਼ੋਲੂਸ਼ਨ ਪਾਸ ਕੀਤੇ ਕਿ ਜੋ ਸਿੱਖਾਂ ਨਾਲ ਨਵੰਬਰ 1984 'ਚ ਵਾਪਰਿਆ, that was genocide according to definition of genocide given in Genocide Convention of 1984 1948 ਦੀ 1948। ਸੋ ਉਹਦੇ ਮੁਤਾਬਕ ਇਹ ਇੱਕ ਨਸਲਕੁਸ਼ੀ ਬਣਦੀ ਹੈ। ਕੈਨੇਡਾ ਦੇ ਵਿੱਚ ਓਨਟਾਰੀਓ ਦੀ ਪਾਰਲੀਮੈਂਟ ਨੇ ਮਤਾ ਜਿਹੜਾ ਹੈ ਉਹ ਪਾਸ ਕੀਤਾ। ਈਵਨ ਜਦੋਂ ਸਰਦਾਰ ਜਰਨੈਲ ਸਿੰਘ ਸੀਗੇ ਪੱਤਰਕਾਰ, ਜਿਹੜੇ ਬਾਅਦ ਦੇ ਵਿੱਚ ਦਿੱਲੀ ਵਿਧਾਨ ਸਭਾ ਦੇ ਮੈਂਬਰ ਵੀ ਬਣੇ, ਉਹਨਾਂ ਦੇ ਹੁੰਦਿਆਂ 2015 ਦੇ ਵਿੱਚ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਵੀ ਇੱਕ ਮੋਸ਼ਨ ਪਾਸ ਹੋਇਆ, ਜਿਹਦੇ ਬਾਰੇ ਦੇ ਵਿੱਚ ਕਦੀ ਗੱਲ ਨਹੀਂ ਕੀਤੀ ਜਾਂਦੀ। ਉਹਦੇ ਵਿੱਚ ਵੀ ਬਕਾਇਦਾ ਇਸ ਘਟਨਾਕ੍ਰਮ ਨੂੰ ਜੈਨੋਸਾਈਡ ਜਿਹੜਾ ਉਹ ਤਸਲੀਮ ਕੀਤਾ ਗਿਆ। ਦਿੱਲੀ ਹਾਈ ਕੋਰਟ ਦਾ ਫੈਸਲਾ ਜਿਹੜਾ ਸੱਜਣ ਕੁਮਾਰ ਵਾਲੇ ਮਾਮਲੇ ਦੇ ਵਿੱਚ ਆਇਆ, ਉਹਨਾਂ ਨੇ ਵੀ ਇਸ ਗੱਲ ਨੂੰ ਕਿਹਾ ਕਿ ਜੈਨੋਸਾਈਡ ਤੇ ਕ੍ਰਾਈਮ ਅਗੇਂਸਟ ਹਿਊਮੈਨਿਟੀ ਵੀ ਇਹ, ਅਸੀਂ ਤਾਂ ਇਹ ਗੱਲ ਬੜੇ ਚਿਰ ਤੋਂ ਕਹਿ ਰਹੇ ਸੀਗੇ ਕਿ ਇਹ ਦੋਵੇਂ ਜਿਹੜੇ ਮਹਾਂ ਜੁਰਮ ਨੇ, ਇੰਡੀਆ ਦੇ ਕਾਨੂੰਨ ਦੇ ਵਿੱਚ ਨਾ ਕੋਈ ਕਾਨੂੰਨ ਹੈ ਤੇ ਨਾ ਹੀ ਕੋਈ ਧਾਰਾ ਆ ਜਿਹੜੀ ਇਹਨਾਂ ਨੂੰ ਜੁਰਮ ਮੰਨਦੀ ਹੋਵੇ। ਤੇ ਇਹ ਗੱਲ ਜਿਹੜੀ ਹੈ ਇਹ ਦਿੱਲੀ ਹਾਈ ਕੋਰਟ ਨੇ ਉਸ ਫੈਸਲੇ ਦੇ ਵਿੱਚ ਵੀ ਬਕਾਇਦਾ ਲਿਖੀ ਕਿ ਇੱਕ ਬਹੁਤ ਵੱਡਾ ਖੱਪਾ ਆ ਇੰਡੀਅਨ ਕਾਨੂੰਨ ਦੇ ਵਿੱਚ ਕਿ ਇੱਥੇ ਨਸਲਕੁਸ਼ੀ ਵਰਗਾ ਜਿਹੜਾ ਜੁਰਮਾਂ ਦਾ ਮਹਾਂ ਜੁਰਮ ਹੈ ਉਹ ਕੋਈ ਜੁਰਮ ਹੀ ਨਹੀਂ ਹੈਗਾ, ਤੇ ਕ੍ਰਾਈਮ ਅਗੇਂਸਟ ਹਿਊਮੈਨਿਟੀ ਜਿਹੜੀ ਮਨੁੱਖਤਾ ਦੇ ਖਿਲਾਫ ਜੁਰਮ ਹੈ ਉਹ ਵੀ ਕੋਈ ਜੁਰਮ ਨਹੀਂ ਹੈਗਾ। ਸੋ ਇਸ ਸਾਰੇ ਮਾਹੌਲ ਦੇ ਵਿੱਚ ਸਿੱਖਾਂ ਨੇ ਅੱਜ ਦੁਨੀਆ ਦੇ ਵਿੱਚ ਜੂਨ 1984 ਨੂੰ ਤੀਜੇ ਘੱਲੂਘਾਰੇ ਦੇ ਤੌਰ ਦੇ ਉੱਪਰ ਸਥਾਪਿਤ ਕੀਤਾ ਜੀ, ਤੇ ਨਵੰਬਰ 1984 ਨੂੰ ਨਸਲਕੁਸ਼ੀ ਦੇ ਤੌਰ ਦੇ ਉੱਤੇ ਸਥਾਪਿਤ ਕੀਤਾ। ਤੇ 40 ਸਾਲ ਦੇ ਸਮੇਂ ਦੇ ਦੌਰਾਨ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚੋਂ ਲੰਘ ਕੇ ਇਹ ਗੱਲ ਸਥਾਪਿਤ ਕਰ ਲੈਣੀ ਅੱਜ ਦੇ ਸੰਸਾਰ ਦੇ ਵਿੱਚ, ਜਿੱਥੇ ਸਟੇਟ ਦੇ ਸਾਧਨਾਂ ਦਾ ਤੁਸੀਂ ਮੁਕਾਬਲਾ ਵੀ ਨਹੀਂ ਕਰ ਸਕਦੇ, ਇਹ ਬੜੀ ਵੱਡੀ ਗੱਲ ਹੈ। ਕੀ ਨਸਲਕੁਸ਼ੀ ਦੁਬਾਰਾ ਵੀ ਹੋ ਸਕਦੀ ਹੈ? ਦੇਖੋ, ਜਿਹੜੀ ਡਿਨਾਇਲ ਦੀ ਸਟੇਜ ਆ, ਉਹ ਸਾਰੇ ਜਿੰਨੇ ਜੈਨੋਸਾਈਡ ਦੇ ਸਕਾਲਰ ਨੇ ਉਹ ਇਹ ਕਹਿੰਦੇ ਆ ਕਿ ਜਦੋਂ ਕੋਈ ਸਟੇਟ ਮੁਨਕਰ ਹੁੰਦੀ ਹੈ, ਤੱਥ ਨੂੰ ਤਸਲੀਮ ਨਹੀਂ ਕਰਦੀ, ਹਕੀਕਤ ਨੂੰ ਤਸਲੀਮ ਨਹੀਂ ਕਰਦੀ, ਇਹਦਾ ਮਤਲਬ ਇਹ ਹੈ ਕਿ ਜਿਹੜੀ ਜੈਨੋਸਾਈਡ ਇੰਟੈਂਟ ਆ ਜਾਂ ਇੰਪਲਸ ਆਫ ਜੈਨੋਸਾਈਡ ਆ ਉਹ ਅਜੇ ਵੀ ਬਰਕਰਾਰ ਹੈ। ਉਹ ਕਹਿੰਦੇ ਜਿੱਥੇ ਵੀ ਡਿਨਾਇਲ ਆਉਂਦਾ ਆ ਉੱਥੇ ਇਹ ਸੰਭਾਵਨਾ ਤੇ ਖਦਸ਼ਾ ਸਦਾ ਹੀ ਪਿਆ ਹੁੰਦਾ ਕਿ ਦੁਬਾਰਾ ਫੇਰ ਇਹ ਵਰਤਾਰਾ ਜਿਹੜਾ ਆ ਉਹ ਵਾਪਰ ਸਕਦਾ। ਤੇ ਜੈਨੋਸਾਈਡ ਵਾਚ ਦੇ ਵੱਲੋਂ ਬੀਤੇ ਸਮੇਂ ਦੇ ਦੌਰਾਨ ਇੰਡੀਆ ਦੇ ਵਿੱਚ ਜੈਨੋਸਾਈਡ ਦਾ ਵਰਤਾਰਾ ਦੁਬਾਰਾ ਵਾਪਰਨ ਦਾ ਜਾਂ ਉਹਦਾ ਐਡਵਾਂਸ ਸਟੇਜਿਸ ਵੱਲ ਨੂੰ ਵਧਣ ਦਾ ਜਿਹੜੀ ਵਾਰਨਿੰਗ ਆ ਉਹ ਇਸ ਸੰਸਥਾ ਦੇ ਵੱਲੋਂ ਦਿੱਤੀ ਗਈ ਹੈ। ਬੇਸ਼ੱਕ ਉਹਨਾਂ ਨੇ ਵਧੇਰੇ ਜਿਹੜੇ ਉਹਨਾਂ ਨੇ ਤੱਥ ਪੇਸ਼ ਕੀਤੇ ਉਹ ਮੁਸਲਮਾਨਾਂ ਦੇ ਨਾਲ ਸੰਬੰਧਿਤ ਸੀਗੇ, ਪਰ ਜੇ ਆਪਾਂ ਪਿਛਲੇ ਕੁਝ ਸਮੇਂ ਦੀਆਂ ਘਟਨਾਵਾਂ ਸਿੱਖਾਂ ਦੇ ਨਾਲ ਜਿਹੜੀਆਂ ਵਾਪਰੀਆਂ ਨੇ ਉਹ ਦੇਖੀਏ ਤੇ ਇਹ ਦੇਖਦੇ ਹਾਂ ਕਿ ਇੱਥੇ ਇਹ ਹਿੱਸਾ ਜਿਹੜਾ ਆ ਉਹ ਵੀ ਖਦਸ਼ੇ ਦੇ ਹੇਠ ਹੈਗਾ ਆ। ਗ੍ਰੈਜੂਅਲੀ ਵੱਧ ਰਹੇ ਆ ਉਧਰ ਨੂੰ? ਬਿਲਕੁਲ। ਦੇਖੋ, ਜੇ ਬਿਲਕੁਲ ਆਪਾਂ ਸਟੈਪ ਬਾਏ ਸਟੈਪ ਗੱਲ ਕਰਨੀ ਹੋਵੇ ਤਾਂ ਪਹਿਲੀ ਸਟੇਜ ਉਹ ਮੰਨਦੇ ਆ ਕਿ ਕਲਾਸੀਫਿਕੇਸ਼ਨ ਦੀ ਸਟੇਜ ਹੁੰਦੀ ਹੈ, ਜਿੱਥੇ ਅਸੀਂ ਬਨਾਮ ਉਹ ਦਾ ਵਰਤਾਰਾ ਬਣਾਇਆ ਜਾਂਦਾ। ਪਛਾਣ ਜਿਹੜੀ ਹੈ ਵੱਖਰੀ ਵੱਖਰੀ ਪਛਾਣ, ਇਹ ਬੜੀ ਕੁਦਰਤੀ ਹੈ ਭਾਈਚਾਰਿਆਂ ਦੇ ਵਿੱਚ। ਜਿੱਦਾਂ ਆਪਾਂ ਧਰਮ ਦੇ ਆਧਾਰ 'ਤੇ ਗੱਲ ਕਰਦੇ ਹਾਂ ਕਿ ਮੁਸਲਮਾਨ ਨੇ, ਹਿੰਦੂ ਨੇ, ਈਸਾਈ ਨੇ, ਸਿੱਖ ਨੇ, ਜੈਨੀ, ਬੋਧੀ ਨੇ, ਇਸੇ ਤਰ੍ਹਾਂ ਹੀ ਨਸਲਾਂ ਦੇ ਆਧਾਰ ਦੇ ਉੱਤੇ ਵੀ ਗੱਲ ਹੁੰਦੀ ਹੈ ਕਿ ਇਹ ਕਬਾਇਲੀ ਲੋਕ ਨੇ, ਇਹ ਫਲਾਨੀ ਨਸਲ ਦੇ ਨੇ, ਮੰਗੋਲ ਨੇ ਜਾਂ ਆਰੀਅਨ ਨੇ, ਇਸ ਤਰੀਕੇ ਦੇ ਨਾਲ ਦ੍ਰਾਵਿਡੀਅਨਸ ਚੱਲਦਾ ਆ। ਜਦੋਂ ਇਹਨਾਂ ਪਛਾਣਾਂ ਨੂੰ ਜਿਹੜੀਆਂ ਕਿ ਅਸੀਂ ਬਿਲਕੁਲ ਇੱਕ ਕੁਦਰਤੀ ਵਰਤਾਰਾ ਨੇ, ਉਹਨਾਂ ਨੂੰ ਬਨਾਮ ਦੇ ਵਿੱਚ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ, ਅਸੀਂ ਬਨਾਮ ਉਹ, ਉਦੋਂ ਇਹ ਪਹਿਲਾ ਸਟੈਪ ਹੁੰਦਾ ਆ ਕਿਸੇ ਵੀ ਨਸਲਕੁਸ਼ੀ ਵੱਲ ਨੂੰ ਵਧਣ ਦਾ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਪਛਾਣ ਆ ਉਹਦੇ ਨਾਲ ਉਸ ਭਾਈਚਾਰੇ ਦੇ ਚਿੰਨ੍ਹਾਂ ਨੂੰ ਜੋੜਿਆ ਜਾਂਦਾ, ਜਿਹਨੂੰ ਸਿੰਬੋਲਿਜ਼ਮ ਦਾ ਪੜਾਅ ਕਹਿੰਦੇ ਆ ਜੀ। ਸਿੱਖਾਂ ਦੇ ਮਾਮਲੇ ਦੇ ਵਿੱਚ ਤੇ ਗੁਰੂ ਸਾਹਿਬ ਨੇ ਸਿੱਖ ਨੂੰ ਜਿਹੜਾ ਸਰੂਪ ਦਿੱਤਾ ਆ, ਸਿਰ ਤੇ ਦਸਤਾਰ ਹੈ, ਹੱਥ ਤੇ ਕੜਾ ਆ,
ਤੇ ਸਾਬਤ ਸੂਰਤ ਹੈ, ਸਿੱਖੀ ਦੇ ਹੋਰ ਚਿੰਨ੍ਹ ਨੇ, ਉਹਨਾਂ ਕਰਕੇ ਉਹ ਜਿਹੜਾ ਸਿੰਬੋਲਿਜ਼ਮ ਦਾ ਪੜਾਅ ਆ ਉਹ ਬੜਾ ਕੁਦਰਤੀ ਆ। ਸਾਡੀ ਤਾਂ ਪਛਾਣ ਦੇ ਨਾਲ ਇੰਟੈਗਰੇਟਡ ਹੈ। ਜਿੱਥੇ ਨਹੀਂ ਹੁੰਦਾ ਉੱਥੇ ਫਿਰ ਸਿੰਬਲਸ ਪਾਏ ਜਾਂਦੇ। ਜਿੱਦਾਂ ਹੋਲੋਕਾਸਟ ਦੀ ਗੱਲ ਤੁਸੀਂ ਪਹਿਲਾਂ ਯਹੂਦੀਆਂ ਦੀ ਗੱਲ ਕੀਤੀ ਹੈ, ਤਾਂ ਉੱਥੇ ਜਿਹੜਾ ਮਤਲਬ 8 ਕੋਨੇ ਵਾਲਾ ਤਾਰਾ ਸੀਗਾ ਉਹਦਾ ਨਿਸ਼ਾਨ ਉਹਨਾਂ ਦੇ ਬਾਹਾਂ ਦੇ ਉੱਪਰ ਲਾਇਆ ਜਾਂਦਾ ਸੀ। ਇਸੇ ਤਰ੍ਹਾਂ ਕੰਬੋਡੀਆ ਦੇ ਵਿੱਚ ਜਿਹੜਾ ਟਾਰਗੇਟ ਦੇ ਉੱਪਰ ਭਾਈਚਾਰਾ ਸੀਗਾ, ਉਹਨਾਂ ਨੂੰ ਸਿਰ ਤੇ ਮੂੰਹ ਦੇ ਦੁਆਲੇ ਡੱਬੀਆਂ ਵਾਲਾ, ਨੀਲੀਆਂ ਤੇ ਚਿੱਟੀਆਂ ਡੱਬੀਆਂ ਵਾਲਾ ਕੱਪੜਾ ਲਵੇਟ ਕੇ ਰੱਖਣਾ ਜ਼ਰੂਰੀ ਸੀਗਾ। ਅੱਛਾ, ਜਿੱਥੇ ਰਵਾਂਡਾ ਦੇ ਵਿੱਚ ਜੈਨੋਸਾਈਡ ਹੋਇਆ ਉੱਥੇ ਤਾਂ ਨਸਲਾਂ ਬੜੀਆਂ ਰਲਦੀਆਂ ਮਿਲਦੀਆਂ ਸੀਗੀਆਂ, ਹੁੱਤੂ ਤੇ ਤੁਤਸੀ। ਉੱਥੇ ਨੱਕ ਦੀ ਚੌੜਾਈ ਤੋਂ ਅੰਦਾਜ਼ਾ ਲਾਉਂਦੇ ਸੀਗੇ ਕਿ ਇਹ ਹੁੱਤੂ ਹੈ ਜਾਂ ਤੁਤਸੀ ਆ। ਉੱਥੇ ਹੁੱਤੂਆਂ ਦੇ ਵੱਲੋਂ ਤੁਤਸੀਆਂ ਦਾ ਜਿਹੜਾ ਕਤਲੇਆਮ ਹੈ ਉਹ ਕੀਤਾ ਗਿਆ ਸੀਗਾ। ਸੋ ਇਸੇ ਤਰ੍ਹਾਂ ਦੇ ਨਾਲ ਅਗਲੇ ਪੜਾਅ ਵੱਧਦੇ ਆ। ਫਿਰ ਅੱਗੇ ਇੱਕ ਆਉਂਦਾ ਡੀਹਿਊਮਨਾਈਜੇਸ਼ਨ ਦਾ ਪੜਾਅ, ਜਿੱਥੇ ਤੁਸੀਂ ਜਦੋਂ ਸਿੰਬਲਸ ਦੀ ਪੱਧਰ ਤੇ ਪਛਾਣ ਨੂੰ ਨਾਲ ਜੋੜ ਲਿਆ ਆ, ਫਿਰ ਤੁਸੀਂ ਉਹਨਾਂ ਸਿੰਬਲਸ ਨੂੰ ਨਫ਼ਰਤ ਦਾ ਨਿਸ਼ਾਨਾ ਬਣਾਉਂਦੇ ਹੋ। ਹੁਣ ਤੁਸੀਂ ਦੇਖੋ ਕਿ ਨਵੰਬਰ 1984 ਦੇ ਵਿੱਚ ਇਹ ਗੱਲ ਕਿਸ ਤਰੀਕੇ ਦੇ ਨਾਲ ਵਾਪਰੀ। ਬਹੁਤੀਆਂ ਥਾਵਾਂ ਦੇ ਉੱਪਰ ਉਹਨਾਂ ਨੇ 20 ਤੋਂ 50 ਸਾਲ ਦੇ ਸਿੱਖ ਮਰਦਾਂ ਨੂੰ ਕਤਲ ਕੀਤਾ ਜੀ, ਪਰ ਕਤਲ ਕਰਨ ਤੋਂ ਪਹਿਲਾਂ ਉਹਨਾਂ ਦੇ ਕੇਸ ਕਤਲ ਕੀਤੇ ਗਏ। ਤੁਸੀਂ ਕਿਸੇ ਬੰਦੇ ਨੂੰ ਮਾਰਨਾ ਆ, ਤੁਸੀਂ ਉਹਨੂੰ ਮਾਰ ਦਿਓਗੇ। ਇੱਕ ਕਾਮਨ ਪ੍ਰੈਕਟਿਸ ਹੋਈ, ਬਿਲਕੁਲ ਕਾਮਨ ਹੋਈ, ਹਰ ਇੱਕ ਥਾਂ ਦੇ ਉੱਪਰ ਹੋਈ, ਕਾਮਨ ਪੈਟਰਨ ਰਿਹਾ। ਮਤਲਬ ਸਾਡੇ ਇੱਕ ਸੱਜਣ ਨੇ ਪੂਰੇ ਇੰਡੀਆ ਦੇ ਵਿੱਚ ਜਾ ਕੇ ਜਿੱਥੇ ਜਿੱਥੇ ਵੀ ਕਤਲੇਆਮ ਹੋਇਆ, ਉਨੀ ਨਸਲਕੁਸ਼ੀ ਹੋਈ, ਉਹਨੇ 5 ਸਾਲ ਲਾ ਕੇ ਸਾਰੀਆਂ ਥਾਵਾਂ ਤੋਂ ਜਾਣਕਾਰੀ ਇਕੱਤਰ ਕੀਤੀ। ਪਹਿਲੀ ਕਿਤਾਬ ਜਿਹੜੀ ਉਹਨਾਂ ਦੀ ਸਿੱਖ ਨਸਲਕੁਸ਼ੀ ਦਾ ਖੁਰਾ ਖੋਜ, ਉਹਦੇ ਵਿੱਚ 6 ਦੱਖਣੀ ਸਟੇਟਾਂ ਦੇ ਵੇਰਵੇ ਜਿਹੜੇ ਆ ਉਹ ਛਪੇ ਹੋਏ ਆ। ਉਹ ਕਹਿੰਦੇ ਕਿ ਤੁਸੀਂ ਦੇਖੋ ਇਹ ਕਿੰਨੀ ਜ਼ਿਆਦਾ ਹੋਊਗੀ ਕਿ ਇੱਕ ਥਾਂ ਦੇ ਉੱਪਰ ਉਹਨਾਂ ਨੇ ਕੜਾ ਲਾ ਕੇ ਸਿੱਖ ਦਾ, ਉਹ ਮਤਲਬ ਜਿਹੜੇ ਉਹਨਾਂ ਕੋਲ ਦਾਤਰ ਸੀਗੇ ਉਹ ਮਾਰ ਕੇ ਪਹਿਲਾਂ ਕੜਾ ਤੋੜਿਆ, ਕੜਾ ਤੋੜ ਕੇ ਉਸ ਤੋਂ ਬਾਅਦ ਦੇ ਵਿੱਚ ਉਹਦੇ ਕੇਸ ਕਤਲ ਕੀਤੇ। ਕੇਸ ਕਤਲ ਕਰਨੇ ਤਾਂ ਬਹੁਤ ਹੀ ਆਮ ਵਰਤਾਰਾ ਸੀਗਾ, ਹਰ ਇੱਕ ਥਾਂ ਦੇ ਉੱਪਰ ਇਸ ਤਰੀਕੇ ਦੇ ਨਾਲ ਵਾਪਰਿਆ। ਇੱਕ ਘਟਨਾ ਜਿਹੜੀ ਆ ਉਹ ਹਿਮਾਚਲ ਦੀ ਹੈ। ਉੱਥੇ ਇੱਕ ਜੱਗਾ ਨਾਂ ਦਾ ਬੰਦਾ ਸੀਗਾ, ਉਸ ਬੰਦੇ ਨੇ ਮਤਲਬ ਇਹ ਬਹੁਤ ਜ਼ਿਆਦਾ ਜ਼ੋਰ ਲਾਇਆ ਕਿ ਸਿੱਖਾਂ ਦੇ ਕੇਸ ਕਤਲ ਕੀਤੇ ਜਾਣ। ਉਹਨੇ ਮਤਲਬ ਉੱਥੇ ਇੱਕ ਗੁਰਦੁਆਰਾ ਸਾਹਿਬ ਸੀਗਾ, ਉਹ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸੀ। ਉਹਨੇ ਕੀ ਕੀਤਾ ਕਿ ਉਹਨੂੰ ਜਦੋਂ ਪਤਾ ਲੱਗਾ ਕਿ ਇਸ ਤਰ੍ਹਾਂ ਗੁਰਦੁਆਰਿਆਂ 'ਤੇ ਹਮਲੇ ਹੋ ਰਹੇ, ਉਹਨੇ ਗੁਰਦੁਆਰੇ ਅੱਗ ਬਾਲ ਲਈ। ਉਹਨੇ ਜਿਹੜੇ ਲੰਗਰ ਵਾਲੇ ਕੜਛੇ ਹੁੰਦੇ ਨੇ ਵੱਡੇ ਖੁਰਪੇ, ਉਹਦੇ ਵਿੱਚ ਰੱਖ ਕੇ ਲਾਲ ਕਰ ਲਏ। ਉਹਨੇ 3 ਦਿਨ ਅੱਗ ਨਹੀਂ ਬੁਝਣ ਦਿੱਤੀ। ਜਦੋਂ ਭੀੜ ਆਇਆ ਕਰੇ ਹਮਲਾ ਕਰਨ ਦੇ ਵਾਸਤੇ, ਉਹ ਮਗਦੇ ਹੋਏ ਉਹ ਖੁਰਪੇ ਜਿਹੜੇ ਸੀਗੇ ਉਹ ਕੱਢ ਕੇ ਖੜ ਜਾ ਕਰੇ ਤੇ ਕਵੇ ਵੀ ਜਿਹੜਾ ਅੱਗੇ ਆ ਗਿਆ ਵੀ ਮੈਂ ਛੱਡਣਾ ਨਹੀਂ ਹੈਗਾ। 3 ਦਿਨ ਬਾਅਦ ਜਦੋਂ ਨਸਲਕੁਸ਼ੀ ਦੇ ਇਹ ਕਤਲੇਆਮ ਜਿੰਨਾ ਵਾਪਰ ਰਿਹਾ ਸੀਗਾ ਉਹਨੂੰ ਥੋੜ੍ਹੀ ਠੱਲ ਪਈ, ਪੁਲਿਸ ਉਹਨੂੰ ਉੱਥੋਂ ਕੱਢ ਕੇ ਤੇ ਮੰਡੀ ਲੈ ਜਾਂਦੀ ਹੈ। ਉਹ ਬੰਦਾ ਮੰਡੀ ਗਿਆ, ਪਿੱਛੇ ਮੰਡੀ ਜਾ ਕੇ ਉਹਨੇ ਉਹ ਬੰਦਾ ਲੱਭ ਕੇ ਉਹਨੂੰ ਕਿਹਾ ਵੀ ਤੂੰ ਕਤਲ ਕੇਸ ਜਿਹੜੇ ਆਪਣੇ ਉਹ ਕਤਲ ਕਰਾ ਲੈ। ਚਲੋ ਉਹ ਨਹੀਂ ਮੰਨਿਆ। ਵੀ ਇੱਥੋਂ ਤੱਕ ਵੀ ਬੰਦਿਆਂ ਨੇ ਪਿੱਛਾ ਕੀਤਾ। ਇਹਦੇ ਤੋਂ ਪਤਾ ਲੱਗਦਾ ਕਿ ਜਿਹੜੇ ਇਸ ਤਰ੍ਹਾਂ ਦੇ ਨਾਅਰੇ ਪ੍ਰਚਲਿਤ ਹੋਏ ਸੀਗੇ ਕਿ ਕੱਚ ਕੜਾ ਕਿਰਪਾਨ, ਇਹਨੂੰ ਭੇਜੋ ਪਾਕਿਸਤਾਨ, ਇਹ ਜਦੋਂ ਜੈਨੋਸਾਈਡ ਇੰਪਲਸ ਕਿਸੇ ਵੀ ਭਾਈਚਾਰੇ ਦੇ ਵਿੱਚ ਐਕਟੀਵੇਟ ਹੁੰਦੀ ਹੈ, ਕਿ ਨਸਲਕੁਸ਼ੀ ਦੀ ਤਰੰਗ ਸੰਚਾਰਿਤ ਹੁੰਦੀ ਹੈ ਸਮਾਜ ਦੇ ਵਿੱਚ, ਤੇ ਜਿਹੜਾ ਪਹਿਲਾਂ ਤੋਂ ਇਸ ਤਰ੍ਹਾਂ ਦਾ ਆਧਾਰ ਬਣਾਇਆ ਹੁੰਦਾ ਉਹ ਕਿੰਨੇ ਡੂੰਘੇ ਪੱਧਰ ਤੱਕ ਜਾਂਦਾ ਹੈ। ਈਵਨ ਕਦੀ ਵੀ ਇਹ ਕ੍ਰਾਈਮ ਜਿਹੜਾ ਆ ਉਹ ਅਨਆਰਗੇਨਾਈਜ਼ਡ ਨਹੀਂ ਹੁੰਦਾ। ਨਸਲਕੁਸ਼ੀ ਦਾ ਜਿਹੜਾ ਜੁਰਮ ਆ ਇਹ ਸੰਗਠਿਤ ਤੌਰ ਦੇ ਉੱਪਰ ਹੀ ਹਮੇਸ਼ਾ ਕੀਤਾ ਜਾਂਦਾ ਆ। ਉਹ ਤਾਂ ਤੁਸੀਂ ਬਹੁਤਾ ਜ਼ਿਆਦਾ ਤਫਤੀਸ਼ ਕਰਨ ਦੀ ਲੋੜ ਨਹੀਂ ਗੀ। ਜਿਹੜੀ PUC, ਛੋਟਾ ਜਿਹਾ ਸਵਾਲ ਮੈਂ ਇਸੇ ਗੱਲ ਤੇ ਮੈਂ ਤੁਹਾਡੇ ਵੱਲ ਆਊਂਗਾ। ਇਸ ਗੱਲ ਤੋਂ ਮੇਰੇ ਜ਼ਿਹਨ 'ਚ ਇੱਕ ਗੱਲ ਆ ਰਹੀ ਹੈ। ਤੁਸੀਂ ਕਿਹਾ ਕਿ ਆਰਗੇਨਾਈਜ਼ਡ ਹੁੰਦਾ ਹੈ ਹਮੇਸ਼ਾ, ਔਰ ਕਿਸੇ ਵੀ ਚੀਜ਼ ਨੂੰ ਆਰਗੇਨਾਈਜ਼ ਕਰਨ ਲਈ ਆਈ ਐਮ ਸ਼ੋਰ ਇੱਕ ਇੱਕ ਟਾਈਮ ਬਹੁਤ ਇੰਪੋਰਟੈਂਟ ਹੈ ਉਹਦੇ 'ਚ। ਆਮ ਤੌਰ 'ਤੇ ਜੇ ਅਸੀਂ ਹਿਸਟਰੀ ਪੜ੍ਹਾਂਗੇ, ਫਿਊਚਰ ਜਨਰੇਸ਼ਨਸ ਵੀ ਹਿਸਟਰੀ ਪੜ੍ਹਨਗੀਆਂ, ਤਾਂ ਬੜਾ ਇੱਕ ਗੱਲ ਆਊਗੀ ਕਿ ਆਪਰੇਸ਼ਨ ਬਲੂ ਸਟਾਰ ਵਾਪਰਦਾ ਹੈ, ਸੰਤਾਂ ਦੀ ਸ਼ਹਾਦਤ ਹੁੰਦੀ ਹੈ, ਅਕਾਲ ਤਖਤ ਸਾਹਿਬ ਢਾਏ ਜਾਂਦੇ ਹੈ, ਔਰ ਸਿੱਖ ਉਸ ਗੱਲ ਦੇ ਭਾਵਨਾ ਦੇ ਵਿੱਚ ਆ ਕੇ ਜਿਵੇਂ ਜੇ ਇੱਧਰਲੇ ਪਾਸੇ ਨੂੰ ਸੋਚੀਏ ਤਾਂ ਉਹ ਕਹਿੰਦੇ ਆ ਕਿ ਬਾਡੀਗਾਰਡਸ ਨੇ ਮਾਰਤਾ, ਆਪਾਂ ਸਤਿਕਾਰ ਦੇ ਨਾਲ ਕਹਿੰਦੇ ਆ ਕਿ ਸਾਡੇ। ਇਹ ਤਾਂ ਇੱਕ ਕਾਮਨ ਹਿਸਟਰੀ ਹੋਈ ਕਿ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਹੈ, ਔਰ ਉਸ ਤੋਂ ਬਾਅਦ ਰਾਜੀਵ ਗਾਂਧੀ ਗੁੱਸੇ 'ਚ ਆਉਂਦਾ ਹੈ ਤੇ ਫਿਰ ਇਹ ਵਾਪਰਦਾ ਹੈ। ਕੀ ਇਹ ਵਰਤਾਰਾ ਇੰਨੇ ਤੱਕ ਹੀ ਸੀਮਤ ਹੈ ਜਾਂ ਇਹ ਇਸ ਤੋਂ ਪਿੱਛੇ ਇਹਦੀ ਜੜ ਪਈ ਸੀ ਔਰ ਇਹ ਵਾਪਰਨਾ ਹੀ ਸੀਗਾ? ਜੀ, ਇਹ ਜਦੋਂ ਜੈਨੋਸਾਈਡ ਵਾਚ ਦੇ ਵਿੱਚ ਉਹਨਾਂ ਨੇ ਸਟੇਜਿਸ ਦੱਸੀਆਂ, ਉਹ ਕਹਿੰਦੇ ਕਿ ਜਦੋਂ ਪੜਾਅ ਆਉਂਦਾ ਆ ਐਕਸਟਰਮੀਨੇਸ਼ਨ ਦਾ, ਕਤਲੇਆਮ ਦਾ, 7ਵਾਂ ਪੜਾਅ,
ਉਹ ਕਹਿੰਦੇ ਕਿ ਉਸ ਵੇਲੇ ਕੀ ਵਾਪਰਦਾ, ਜ਼ਿਆਦਾਤਰ ਥਾਵਾਂ ਦੇ ਉੱਪਰ ਕਿਸੇ ਵੱਡੀ ਘਟਨਾ ਦੇ ਹਵਾਲੇ ਦੇ ਨਾਲ ਕਤਲੇਆਮ ਸ਼ੁਰੂ ਹੁੰਦਾ। ਯਹੂਦੀਆਂ ਦਾ ਕਤਲੇਆਮ ਹੋਇਆ ਤਾਂ ਸੰਸਾਰ ਜੰਗ ਚੱਲ ਰਹੀ ਸੀ। ਬਿਲਕੁਲ ਠੀਕ ਹੈ ਜੀ। ਰਵਾਂਡਾ ਦੇ ਵਿੱਚ ਹੁੱਤੂ ਪ੍ਰੈਜ਼ੀਡੈਂਟ ਜਿਹੜਾ ਸੀਗਾ, ਉਹਦੀ 에ਅਰ ਕ੍ਰੈਸ਼ ਦੇ ਵਿੱਚ ਮੌਤ ਹੋ ਜਾਂਦੀ ਹੈ, ਜਿਹਦਾ ਇਲਜ਼ਾਮ ਤੁਤਸੀ ਬਾਗੀਆਂ ਦੇ ਉੱਪਰ ਲਾਇਆ ਜਾਂਦਾ ਹੈ। 100 ਦਿਨਾਂ ਦੇ ਅੰਦਰ 8 ਤੋਂ 10 ਲੱਖ ਬੰਦਾ ਕਤਲ ਹੋਇਆ ਉੱਥੇ, ਇੰਨੀ ਵੱਡੀ ਵਿਆਪਕ ਪੱਧਰ ਦੇ ਉੱਪਰ। ਸੋ ਇਸੇ ਤਰ੍ਹਾਂ ਹੀ ਜਦੋਂ ਸਿੱਖਾਂ ਦੇ ਨਾਲ ਇਹ ਘਟਨਾਕ੍ਰਮ ਵਾਪਰਨਾ ਸ਼ੁਰੂ ਹੁੰਦਾ ਆ, ਕਤਲੇਆਮ ਦਾ ਪੜਾਅ ਜਦੋਂ ਆਉਂਦਾ ਆ, ਸੋ ਉਹ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੁੰਦਾ ਹੈ। ਸੋ ਕਦੀ ਵੀ ਜੈਨੋਸਾਈਡ ਜਿਹੜਾ ਆ, ਇਹ ਐਕਸਟਰਮੀਨੇਸ਼ਨ ਇੱਕ ਪੜਾਅ ਆ। ਪ੍ਰੋਸੈਸ ਜਿਹੜਾ ਆ ਉਹ ਤਾਂ ਉਦੋਂ ਹੀ ਚੱਲ ਪੈਂਦਾ ਆ ਜਦੋਂ ਤੁਸੀਂ ਪਛਾਣਾਂ ਨੂੰ ਬਨਾਮ ਦੇ ਵਿੱਚ ਲਿਆ ਕੇ ਕਰਨਾ ਸ਼ੁਰੂ ਕਰ ਦਿੰਦੇ ਹੋ, ਜਾਂ ਸਿੰਬਲ ਤੇ ਅਟੈਕ ਹੋਣਾ ਸ਼ੁਰੂ ਹੁੰਦਾ ਲੈ ਕੇ ਆਉਂਦੇ ਹੋ, ਡੀਹਿਊਮਨਾਈਜੇਸ਼ਨ ਕਰਦੇ ਹੋ। ਡੀਹਿਊਮਨਾਈਜੇਸ਼ਨ ਦੇ ਵਿੱਚ ਤੁਸੀਂ ਇਹ ਗੱਲ ਦਰਸਾਉਂਦੇ ਆ ਕਿ ਜਿਹੜਾ ਇਹ ਬੰਦੇ ਨੇ, ਇਹ ਬੰਦੇ ਨਹੀਂ ਹੈਗੇ, ਇਹ ਮਨੁੱਖ ਨਹੀਂ ਹੈਗੇ। ਜਿਸ ਤਰ੍ਹਾਂ ਜਿਹੜੀ ਮਤਲਬ ਯਹੂਦੀਆਂ ਦੇ ਮਾਮਲੇ ਦੇ ਵਿੱਚ ਸੀਗੀ, ਉੱਥੇ ਉਹਨਾਂ ਨੂੰ ਪਲੇਗ ਫੈਲਾਉਣ ਵਾਲੇ ਕੀੜੇ ਜਾਂ ਮਤਲਬ ਚੂਹਿਆਂ ਦੇ ਨਾਲ ਉਹਨਾਂ ਦੀ ਤੁਲਨਾ ਕੀਤੀ ਜਾਂਦੀ ਸੀਗੀ। ਰਵਾਂਡਾ ਦੇ ਵਿੱਚ ਤੁਤਸੀ ਕਾਕਰੋਚ ਕਿਹਾ ਜਾਂਦਾ ਸੀਗਾ। ਸਿੱਖਾਂ ਨੂੰ ਮਤਲਬ ਵੀ ਇਹ ਦੇਸ਼ ਦੇ ਗੱਦਾਰ ਨੇ, ਇਸ ਤਰ੍ਹਾਂ ਦੀਆਂ ਗੱਲਾਂ ਬੜੀ ਪਹਿਲਾਂ ਤੋਂ ਹੀ ਪ੍ਰਚਲਿਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਜਿੰਨੀਆਂ ਘਟਨਾਵਾਂ ਪ੍ਰੀ 84 ਵਾਪਰ ਰਹੀਆਂ ਸੀ, ਪੰਜਾਬ 'ਚ ਵਾਪਰ ਰਹੀਆਂ ਸੀ, ਭਾਵੇਂ ਦਿੱਲੀ 'ਚ, ਉਹ ਪੋਲੀਟੀਕਲ ਸੀਗੀਆਂ ਚਾਹੇ ਸੋਸ਼ਲ ਸੀਗੀਆਂ, ਉਹ ਹੌਲੀ ਹੌਲੀ ਬੇਸਿਸ ਤਿਆਰ ਕਰ ਰਹੀਆਂ ਸੀ ਜੈਨੋਸਾਈਡ ਦਾ। ਜੇ ਇੰਦਰਾ ਗਾਂਧੀ ਅਸੈਸੀਨੇਸ਼ਨ ਨਾ ਹੁੰਦੀ, ਕੋਈ ਹੋਰ ਵੱਡੀ ਘਟਨਾ ਵੀ ਵਾਪਰਦੀ, ਤਾਂ ਵੀ ਇਹ ਹੋਣੀ ਸੀ। ਇਹ ਗੱਲ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਪਰ ਸਿੱਖਾਂ ਦੇ ਵਿੱਚ ਹੈ ਕਿ ਇੱਕ ਆਪਰੇਸ਼ਨ ਸ਼ਾਂਤੀ ਨਾਮ ਦਾ ਇੱਕ ਸੀਕ੍ਰੇਟ ਆਪਰੇਸ਼ਨ ਜਿਹੜਾ ਆ ਉਹ ਕੀਤਾ ਗਿਆ ਸੀ। ਕਿਉਂਕਿ ਜਿੰਨੀ ਕੁ ਗੱਲ ਸਮਝ ਵੀ ਆਉਂਦੀ ਆ ਵੀ ਸਰਕਾਰ ਕਿਉਂਕਿ ਜੂਨ ਤੱਕ ਵੀ ਗੱਲ ਰੁਕਦੀ ਨਹੀਂ ਹੈ, ਜਿਹਨੂੰ ਉਹਨਾਂ ਨੇ ਇੱਕ ਹੋਰ ਕਾਰਵਾਈ ਨੂੰ ਕੋਡ ਨੇਮ ਦਿੱਤਾ ਸੀਗਾ, ਆਪਰੇਸ਼ਨ ਵੁੱਡਰੋਜ਼ ਪੰਜਾਬ ਦੇ ਵਿੱਚ, ਜਿਹਦੇ ਵਿੱਚ ਬਕਾਇਦਾ ਕਹਿ ਲਓ ਕਿ ਨੌਜਵਾਨ ਉਮਰ ਦੇ ਜਿਹੜੇ ਪੰਜਾਬ ਦੇ ਵਿੱਚ ਸਿੱਖ ਸੀਗੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਹ ਸੀ। ਫਿਰ ਇੱਕ ਆਪਰੇਸ਼ਨ ਸ਼ਾਂਤੀ ਦਾ ਜ਼ਿਕਰ ਕਾਫੀ ਸਾਰੇ ਜਿਹੜੇ ਵਿਚਾਰਵਾਨ ਜਾਂ ਜਿਹੜੇ ਤੱਥ ਲੈ ਕੇ ਆਉਣ ਵਾਲੇ ਜਾਣਕਾਰ ਹੈਗੇ ਆ, ਉਹ ਲੈ ਕੇ ਆਉਂਦੇ ਆ ਕਿ ਇਹ ਸਾਰਾ ਕੁਝ ਵਾਪਰਨਾ ਸੀਗਾ। ਜਿਸ ਤਰੀਕੇ ਦੇ ਨਾਲ ਸਾਰੀ ਵਿਉਂਤਬੰਦੀ ਅਮਲ ਦੇ ਵਿੱਚ ਲਿਆਂਦੀ ਗਈ ਹੈ, ਇਹਦੇ ਤੋਂ ਵੀ ਇਹ ਗੱਲ ਪਤਾ ਲੱਗਦੀ ਹੈ ਥਰੂ ਆਊਟ ਇੰਡੀਆ ਪੈਟਰਨ ਜਿਹੜਾ ਆ ਉਹ ਬਿਲਕੁਲ ਸਿਮਿਲਰ ਸਾਹਮਣੇ ਆਉਂਦਾ ਆ। ਬਿਲਕੁਲ। ਜਿਹੜੀ ਹੂ ਆਰ ਗਿਲਟੀ ਰਿਪੋਰਟ ਆਉਂਦੀ ਹੈ, ਉਹ ਦੇਖੋ PUCL ਤੇ PUDR ਜਿਹੜੀਆਂ ਇਹ ਦੋ ਮਨੁੱਖੀ ਅਧਿਕਾਰਾਂ ਦੀਆਂ ਸੰਸਥਾਵਾਂ ਸੀਗੀਆਂ, ਉਹਨਾਂ ਦੇ ਕਾਰਕੁਨਾਂ ਨੇ ਦਿੱਲੀ ਦੇ ਵਿੱਚ 1 ਨਵੰਬਰ ਤੋਂ ਲੈ ਕੇ 10 ਨਵੰਬਰ ਤੱਕ ਸਾਰਾ ਕੁਝ ਵਾਪਰਦਾ ਆਪਣੀ ਅੱਖੀਂ ਦੇਖਿਆ। ਤੇ ਉਹਨਾਂ ਨੇ ਨਵੰਬਰ ਦੇ ਮਹੀਨੇ ਦੇ ਵਿੱਚ ਹੀ ਉਹਦੀ ਪਹਿਲੀ ਛਾਪ ਹੈ ਜਿਹੜੀ ਰਿਪੋਰਟ ਦੀ, ਉਹ ਜਾਰੀ ਕਰ ਦਿੱਤੀ ਸੀਗੀ। ਦੂਸਰੀ ਉਹ ਦਸੰਬਰ 1984 ਦੇ ਵਿੱਚ, ਉਸੇ ਸਾਲ ਹੀ ਕੁਝ ਸਮੇਂ ਬਾਅਦ ਉਹ ਦੁਬਾਰਾ ਛਪੀ। ਉਸ ਤੋਂ ਬਾਅਦ ਉਹਦੇ ਵਿੱਚ ਵੀ ਉਹ ਇਹ ਗੱਲ ਕਹਿੰਦੇ ਆ, ਸ਼ੁਰੂਆਤੀ ਹੀ ਉਹ ਆਪਣੀ ਰਿਪੋਰਟ ਦੀ ਇੱਥੋਂ ਕਰਦੇ ਆ ਕਿ ਸਰਕਾਰ ਵੱਲੋਂ ਜਿਹੜਾ ਇਹ ਬਣਾਇਆ ਗਿਆ ਸੀਗਾ ਕਿ ਦੁੱਖ ਤੇ ਸਦਮੇ ਦਾ ਨਤੀਜਾ ਸੀਗਾ ਇਹ ਇੰਦਰਾ ਗਾਂਧੀ ਦੀ ਮੌਤ ਕਰਕੇ। ਉਹ ਕਹਿੰਦੇ ਕਿ ਇਹਦੇ ਤੋਂ ਬਹੁਤ ਅਗਾਂਹ ਜਾ ਕੇ ਇਹ ਇੱਕ ਬਕਾਇਦਾ ਸੋਚੀ ਸਮਝੀ ਵਿਉਂਤ ਦਾ ਹਿੱਸਾ ਸੀਗਾ, ਜਿਹਦੇ ਵਿੱਚ ਇੱਕ ਸੀਰੀਜ਼ ਆਫ ਐਕਸ਼ਨਸ ਐਂਡ ਇਨਐਕਸ਼ਨ ਸੀਗੀ। ਕਈ ਕਾਰਵਾਈਆਂ ਜਿਹੜੀਆਂ ਕੀਤੀਆਂ ਗਈਆਂ, ਕਈ ਕਾਰਵਾਈਆਂ ਜਿਹੜੀਆਂ ਕਰਨੀਆਂ ਬਣਦੀਆਂ ਸੀ ਤੇ ਉਹ ਨਹੀਂ ਕੀਤੀਆਂ ਗਈਆਂ ਮਿੱਥ ਕੇ। ਕਿਹਦੇ ਵੱਲੋਂ? ਸਿਆਸਤਦਾਨਾਂ ਦੇ ਵੱਲੋਂ ਤੇ ਐਡਮਿਨਿਸਟ੍ਰੇਸ਼ਨ ਦੇ ਵੱਲੋਂ। ਉਹਦਾ ਨਤੀਜਾ ਆ। ਉਹ ਕਹਿੰਦੇ ਕਿ ਬੇਸ਼ੱਕ ਇਹ ਪੋਪੂਲਰ ਗਰੀਫ ਤੇ ਐਂਗਰ ਜਿਹੜੀ ਆ ਉਹ ਸੀਗੀ, ਜੋ ਉਹਨਾਂ ਨੇ ਅਬਜ਼ਰਵ ਕੀਤਾ ਉਹਦੇ ਮੁਤਾਬਕ ਉਹਨਾਂ ਨੇ ਕਿਹਾ, ਪਰ ਜਿਹੜੇ ਬੰਦੇ ਕਰਵਾ ਰਹੇ ਸੀਗੇ ਉਹ ਬਿਲਕੁਲ ਹੀ ਇੱਕ ਵੱਖਰੀ ਭਾਵਨਾ ਤੋਂ ਪ੍ਰੇਰਿਤ ਸੀਗੇ। ਹੁਣ ਉਹ ਵੱਖਰੀ ਭਾਵਨਾ ਕਿਹੜੀ ਹੈ? ਜਦੋਂ ਆਪਾਂ ਜੈਨੋਸਾਈਡ ਨੂੰ ਐਜ਼ ਏ ਸਬਜੈਕਟ ਸਟੱਡੀ ਕਰਦੇ ਹਾਂ ਤਾਂ ਉਹ ਹੈਗੀ ਨਸਲਕੁਸ਼ੀ ਦੀ ਤਰੰਗ, ਕਿ ਜਿਹਨੂੰ ਸਮਾਜ ਦੇ ਵਿੱਚ ਸੰਚਾਰਿਤ ਕਰਕੇ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ। ਕਿੰਨੇ ਵਿਆਪਕ ਪੱਧਰ ਦੇ ਉੱਪਰ ਇਹਦੇ ਤੱਥ ਜਿਹੜੇ ਆ ਉਹ ਸਾਹਮਣੇ ਆਏ। ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਵੀ ਇਹ ਗੱਲ ਦਰਜ ਕੀਤੀ ਕਿ ਚਾਹੇ ਉਹ ਮੰਗੋਲਪੁਰੀ ਦੇ ਵਿੱਚ ਵਾਪਰਿਆ ਹੋਵੇ, ਚਾਹੇ ਤਰਲੋਕਪੁਰੀ ਦੇ ਵਿੱਚ ਵਾਪਰ ਰਿਹਾ ਹੋਵੇ, ਚਾਹੇ ਦਿੱਲੀ ਦੇ ਹੋਰਨਾਂ ਇਲਾਕਿਆਂ 'ਚ ਵਾਪਰਿਆ ਹੋਵੇ, ਜਿਹੜੇ ਇੱਕ ਦੂਜੇ ਤੋਂ ਖਾਸੀ ਦੂਰੀ ਦੇ ਉੱਪਰ ਸੀਗੇ, ਕਿ ਸਾਰਿਆਂ ਦੇ ਉੱਪਰ ਹੀ ਸੇਮ ਜਾਂ ਸਿਮਿਲਰ ਪੈਟਰਨ ਸੀਗਾ। ਤੇ ਹੁਣ ਜਿੰਨੀ ਖੋਜ ਗੁਰਜੰਟ ਸਿੰਘ ਦੇ ਵੱਲੋਂ ਵੀ ਸਾਹਮਣੇ ਆਈ ਹੈ, ਜਿੱਦਾਂ ਮੈਂ ਦੱਸਿਆ ਕਿ ਸਿੱਖ ਨਸਲਕੁਸ਼ੀ ਦਾ ਖੁਰਾ ਖੋਜ ਇੱਕ ਭਾਗ ਉਹਦਾ ਛਪਿਆ ਆ, ਦੂਸਰਾ ਜਿਹੜਾ ਉਹ ਇਸ ਸਾਲ ਨਵੰਬਰ ਮਹੀਨੇ ਦੇ ਵਿੱਚ ਆਉਣ ਦੀ ਆਸ ਹੈਗੀ ਹੈ। ਅੱਗੇ ਵੀ ਉਹਦੇ ਉੱਪਰ ਕੰਮ ਜਿਹੜਾ ਆ ਉਹ ਚੱਲ ਰਿਹਾ ਹੈ। ਤੇ ਉਹਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਕਿ ਥਰੂ ਆਊਟ ਇੰਡੀਆ ਪੈਟਰਨ ਸੇਮ ਸੀਗਾ। ਗੁਰਦੁਆਰਾ ਸਾਹਿਬਾਨ ਦੇ ਉੱਪਰ ਹਮਲੇ ਜਿੰਨੀ ਵੱਡੀ ਪੱਧਰ ਦੇ ਉੱਪਰ ਜੂਨ 'ਚ ਹੋਏ,
ਉਹ ਵੀ ਇੱਕ ਮਲਕੀਤ ਸਿੰਘ ਭਵਾਨੀਗੜ੍ਹ ਹੋਣਾ ਨੇ ਵੱਖ-ਵੱਖ ਗੁਰਦੁਆਰਿਆਂ ਤੇ ਹਮਲਿਆਂ ਦੀ ਗਾਥਾ ਕਿਤਾਬ ਲਿਆਂਦੀ, ਜਿਹਦੇ ਵਿੱਚ ਉਹਨਾਂ ਨੇ 70 ਤੋਂ ਉੱਪਰ ਗੁਰਦੁਆਰਾ ਸਾਹਿਬਾਨ ਜਿਹੜੇ ਆ ਉਹਨਾਂ ਦੇ ਉੱਪਰ ਜਿਨ੍ਹਾਂ ਤੇ ਹਮਲੇ ਹੋਏ ਸੀ ਉੱਥੇ ਦੇ ਚਸ਼ਮਦੀਦ ਗਵਾਹਾਂ ਦੇ ਨਾਲ ਗੱਲ ਕਰਕੇ ਇਹ ਜਾਣਕਾਰੀ ਦਰਜ ਕੀਤੀ ਕਿ ਸਿਰਫ ਦਰਬਾਰ ਸਾਹਿਬ ਜਾਂ ਜਿੱਦਾਂ 37 ਗੁਰਦੁਆਰੇ ਦੱਸਿਆ ਜਾਂਦਾ ਇੱਦਾਂ ਹੀ ਨਹੀਂ, 70 ਤੋਂ ਜ਼ਿਆਦਾ ਉਹਨਾਂ ਦੀ ਗਿਣਤੀ ਹੈਗੀ। ਪੈਟਰਨ ਜ਼ਿਆਦਾਤਰ ਇਹ ਰਿਹਾ ਕਿ ਬਹੁਤਾਤ ਕਰਕੇ ਪਹਿਲਾਂ ਗੁਰਦੁਆਰਾ ਸਾਹਿਬ ਦੇ ਉੱਪਰ ਹਮਲਾ ਹੋਇਆ, ਗੁਰਦੁਆਰਾ ਸਾਹਿਬ ਨੂੰ ਨੁਕਸਾਨ ਪਹੁੰਚਾਇਆ ਗਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ। ਉਸ ਤੋਂ ਬਾਅਦ ਦੇ ਵਿੱਚ ਸਿੱਖਾਂ ਦੀਆਂ ਜਿਹੜੀਆਂ ਦੁਕਾਨਾਂ ਨੇ ਜਾਂ ਉਹਨਾਂ ਦੇ ਕਾਰੋਬਾਰ ਸੀਗੇ ਤੇ ਉਹਨਾਂ ਦੇ ਘਰ ਸੀਗੇ ਉਹਨਾਂ ਦੇ ਉੱਪਰ ਹਮਲਾ ਹੋਇਆ। ਹੁਣ ਬਾਜ਼ਾਰ ਦੇ ਵਿੱਚ ਇਹ ਗੱਲ PUCL ਤੇ PUDR ਨੇ ਆਪਣੀ ਰਿਪੋਰਟ 'ਚ ਵੀ ਕੀਤੀ ਕਿ ਜਿਹੜੀ ਸੋਸ਼ਲ ਕੰਪੋਜੀਸ਼ਨ ਸੀਗੀ ਹਮਲਾ ਕਰਨ ਵਾਲਿਆਂ ਦੀ, ਉਹ ਬਿਲਕੁਲ ਇੱਕ ਉਸ ਵਰਗ ਦੇ ਵਿੱਚੋਂ ਸੀਗੇ ਜਿਹੜੇ ਪੜ੍ਹੇ ਲਿਖੇ ਨਹੀਂ ਸੀਗੇ। ਔਰ ਇਹ ਗੱਲ ਅੱਜ ਤੋਂ 40 ਸਾਲ ਪਹਿਲਾਂ ਦੀ ਹੈ ਤੇ ਉਹਦੇ ਤੋਂ ਅੰਦਾਜ਼ਾ ਲੱਗ ਸਕਦਾ ਕਿ ਉਸ ਸਮੇਂ ਲਿਟਰੇਸੀ ਕਿੰਨੀ ਸੀ ਤੇ ਕਿਸ ਤਰ੍ਹਾਂ ਦਾ ਸਾਰਾ ਹਿਸਾਬ ਸੀਗਾ। ਉਹ ਕਹਿੰਦੇ ਵੀ ਬੋਰਡ ਜਿਹੜੇ ਆ, ਹੁਣ ਬੋਰਡ ਦੇਖ ਕੇ ਉਹਨਾਂ ਨੂੰ ਅੰਦਾਜ਼ਾ ਨਹੀਂ ਲੱਗ ਸਕਦਾ ਕਿ ਇਹ ਸਿੱਖ ਦੀ ਦੁਕਾਨ ਹੈ ਜਾਂ ਹਿੰਦੂ ਦੀ ਦੁਕਾਨ ਹੈ। ਸੋ ਉਹਦੇ ਵਿੱਚੋਂ ਕਹਿੰਦੇ ਕਿ ਉਹ ਬਕਾਇਦਾ ਸ਼ਨਾਖਤ ਜਿਹੜੀ ਆ ਦੁਕਾਨਾਂ ਦੀ ਉਹ ਕੀਤੀ ਗਈ ਸੀ। ਇਹਦੇ ਤੋਂ ਇਹ ਵੀ ਪਤਾ ਲੱਗਦਾ ਕਿ ਇਹ ਹੁਣ ਰਾਤੋਂ ਰਾਤ ਹੋਣ ਵਾਲੇ ਕੰਮ ਤਾਂ ਸੀਗੇ ਨਹੀਂ। ਇਹਦਾ ਮਤਲਬ ਇਹ ਹੈ ਕਿ ਪਹਿਲਾਂ ਤੋਂ ਹੀ ਇਹ ਚੀਜ਼ ਚੱਲ ਰਹੀ ਸੀ। ਇੱਕ ਸਿਮਿਲਰ ਵੋਟਰ ਲਿਸਟਾਂ ਲਈਆਂ ਗਈਆਂ ਸੀ, ਜਾਣਦੇ ਹਾਂ, ਮਾਰਕਿੰਗਸ ਕੀਤੀਆਂ ਗਈਆਂ ਵੋਟਰ ਲਿਸਟਾਂ ਦੇ ਉੱਤੇ। HS ਫੁਲਕਾ ਹੁਣੇ ਵੀ ਇਹ ਆਪਦੀ ਕਿਤਾਬ ਦੇ ਵਿੱਚ ਜ਼ਿਕਰ ਕਰਦੇ ਕਿ ਜਿਹੜੇ ਇਲਾਕਿਆਂ 'ਚ ਸਿੱਖਾਂ ਕੋਲੇ ਹਥਿਆਰ ਸੀਗੇ ਉਸ ਇਲਾਕਿਆਂ 'ਚ ਭੀੜ ਨਹੀਂ ਜਾਂਦੀ, ਫਿਰ ਪੁਲਿਸ ਜਾ ਕੇ ਹਥਿਆਰ ਪਹਿਲਾਂ ਉਹਨਾਂ ਤੋਂ ਜ਼ਬਤ ਕਰਦੀ ਹੈ ਕਿ ਤੁਸੀਂ ਹਥਿਆਰ ਸਾਨੂੰ ਦੇ ਦਿਓ, ਉਸ ਤੋਂ ਬਾਅਦ ਫਿਰ ਅਟੈਕਸ ਵੀ ਹੁੰਦੇ ਆ। ਤਾਂ ਇੰਨੀ ਡੈਪਥ ਦੇ ਵਿੱਚ ਇੱਕ ਦਿਨ 'ਚ ਤਾਂ ਪੋਸੀਬਲ ਨਹੀਂ ਹੈ ਕਿ ਇਨਫੋਰਮੇਸ਼ਨ ਉਹਨਾਂ ਕੋਲ ਆ ਜਾਏ ਕਿ ਕਿਹੜੇ ਸਿੱਖ ਕੋਲੇ ਹਥਿਆਰ ਹੈਗਾ, ਕਿਹੜੇ ਸਿੱਖ ਕੋਲ ਹਥਿਆਰ ਨਹੀਂ ਹੈਗਾ। ਦੇਖੋ, ਇੱਕ ਸਟੇਜ ਜਿਹੜੀ ਹੈ ਇਹ ਨਸਲਕੁਸ਼ੀ ਦੇ ਵਿੱਚ ਉਹ ਪ੍ਰੈਪਰੇਸ਼ਨ ਦੀ ਆਉਂਦੀ ਹੈ, ਠੀਕ ਹੈ ਜੀ। ਹੁਣ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਕਿਸੇ ਸਟੈਪ ਨੂੰ ਮਤਲਬ ਕਿਤੇ ਕਿਸੇ ਨਸਲਕੁਸ਼ੀ ਦੇ ਵਰਤਾਰੇ ਦੇ ਵਿੱਚ ਕਿਸੇ ਗੱਲ ਨੂੰ ਸਾਲਾਂ ਜਾਂ ਮਹੀਨਿਆਂ ਬੱਧੀ ਲੱਗ ਸਕਦੇ ਆ, ਕਿਤੇ ਤੁਸੀਂ ਥੋੜ੍ਹੇ ਸਮੇਂ ਦੇ ਵਿੱਚ ਵੀ ਉਹ ਸਟੈਪ ਹੋ ਸਕਦੇ। ਪ੍ਰੈਪਰੇਸ਼ਨ ਦੇ ਵਿੱਚ ਇਹ ਹੈ ਕਿ ਉੱਥੇ ਪ੍ਰੋਪੇਗੈਂਡਾ ਕਰਨਾ ਤੇ ਇਸ ਤਰੀਕੇ ਦੇ ਨਾਲ ਸਾਰਾ ਮਾਹੌਲ ਇਨਸਟੀਗੇਸ਼ਨ, ਐਕਸਟਰਮੀਨੇਸ਼ਨ ਜਾਂ ਕਤਲੇਆਮ ਸ਼ੁਰੂ ਕਰਨ ਤੋਂ ਪਹਿਲਾਂ ਦਾ ਹੋਣਾ। ਉਹਦੇ ਵਿੱਚ ਹੂ ਆਰ ਗਿਲਟੀ ਰਿਪੋਰਟ ਜਿਹੜਾ ਇੱਕ ਬੜਾ ਵੱਡਾ ਤੱਥ ਬਿਆਨ ਕਰਦੀ ਹੈ। ਉਹਦੇ ਵਿੱਚ ਇਹ ਗੱਲ ਆਈ ਕਿ ਪੁਲਿਸ ਦੇ ਵੱਲੋਂ 2 ਅਫਵਾਹਾਂ ਮਿੱਥ ਕੇ ਦਿੱਲੀ ਦੇ ਵਿੱਚ ਫੈਲਾਈਆਂ ਗਈਆਂ। ਇੱਕ ਅਫਵਾਹ ਇਹ ਫੈਲਾਈ ਗਈ ਕਿ ਹਿੰਦੂਆਂ ਦੀਆਂ ਲਾਸ਼ਾਂ ਦੇ ਨਾਲ ਭਰੀ ਹੋਈ ਗੱਡੀ ਪੰਜਾਬ ਤੋਂ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਉੱਪਰ ਆਈ ਹੈ। ਦੂਸਰੀ ਅਫਵਾਹ ਇਹ ਫੈਲਾਈ ਗਈ ਕਿ ਸਿੱਖਾਂ ਨੇ ਦਿੱਲੀ ਦੇ ਪਾਣੀ ਦੇ ਵਿੱਚ ਜ਼ਹਿਰ ਮਿਲਾ ਦਿੱਤਾ ਹੈ। ਉਹ ਕਹਿੰਦੇ ਕਿ ਸਾਡੇ ਕੋਲ ਜੋ ਅਸੀਂ ਤੱਥ ਇਕੱਤਰ ਕੀਤੇ ਤੇ ਜੋ ਅਸੀਂ ਅੱਖੀਂ ਦੇਖਿਆ, ਪੁਲਿਸ ਦੀਆਂ ਵੈਨਾਂ ਦੇ ਉੱਪਰ ਸਪੀਕਰ ਲਾ ਕੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਹ ਦੋਵੇਂ ਅਫਵਾਹਾਂ ਜਿਹੜੀਆਂ ਨੇ ਉਹ ਦਿੱਲੀ ਦੀਆਂ ਗਲੀਆਂ ਦੇ ਵਿੱਚ ਇਹਨਾਂ ਦਾ ਹੋਕਾ ਦਿੱਤਾ ਗਿਆ ਤੇ ਪੁਲਿਸ ਅਫਸਰਾਂ ਦੇ ਵੱਲੋਂ ਫੋਨ ਕਰਕੇ ਜਿਹੜੇ ਸਮਾਜ 'ਚ ਪ੍ਰਭਾਵ ਰੱਖਣ ਵਾਲੇ ਲੋਕ ਸੀਗੇ ਉਹਨਾਂ ਨੂੰ ਫੋਨ ਕਰਕੇ ਕਿਹਾ ਗਿਆ ਕਿ ਤੁਸੀਂ ਪਾਣੀ ਨਾ ਪੀਓ ਤੇ ਸਿੱਖਾਂ ਨੇ ਇਹਦੇ ਵਿੱਚ ਜ਼ਹਿਰ ਮਿਲਾ ਦਿੱਤਾ। ਉਹ ਕਹਿੰਦੇ ਕਿ ਦਿੱਲੀ ਦੇ ਵਿੱਚ ਜਿਹੜਾ ਕਤਲੇਆਮ ਦੇ ਹੱਕ ਦੇ ਵਿੱਚ ਮਾਹੌਲ ਬਣਿਆ, ਉਹਦੇ ਵਿੱਚ ਇਹਨਾਂ ਦੋਹਾਂ ਹੀ ਅਫਵਾਹਾਂ ਦਾ ਬੜਾ ਵੱਡੀ ਭੂਮਿਕਾ ਸੀਗੀ। ਜਦ ਕਿ ਬਾਅਦ ਦੇ ਵਿੱਚ ਜਦੋਂ ਕਤਲੇਆਮ ਹੋ ਜਾਂਦਾ ਆ ਤਾਂ ਉਦੋਂ ਓਫੀਸ਼ੀਅਲ ਤੌਰ ਦੇ ਉੱਪਰ ਉਹ ਖਾਨਾ ਪੂਰਤੀ ਦੇ ਵਾਸਤੇ ਇਹਨਾਂ ਦੋਹਾਂ ਗੱਲਾਂ ਨੂੰ ਉਹ ਕਹਿਣਾ ਸ਼ੁਰੂ ਕਰ ਦਿੰਦੇ ਆ ਕਿ ਠੀਕ ਨਹੀਂ। ਤਾਂ ਜਿਹੜਾ ਨੌਨ ਪਲੈਨਰ ਹੈ, ਜਿਹੜਾ ਇਸ ਆਰਗੇਨਾਈਜ਼ਡ ਕ੍ਰਾਈਮ ਦਾ ਹਿੱਸਾ ਨਹੀਂ ਹੈ, ਉਹ ਆਮ ਆਵਾਮ ਜਿਹਨੂੰ ਅਸੀਂ ਕਹਿੰਦੇ ਆ, ਕੀ ਇਸ ਤਰ੍ਹਾਂ ਦੀ ਘਟਨਾ ਤੋਂ ਬਾਅਦ ਫਿਰ ਉਹ ਇੰਡਲਜ ਹੁੰਦਾ ਆ ਕੇ ਵਿੱਚ? ਬੜੀ ਵੱਡੀ ਪੱਧਰ ਦੇ ਉੱਪਰ ਹੋਏ, 2 ਤਰੀਕੇ ਦੇ ਨਾਲ ਹੋਏ। ਇੱਕ ਤਾਂ ਜਿਨ੍ਹਾਂ ਨੇ ਸਿੱਧੇ ਤੌਰ ਦੇ ਉੱਪਰ ਸ਼ਮੂਲੀਅਤ ਕੀਤੀ, ਆਪ ਲੁੱਟਮਾਰ ਕਰਨੀ ਸ਼ੁਰੂ ਕੀਤੀ, ਨੁਕਸਾਨ ਪਹੁੰਚਾਉਣਾ ਸ਼ੁਰੂ ਕੀਤਾ। ਦੂਜੇ ਉਹ ਸੀਗੇ ਜਿਨ੍ਹਾਂ ਨੇ ਜਾ ਕੇ ਬੰਦਿਆਂ ਨੂੰ ਕਿਹਾ ਕਿ ਸਾਡੇ ਮੁਹੱਲਿਆਂ ਦੇ ਵਿੱਚ ਸਿੱਖ ਰਹਿ ਰਹੇ ਆ, ਤੁਸੀਂ ਇਹਨਾਂ ਦੇ ਉੱਪਰ ਹਮਲੇ ਕਰੋ ਜਾਂ ਇੱਥੇ ਆ ਕੇ ਕਰੋ ਫਲਾਨੀ ਥਾਂ ਦੇ ਉੱਪਰ। ਬੜੀਆਂ ਇਸ ਤਰ੍ਹਾਂ ਦੀਆਂ ਮਿਸਾਲਾਂ ਨੇ ਕਿ ਜਿੱਥੇ ਇਹ ਗੱਲ ਸਾਹਮਣੇ ਆਉਂਦੀ ਕਿ ਉਹਨਾਂ ਨੂੰ, ਹਮਲਾਵਰਾਂ ਨੂੰ ਇਸ ਗੱਲ ਦਾ ਬਿਲਕੁਲ ਅੰਦਾਜ਼ਾ ਨਹੀਂ ਸੀ ਹੋ ਸਕਦਾ ਕਿ ਜਿਹੜੀ ਪ੍ਰਾਪਰਟੀ ਹੈ ਇਹ ਸਿੱਖ ਦੀ ਹੈ ਜਾਂ ਕਿਸੇ ਹੋਰ ਦੀ ਹੈ। ਉਹ ਬਿਲਕੁਲ ਲੋਕਲ ਬੰਦਿਆਂ ਨੇ ਦੱਸਿਆ। ਜਿਸ ਤਰ੍ਹਾਂ ਕਿ ਇੱਕ ਮਿਸਾਲ ਜਿਹੜੀ ਉਹ ਲਈ ਜਾ ਸਕਦੀ ਹੈ, ਬਿਹਾਰ ਦੀ ਮਿਸਾਲ ਹੈ ਕਿ ਉੱਥੇ ਇੱਕ ਟਰੱਕ ਸੀਗਾ, ਉਹ ਸਿੱਖਾਂ ਦਾ ਟਰੱਕ ਸੀਗਾ, ਪਰ ਜਿਹੜਾ ਚਲਾਉਣ ਵਾਲਾ ਵਿਅਕਤੀ ਸੀਗਾ ਉਹ ਹਿੰਦੂ ਡਰਾਈਵਰ ਸੀ। ਉਹਨੇ ਉਹਦੇ ਵਿੱਚ ਮਾਤਾ ਦੀ ਜਿਹੜੀ ਤਸਵੀਰ ਹੈ ਉਹ ਲਗਾਈ ਹੋਈ ਸੀਗੀ। ਉਹ ਜਦੋਂ ਹਮਲਾ ਕਰਨ ਆਏ ਉਹਨਾਂ ਨੇ ਦੇਖਿਆ ਤੇ ਉਹ ਕਹਿੰਦੇ ਨਹੀਂ ਇਹ ਆਪਾਂ ਨਹੀਂ ਕਰਨਾ, ਬੇਸ਼ੱਕ ਸਿੱਖ ਦਾ ਆ ਪਰ ਇਹਦੇ ਵਿੱਚ ਤਸਵੀਰ ਇਹ ਲੱਗੀ ਹੋਈ ਹੈ ਤੇ ਆਪਾਂ ਇਹ ਨਹੀਂ ਕਰਨਾ। ਹੁਣ ਉਸ ਤਰ੍ਹਾਂ ਨਹੀਂ ਸੀ ਪਤਾ ਲੱਗ ਸਕਦਾ ਕਿ ਉਹ ਜਿਹੜੀ ਪ੍ਰਾਪਰਟੀ ਹੈ ਉਹ ਸਿੱਖ ਦੀ ਸੀਗੀ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਥਾਵਾਂ ਦੇ ਉੱਪਰ ਇਸ ਤਰੀਕੇ ਦੇ ਨਾਲ ਵਾਪਰਿਆ। ਫਿਰ ਕਈ ਲੋਕ ਸੀਗੇ ਜਿਨ੍ਹਾਂ ਨੇ ਉਹ ਕੁਝ ਹੋਣ ਦਿੱਤਾ। ਐਜ਼ ਏ ਕਮਿਊਨਿਟੀ ਜੇ ਗੱਲ ਕਰੀਏ ਤਾਂ ਹਿੰਦੂ ਭਾਈਚਾਰੇ ਦੇ ਵਿੱਚੋਂ ਇੰਡੀਵਿਜੂਅਲੀ ਬਹੁਤ ਸਾਰੇ ਲੋਕ ਅੱਗੇ ਆਏ
ਜਿਨ੍ਹਾਂ ਨੇ ਬੰਦਿਆਂ ਨੂੰ ਬਚਾਇਆ, ਪਰਸਨਲ ਰਿਲੇਸ਼ਨ ਤੋਂ। ਹਾਂਜੀ, ਜਿਨ੍ਹਾਂ ਨੇ ਬਚਾਇਆ ਇੱਕ ਇਨਸਾਨੀਅਤ ਦੇ ਨਾਤੇ। ਤੇ ਐਜ਼ ਏ ਕਮਿਊਨਿਟੀ ਜੇਕਰ ਗੱਲ ਕਰੀਏ, ਹੁਣ ਕਤਲੇਆਮ ਕਰਨ ਵਾਲਿਆਂ ਦੇ ਵਿੱਚ ਮਤਲਬ ਹਿੰਦੂ ਵੀ ਸੀਗੇ, ਮੁਸਲਮਾਨ ਵੀ ਸੀਗੇ, ਹੈ ਨਾ, ਪਰ ਐਜ਼ ਏ ਕਮਿਊਨਿਟੀ ਬੜੀਆਂ ਥਾਵਾਂ ਦੇ ਉੱਪਰ ਇਸ ਤਰੀਕੇ ਦੇ ਨਾਲ ਵਾਪਰਿਆ ਕਿ ਜਿੱਥੇ ਮੁਸਲਮਾਨ ਅੱਗੇ ਆਏ, ਕਈਆਂ ਥਾਵਾਂ ਦੇ ਉੱਪਰ ਉਹਨਾਂ ਨੇ ਆਪਣੇ ਜਿਹੜੇ ਹਥਿਆਰ ਸੀਗੇ ਉਹ ਸਿੱਖਾਂ ਦੀਆਂ ਆਬਾਦੀਆਂ 'ਚ ਜਾ ਕੇ ਉਹਨਾਂ ਨੂੰ ਦਿੱਤੇ ਕਿ ਹੁਣ ਭਾਈ ਭੀੜ ਦਾ ਸਮਾਂ ਹੈਗਾ, ਤੁਸੀਂ ਇਹ ਰੱਖੋ ਤੇ ਆਪਣਾ ਜਿਹੜਾ ਬਚਾਅ ਆ ਉਹ ਕਰੋ। ਸੋ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਉਹ ਸਾਹਮਣੇ ਹੈ। ਸਿੱਖ ਸੋਵਰੈਨਿਟੀ ਦਾ ਜਿਹੜਾ ਜ਼ਿਕਰ ਕਰਦੇ ਆ ਕਿ ਉਹਦੇ ਲਈ ਬਹੁਤ ਵੱਡਾ ਸੈਟਬੈਕ ਸੀਗਾ ਇਹ? ਦੇਖੋ, ਜਿਹੜੇ ਇਹ ਸਿੱਖਾਂ ਦੇ ਨਾਲ ਜਿਹੜਾ ਇਹ ਔਖਾ ਸਮਾਂ ਆਇਆ ਉਹ ਪਹਿਲੀ ਵਾਰ ਨਹੀਂ ਆਇਆ। ਇਤਿਹਾਸ ਦੇ ਵਿੱਚ ਜਿੰਨੇ ਵੀ ਦੌਰ ਚੱਲਦੇ ਰਹੇ ਆ, ਉਹ ਅੱਜ ਦੇ ਮਾਹੌਲ ਮੁਤਾਬਕ ਅਸੀਂ ਕਹੀਏ, ਜੇ ਅਸੀਂ ਇੰਟਰਨੈਸ਼ਨਲ ਲਾਅ ਦੀ ਲੈਂਗੁਏਜ 'ਚ ਗੱਲ ਕਰਨੀ ਹੋਵੇ, ਤੇ ਉਹ ਸਾਰੇ ਜੈਨੋਸਾਈਡ ਦੇ ਹੀ ਐਪੀਸੋਡ ਸੀਗੇ, ਜਿੱਥੇ ਆਪਾਂ ਗੱਲ ਕਰਦੇ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾਂਦੇ ਰਹੇ ਜਾਂ ਬੜੀ ਵੱਡੀ ਪੱਧਰ ਦੇ ਉੱਪਰ ਕਤਲੇਆਮ ਹੁੰਦੇ ਰਹੇ। ਮੀਰ ਮੰਨੂ ਦੀ ਜੇਲ੍ਹ ਦਾ ਜ਼ਿਕਰ ਜਿਹੜਾ ਹੈਗਾ, ਜਾਂ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਜਿਨ੍ਹਾਂ ਦਾ ਜ਼ਿਕਰ ਅਸੀਂ ਅਰਦਾਸ ਦੇ ਵਿੱਚ ਵੀ ਕਰਦੇ ਹਾਂ। ਅਸੀਂ ਤਾਂ ਉਹਨਾਂ ਨੂੰ ਆਪਣੇ ਇਤਿਹਾਸ ਦੇ ਪੱਖ ਤੋਂ ਇੱਕ ਘੱਲੂਘਾਰੇ ਵਜੋਂ ਦੇਖਦੇ ਹਾਂ। ਸਿੱਖਾਂ ਦਾ ਆਪਣੀ ਮੌਲਿਕ ਦ੍ਰਿਸ਼ਟੀ ਜਿਹੜੀ ਹੈ ਉਹ ਘੱਲੂਘਾਰੇ ਵਿੱਚੋਂ ਦੇ ਤੌਰ ਦੇ ਉੱਪਰ ਦੇਖਣ ਦੀ ਆ, ਜਿਹਦੇ ਵਿੱਚੋਂ ਤੁਹਾਡੀ ਆਪਣਾ ਵੈਲਿਊ ਸਿਸਟਮ ਨਿਕਲਦਾ ਆ ਤੇ ਤੁਹਾਡਾ ਰਿਸਪੌਂਸ ਕਿਸ ਤਰ੍ਹਾਂ ਦਾ ਹੋਣਾ ਉਹ ਵੀ ਵੱਖਰਾ ਨਿਕਲਦਾ ਆ। ਜਦੋਂ ਅਸੀਂ ਘੱਲੂਘਾਰੇ ਦੇ ਤੌਰ ਦੇ ਉੱਪਰ ਦੇਖਦੇ ਤੇ ਘੱਲੂਘਾਰੇ, ਵੱਡੇ ਘੱਲੂਘਾਰੇ ਦੇ ਬਾਰੇ ਦੇ ਵਿੱਚ ਤੇ ਬਹੁਤ ਗੱਲ ਮਸ਼ਹੂਰ ਹੈਗੀ ਹੈ ਕਿ ਉਦੋਂ ਜਿਹੜੀ ਅਰਦਾਸ ਸਿੱਖਾਂ ਦੇ ਵੱਲੋਂ ਕੀਤੀ ਗਈ, ਉਹ ਮਤਲਬ ਗੁਰੂ ਮਹਾਰਾਜ ਦੇ ਕੋਲੋਂ ਬਲ ਮੰਗਿਆ ਗਿਆ ਤੇ ਇੰਨੀ ਦ੍ਰਿੜਤਾ ਦੇ ਨਾਲ ਹੋਏ ਕਿ 8 ਮਹੀਨੇ ਉਹ, ਜਦੋਂ ਅੱਧੀ ਆਬਾਦੀ ਸਿੱਖਾਂ ਦੀ ਲਗਭਗ ਇੱਕ ਦਿਨ ਦੇ ਵਿੱਚ ਕਤਲ ਕਰ ਦਿੱਤੀ ਜਾਂਦੀ ਹੈ, ਸਿੱਖ 8 ਮਹੀਨੇ ਬਾਅਦ ਲਾਹੌਰ ਸ਼ਹਿਰ ਦੀਆਂ ਕੰਧਾਂ ਨੂੰ ਜਾ ਕੇ ਆਪਦੇ ਘੋੜਿਆਂ ਦੇ ਉੱਤੇ ਹੱਥ ਲਾਉਣੇ ਸ਼ੁਰੂ ਕਰ ਦਿੰਦੇ ਨੇ। ਸੋ ਉੱਥੇ ਨਿਆਂ ਕਰਨ ਦਾ ਜਿਹੜਾ ਰਿਸਪੌਂਸ ਹੈ ਉਹ ਨਿਕਲਦਾ ਆ, ਮੰਗਣ ਦਾ ਨਹੀਂ ਨਿਕਲਦਾ। ਸੋ ਜਿਹੜੇ ਬੰਦਿਆਂ ਨੇ ਉਹਨੂੰ ਘੱਲੂਘਾਰੇ ਦੇ ਵਜੋਂ ਜੂਨ ਤੇ ਨਵੰਬਰ 1984 ਨੂੰ ਦੇਖਿਆ ਸੀਗਾ, ਉਹਨਾਂ ਨੇ ਫਿਰ ਦੋਸ਼ੀਆਂ ਨੂੰ ਆਪ ਸੋਧਣ ਦਾ ਅਮਲ ਜਿਹੜਾ ਉਹ ਅਪਣਾਇਆ। ਜਿਹੜਾ ਇੱਕ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਦੇਖੀਏ, ਉਹਦੇ ਵਿੱਚੋਂ ਆਪਾਂ ਨੂੰ ਪਤਾ ਆ ਕਿ ਇੰਡੀਆ ਨੇ ਜਿਹੜਾ ਕੰਪਨਸੇਸ਼ਨ ਵਾਲਾ ਕੰਮ ਚਲਾਇਆ ਉਹ ਵੀ ਚੱਲਿਆ ਤੇ ਉਹਦੇ ਵਿੱਚੋਂ ਕਾਫੀ ਸਾਰਾ ਰਿਸਪੌਂਸ ਜਿਹੜਾ ਉਹ ਉਸ ਤਰ੍ਹਾਂ ਦਾ ਆਇਆ। ਫਿਰ ਨਰੇਟਿਵਸ ਦਾ ਬਹੁਤ ਜ਼ਿਆਦਾ ਪ੍ਰਭਾਵ ਰਿਹਾ। ਅਸੀਂ ਜਿਹੜੀ ਕਿਤਾਬ ਸੰਪਾਦਿਤ ਕੀਤੀ ਸਿੱਖ ਨਸਲਕੁਸ਼ੀ 1984, ਉਹਦੀ ਭੂਮਿਕਾ 'ਚ ਜੋ ਮਹਿਸੂਸ ਕੀਤਾ ਸਾਰੀਆਂ ਲਿਖਤਾਂ ਪੜ੍ਹ ਕੇ, ਘੋਖ ਕੇ, ਤੱਥ ਵਿਚਾਰ ਕੇ, ਕਿ ਦੰਗਿਆਂ ਤੋਂ ਲੈ ਕੇ ਨਸਲਕੁਸ਼ੀ ਤੱਕ ਇਹਨੂੰ ਸਮਝਣ ਦਾ ਇੱਕ ਸਫ਼ਰ ਸਿੱਖਾਂ ਨੇ ਵੀ ਤੈਅ ਕੀਤਾ। ਸਟੇਟ ਨੇ ਦੰਗਿਆਂ ਦਾ ਲਕਬ ਜਿਹੜਾ ਸੀਗਾ ਉਹ ਦਿੱਤਾ, ਉਹਨੂੰ ਇੱਕ ਵਾਰ ਸਿੱਖਾਂ ਨੇ ਅਪਣਾਇਆ, ਫਿਰ ਉਹ ਹੌਲੀ ਹੌਲੀ ਦੰਗਿਆਂ ਤੋਂ ਕਤਲੇਆਮ ਕਹਿਣਾ ਸ਼ੁਰੂ ਕਰਦੇ ਆ। ਫਿਰ ਕਤਲੇਆਮ ਤੋਂ ਬਾਅਦ ਕਹਿ ਲਓ ਕਿ ਸਾਲ 2002 ਤੋਂ ਬਾਅਦ ਦੇ ਵਿੱਚ ਉਹਦੇ 'ਚ ਬਹੁਤ ਸਾਰੇ ਮੰਚਾਂ ਨੇ ਉਹਦੇ ਵਿੱਚ ਆਪਣੀ ਭੂਮਿਕਾ ਨਿਭਾਈ। ਜਿਸ ਤਰ੍ਹਾਂ ਸਿੱਖ ਸ਼ਹਾਦਤ ਮੈਗਜ਼ੀਨ ਸੀਗਾ, ਅਸੀਂ ਜਦੋਂ ਪੜ੍ਹਿਆ ਤੇ ਉਹਨਾਂ ਨੇ ਮਤਲਬ ਨਸਲਕੁਸ਼ੀ ਸ਼ਬਦ ਜਿਹੜਾ ਆ ਸ਼ੁਰੂਆਤ ਦੇ ਵਿੱਚ ਉਹ ਇੰਟਰੋਡਿਊਸ ਕਰਾਉਂਦੇ ਆ। ਪਰ ਕੀ 18 ਸਾਲ ਸਿੱਖਾਂ ਨੇ ਐਕਸੈਪਟ ਕਰ ਲਿਆ ਸੀਗਾ ਕਿ ਦੰਗੇ ਐਕਸੈਪਟੇਬਿਲਿਟੀ ਸੀਗੀ ਉਸ ਗੱਲ ਦੀ? ਦੇਖੋ, ਅੰਡਰਸਟੈਂਡਿੰਗ ਨਹੀਂ ਸੀ। ਅੰਡਰਸਟੈਂਡਿੰਗ ਡਿਵੈਲਪ ਹੋਣ ਦੇ ਵਿੱਚ ਸਮਾਂ ਲੱਗਦਾ। ਔਰ ਇਹ ਵਿਆਪਕ ਵਰਤ ਦੀ ਆਪਾਂ ਗੱਲ ਕਰਦੇ ਹਾਂ। ਜਿਹੜੇ ਸਿੱਖ ਜਿੰਨੀ ਜ਼ਿਆਦਾ ਡੂੰਘਾਈ ਦੇ ਨਾਲ ਉਹਨੂੰ ਮਹਿਸੂਸ ਕਰ ਰਹੇ ਸੀਗੇ, ਉਹਨਾਂ ਨੇ ਉਸ ਸਮੇਂ ਹੀ ਇਹ ਗੱਲਾਂ ਜਿਹੜੀਆਂ ਨੇ ਉਹਨਾਂ ਦੀ ਸ਼ਨਾਖਤ ਕਰਨੀ ਸ਼ੁਰੂ ਕਰ ਦਿੱਤੀ ਸੀਗੀ। ਤੇ ਦੰਗੇ ਤਾਂ ਸਿੱਖਾਂ ਨੇ ਕਦੀ ਵੀ ਨਹੀਂ ਮੰਨਿਆ, ਹਾਲਾਂਕਿ ਉਹ ਜੇਕਰ ਕਿਸੇ ਨੇ ਆਪਦੀ ਲਿਖਤ ਦੇ ਵਿੱਚ ਜਾਂ ਗੱਲਬਾਤ ਕਰਦਿਆਂ ਹੋਇਆਂ ਵਰਤਿਆ ਆ, ਤੁਸੀਂ ਦੇਖੋਗੇ ਜਦੋਂ ਉਹਨੂੰ ਕਰੈਕਟਰਾਈਜ਼ ਕਰਦੇ ਆ, ਜਦੋਂ ਉਹਦੀਆਂ ਮਤਲਬ ਉਹ ਦੱਸਦੇ ਆ ਕਿ ਕੀ ਕੁਝ ਵਾਪਰਿਆ, ਉਹਦੀ ਜਿੰਨੀ ਉਹਦੀ ਵਿਆਖਿਆ ਆ ਉਹ ਸਾਰੀ ਕਤਲੇਆਮ ਜਾਂ ਨਸਲਕੁਸ਼ੀ ਵਾਲੀ ਹੈ। ਟਰਮ ਬੇਸ਼ੱਕ ਕਿਉਂਕਿ ਉਸ ਸਮੇਂ ਇਹ ਪ੍ਰਚਲਿਤ ਸੀਗੀ ਤਾਂ ਇਹ ਵਰਤ ਲਈ ਜਾਂਦੀ ਰਹੀ। ਉਸ ਤੋਂ ਬਾਅਦ 'ਚ ਸਿੱਖਾਂ ਦੇ ਵਿੱਚੋਂ ਹੀ ਇਸ ਗੱਲ ਦਾ ਰਿਸਪੌਂਸ ਉੱਠਣਾ ਸ਼ੁਰੂ ਹੋਇਆ ਕਿ ਇਹ ਦੰਗੇ ਨਹੀਂ ਸੀਗੇ। ਤੇ ਪਿਛਲੇ ਸਮੇਂ ਦੇਖੋ, ਕਈ ਚੀਜ਼ਾਂ ਦਾ ਨਾ ਅਜੇ ਵੀ ਪ੍ਰਭਾਵ ਹੈਗਾ। ਪਿਛਲੇ ਸਾਲ ਇੱਕ ਇੱਥੇ ਚੰਡੀਗੜ੍ਹ ਦੇ ਵਿੱਚ ਹੀ ਸਿੱਖਾਂ ਦੀ ਇੱਕ ਸੰਸਥਾ ਦੇ ਵੱਲੋਂ ਚਰਚਾ ਸੀਗੀ, ਉਹਦੇ ਵਿੱਚ ਇਸ ਤੱਥ ਦਾ ਜ਼ਿਕਰ ਆਇਆ ਕਿ ਸਿੱਖਾਂ ਨੇ ਜਿੱਥੇ ਮੁਕਾਬਲਾ ਕੀਤਾ ਉੱਥੇ ਕਤਲੇਆਮ ਨਹੀਂ ਹੋਏ, ਉੱਥੇ ਬਚਾਅ ਹੋ ਗਿਆ। ਇਹ ਗੱਲ ਬੜੀ ਵੱਡੀ ਪੱਧਰ ਦੇ ਉੱਪਰ ਤਸਦੀਕ ਹੁੰਦੀ ਹੈ। ਜਿੱਥੇ ਇੱਕ ਦੋ ਸਿੱਖ ਵੀ ਖੜ ਗਏ, ਜਿਸ ਤਰ੍ਹਾਂ ਹਿਮਾਚਲ ਵਾਲੀ ਘਟਨਾ ਤੁਹਾਨੂੰ ਸੁਣਾਈ ਆ, ਉੱਥੇ ਗੁਰਦੁਆਰਾ ਸਾਹਿਬ ਦੇ ਉੱਪਰ ਹਮਲਾ ਇਸ ਕਰਕੇ ਹੋਣੋਂ ਬਚ ਗਿਆ ਕਿਉਂਕਿ ਇੱਕ ਗ੍ਰੰਥੀ ਸਿੰਘ ਨੇ ਜਾਹੋ ਜਲਾਲ ਜਿਹੜਾ ਸੀਗਾ ਉਹ ਆਪਣਾ ਉੱਥੇ ਸਿੱਖੀ ਵਾਲਾ ਦਿਖਾਇਆ, ਉੱਥੇ ਨਹੀਂ ਵਾਪਰਿਆ। ਇਸੇ ਤਰ੍ਹਾਂ ਹੀ ਹੋਰ ਘਟਨਾਵਾਂ ਵੀ ਹੈਗੀਆਂ ਆ ਕਿ ਜਿੱਥੇ ਗੁਰੂ ਮਹਾਰਾਜ ਦਾ ਸਰੂਪ ਸੜਕ ਦੇ ਵਿੱਚ ਦੋਸ਼ੀ ਲੈ ਆਉਂਦੇ ਆ ਹਮਲਾਵਰ, ਉਹਦੀ ਬੇਅਦਬੀ ਕਰਨ ਲੱਗਦੇ ਆ। ਇੱਕ ਸਿੱਖ ਜੋੜਾ ਜਿਹੜਾ ਸੀ ਪਤੀ ਪਤਨੀ, ਉਹ ਸਿੱਖ ਆਪਦੀ ਸ਼੍ਰੀ ਸਾਹਿਬ ਲੈ ਕੇ ਤੇ ਉਹ ਭੀੜ ਦੇ ਉੱਪਰ ਹਮਲਾ ਕਰ ਦਿੰਦਾ ਆ। ਬੀਬੀ ਆਪਣੇ ਸਿਰ ਦੇ ਉੱਪਰ ਗੁਰੂ ਮਹਾਰਾਜ ਦਾ ਸਰੂਪ ਜਿਹੜਾ ਆ ਉਹ
ਸਜਾ ਲੈਂਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਬੇਅਦਬੀ ਨਹੀਂ ਹੋਣ ਦਿੰਦੇ ਤੇ ਉਹਨਾਂ ਨੂੰ ਦੇਖ ਕੇ ਉਸ ਆਬਾਦੀ ਦੇ ਜਿਹੜੇ ਸਿੱਖ ਸੀਗੇ, ਜਿਹੜੇ ਲੁਕੇ ਹੋਏ ਸੀਗੇ, ਉਹ ਵੀ ਘਰਾਂ ਚੋਂ ਬਾਹਰ ਨਿਕਲ ਆਉਂਦੇ ਆ ਤੇ ਉਹ ਭੀੜ ਨੂੰ ਖਦੇੜ ਦਿੰਦੇ ਆ। ਉੱਥੇ ਮਤਲਬ ਉਸ ਘਟਨਾ ਤੋਂ ਬਾਅਦ ਉਹਨਾਂ ਦੇ ਰੋਹ 'ਚ ਆਉਣ ਤੋਂ ਬਾਅਦ, ਗੁਰੂ ਸਾਹਿਬ ਦੀ ਬੇਅਦਬੀ ਰੋਕਣ ਤੋਂ ਬਾਅਦ ਉੱਥੇ ਦੁਬਾਰਾ ਨੁਕਸਾਨ ਨਹੀਂ ਹੁੰਦਾ। ਪਰ ਇੱਥੇ ਕੁਝ ਵਿਚਾਰਵਾਨਾਂ ਦੇ ਵੱਲੋਂ ਇਹ ਗੱਲ ਰੱਖੀ ਗਈ ਕਿ ਜੇਕਰ ਤੁਸੀਂ ਇਸ ਤਰ੍ਹਾਂ ਦੇ ਤੱਥ ਸਾਹਮਣੇ ਲੈ ਕੇ ਆਓਗੇ ਤੇ ਫਿਰ ਸਰਕਾਰ ਤਾਂ ਇਹ ਗੱਲ ਐਸਟੈਬਲਿਸ਼ ਕਰਨ ਦੇ ਵਿੱਚ ਕਾਮਯਾਬ ਹੋ ਜੂਗੀ। ਦੇਖੋ ਜੀ, ਇਹ ਤਾਂ ਦੰਗੇ ਸੀਗੇ, ਦੋ ਭਾਈਚਾਰਿਆਂ ਦਾ ਟਕਰਾਅ ਸੀਗਾ, ਪਰ ਤੁਸੀਂ ਬੁਨਿਆਦੀ ਗੱਲ ਦੇਖੋ, ਆਪਾਂ ਇੱਕ ਮਨੁੱਖ ਦੇ ਤੌਰ ਦੇ ਉੱਪਰ ਦੇਖੀਏ, ਤੁਸੀਂ ਮੈਂ ਆਪਾਂ ਦੋਵੇਂ ਵਿਚਾਰ ਕੇ ਦੇਖਦੇ ਹਾਂ, ਕੋਈ ਤੁਹਾਡੇ ਘਰ ਤੁਹਾਨੂੰ ਮਾਰਨ ਆ ਜਾਵੇ, ਤੁਸੀਂ ਕੀ ਕਰੋਗੇ? ਕਿ ਮੇਰੇ ਸਿਰ ਇਲਜ਼ਾਮ ਨਾ ਆ ਜਾਵੇ, ਇਸ ਕਰਕੇ ਤੁਸੀਂ ਕਤਲ ਹੋ ਜਾਓਗੇ? ਇਦਾਂ ਤਾਂ ਕਦੇ ਵੀ ਨਹੀਂ ਹੈਗਾ, ਕਦੇ ਵੀ ਨਹੀਂ, ਹਨਾ। ਦੂਸਰੀ ਗੱਲ ਉਹਦੇ ਵਿੱਚ ਉਹਨਾਂ ਨੇ ਇਹ ਤੱਥ ਵੀ ਹੁਣ ਜਿਹੜਾ ਸਾਹਮਣੇ ਆਇਆ ਕਿ ਇਹਦੀ ਪੋਲੀਟੀਕਲ ਕੰਪੋਜੀਸ਼ਨ ਕਿਸ ਤਰ੍ਹਾਂ ਦੀ ਸੀਗੀ। ਉਹਦੇ 'ਚ ਇਹ ਆ ਕਿ ਉਹ ਸਿਰਫ ਕਾਂਗਰਸ ਨਹੀਂ ਸੀਗੀ, ਵੱਡੇ ਪੱਧਰ ਦੇ ਉੱਪਰ ਕਾਂਗਰਸ ਸੀਗੀ, ਭਾਜਪਾ ਤੇ RSS ਦੇ ਕੇਡਰ ਵੀ ਇਹਦੇ ਵਿੱਚ ਸ਼ਾਮਲ ਸੀਗੇ ਤੇ ਕਈ ਥਾਵਾਂ ਦੇ ਉੱਪਰ ਲੈਫਟ ਦੇ ਜਿਹੜੇ ਸੈਕਸ਼ਨ ਉਹ ਵੀ ਸ਼ਾਮਲ ਸੀਗੇ। ਲੈਫਟ ਵੀ ਕਈ ਥਾਵਾਂ ਦੇ ਉੱਪਰ ਸ਼ਾਮਲ ਸੀਗਾ, ਕਈ ਥਾਵਾਂ ਦੇ ਉੱਪਰ ਨਹੀਂ ਵੀ ਸੀਗਾ। ਕਈ ਥਾਵਾਂ ਦੇ ਉੱਪਰ ਉਹਨਾਂ ਨੇ ਬਚਾਉਣ ਦੀ ਵੀ ਕੋਸ਼ਿਸ਼ ਕੀਤੀ, ਸਿੱਖਾਂ ਦੇ ਉੱਪਰ ਹਮਲੇ ਹੋਏ ਤੇ ਉਹ ਮਤਲਬ ਜਿਹੜੇ ਉਹਨਾਂ ਦੀ, ਪਰ ਉਹ ਇੰਡੀਵਿਜੂਅਲ ਵਰਤਾਰੇ ਆ, ਉਹ ਤਾਂ ਜਿੱਥੇ ਜਿੱਥੇ ਕਿਸੇ ਦੇ ਪਰਸਨਲ ਰਿਲੇਸ਼ਨ ਵੀ ਕੰਮ ਕੀਤੇ ਹੋਣਗੇ। ਵਿਆਪਕ ਪੱਧਰ ਦੇ ਉੱਪਰ ਇਹ ਸ਼ਾਮਲ ਹੋਏ, BJP ਵਾਲੇ ਵੀ ਸ਼ਾਮਲ ਹੋਏ, ਬਿਲਕੁਲ ਹੋਏ। ਉਹ ਜਦੋਂ ਇਹ ਗੱਲ ਦੀ ਆਈ ਤਾਂ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਨਹੀਂ, ਮਤਲਬ ਵੀ ਇਹ ਗੱਲ, ਹਾਲਾਂਕਿ ਤੁਸੀਂ ਦੇਖੋ ਨਾਨਾ ਦੇਸ਼ਮੁਖ RSS ਦਾ ਆਈਡੀਓਲੋਗ ਹੈ। 8 ਨਵੰਬਰ 1984 ਨੂੰ ਉਹ ਇੱਕ ਆਤਮ ਚਿੰਤਨ ਦੇ ਕਿਸ਼ਾਨ ਦੇ ਨਾਮ ਦੇ ਉੱਪਰ ਇੱਕ ਪਰਚਾ ਜਿਹੜਾ ਆ ਉਹ ਛਾਪਦਾ ਆ, ਔਰ 8 ਨਵੰਬਰ 1984 ਨੂੰ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਗੁਰਪੁਰਬ ਸੀਗਾ, ਔਰ ਉਹਦੇ ਵਿੱਚ ਉਹ ਇਸ ਗੱਲ ਦੇ ਉੱਪਰ ਔਖ ਜ਼ਾਹਰ ਕਰਦਾ ਕਿ ਕਈ ਥਾਵਾਂ ਦੇ ਉੱਪਰ ਸਿੱਖਾਂ ਨੇ ਅੱਗੇ ਮੁਕਾਬਲਾ ਕੀਤਾ ਵੀ ਸਿੱਖਾਂ ਨੂੰ ਮੁਕਾਬਲਾ ਨਹੀਂ ਕਰਨਾ ਚਾਹੀਦਾ, ਸਿੱਖਾਂ ਨੂੰ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਤੇ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਇੰਦਰਾ ਗਾਂਧੀ ਦੇ ਕਤਲ ਕਰਕੇ ਭੜਕੀਆਂ ਹੋਈਆਂ ਨੇ। ਸਿੱਖਾਂ ਨਾਲ ਜੋ ਵੀ ਹੋ ਰਿਹਾ ਆ ਉਹਨਾਂ ਨੂੰ ਉਹ ਸਹਿਣ ਕਰਨਾ ਚਾਹੀਦਾ। ਸੋ ਅੱਜ ਜੇਕਰ ਅਸੀਂ ਇਹ ਤੱਥ ਜਿਹੜਾ ਕਿ ਬਹੁਤ ਮਹੱਤਵਪੂਰਨ ਸੀਗਾ ਕਿ ਸਿੱਖਾਂ ਨੇ ਭਾਈ ਜਿੱਥੇ ਆਪ ਦੀ ਰਵਾਇਤ ਦੇ ਅਨੁਸਾਰ ਆਪਣਾ ਬਚਾਅ ਕਰਨ ਲਈ ਅੱਗੇ ਆਏ ਤਾਂ ਉੱਥੇ ਉਹਨਾਂ ਦਾ ਨੁਕਸਾਨ ਨਹੀਂ ਹੋਇਆ, ਇਹ ਲੁਕਾਉਂਦੇ ਆ ਤਾਂ ਕਿਸ ਤਰ੍ਹਾਂ ਦੀ ਮਾਨਸਿਕਤਾ ਵਾਲੀ ਜਿਹੜਾ ਨੈਰੇਟਿਵ ਆ ਅਸੀਂ ਉਹਨੂੰ ਹੁਲਾਰਾ ਦੇ ਰਹੇ ਤਾਂ ਕੀ ਜਿਹੜੀ ਜੈਨੋਸਾਈਡ ਦੀ ਤਰੰਗ ਹੈ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਉਹ ਪੋਲੀਟੀਕਲ ਆਈਡੀਓਲੋਜੀ ਤੋਂ ਮੂਵ ਨਹੀਂ ਹੋ ਰਹੀ? ਜੇ ਸਾਰੀਆਂ ਹੀ ਲੈਫਟ ਵੀ ਸ਼ਾਮਲ ਹੈ, ਐਕਸਟ੍ਰੀਮ ਰਾਈਟ ਵੀ ਸ਼ਾਮਲ ਹੈ, ਸੈਂਟਰ ਰਾਈਟ ਵੀ ਸ਼ਾਮਲ ਹੈ, ਤਾਂ ਇਹਦਾ ਮਤਲਬ ਪੋਲੀਟੀਕਲ ਆਈਡੀਓਲੋਜੀ ਉਹਨੂੰ ਮੂਵ ਨਹੀਂ ਕਰ ਰਹੀ। ਤਾਂ ਜਿਹੜੀ ਸਟੇਟ ਦੀ ਆਪਣੀ ਮਾਨਸਿਕਤਾ ਡਿਵੈਲਪ ਹੋਈ ਹੈ ਉਹ ਇਹਦੇ ਨਾਲੋਂ ਡਿਫਰੈਂਟ ਹੈ ਫਿਰ? ਨਹੀਂ, ਦੇਖੋ ਪੋਲੀਟੀਕਲੀ ਵੀ ਉਹ ਕਨੈਕਟਡ ਸੀਗੀ, ਭਾਈਚਾਰਕ ਤੌਰ ਦੇ ਉੱਪਰ ਵੀ ਉਹ ਕਨੈਕਟਡ ਹੁੰਦੀ ਹੈ, ਉਹਦਾ ਮਤਲਬ ਜਿੰਨੇ ਵੀ ਸਮਾਜ ਦੇ ਵਿੱਚ। ਪਰ ਫਿਰ ਉਹ ਸੰਗਠਿਤ ਕਿਵੇਂ ਹੋ ਰਹੀ ਹੈ? ਉਹ ਉਸ ਵਰਤਾਰੇ ਦੇ ਖਿਲਾਫ ਇੱਕ ਕਿਵੇਂ ਹੋ ਰਹੀ ਹੈ? ਉਹ ਦੇਖੋ, ਉਹ ਹਰ ਇੱਕ ਥਾਂ ਦੇ ਉੱਪਰ ਹੀ ਇੱਦਾਂ ਹੁੰਦਾ ਕਿ ਜਦੋਂ ਤੁਸੀਂ ਇੱਕ ਧਿਰ ਨੂੰ ਦੋਸ਼ੀ ਗਰਦਾਨਦੇ ਹੋ ਤੇ ਤੁਸੀਂ ਉਹਨੂੰ ਮਤਲਬ ਬਿਲਕੁਲ ਟਾਰਗੇਟ ਦੇ ਉੱਪਰ ਲਿਆਉਂਦੇ ਹੋ, ਉਹਨੂੰ ਡੀਹਿਊਮਨਾਈਜ਼ ਕਰਦੇ ਹੋ। ਜਿੱਦਾਂ ਸਿੱਖਾਂ ਦੇ ਮਾਮਲੇ ਦੇ ਵਿੱਚ ਆਪਾਂ ਦੇਖੀਏ ਕਿ ਬੰਦਿਆਂ ਨੂੰ ਜਿਉਂਦੇ ਇੱਕ ਇਨਸਾਨ ਨੂੰ ਅੱਗ ਲਾ ਕੇ ਉਹਦੇ ਦੁਆਲੇ ਨੱਚਿਆ ਗਿਆ। ਕੀ ਕੋਈ ਇਨਸਾਨ ਇੱਦਾਂ ਕਰ ਸਕਦਾ ਕਿਸੇ ਦੂਜੇ ਮਨੁੱਖ ਨੂੰ ਅੱਗ ਲਾਈ ਹੋਵੇ ਜਿਹਨੂੰ ਪਤਾ ਹੈ ਕਿ ਇੰਡੀਵਿਜੂਅਲ ਕੈਪੈਸਿਟੀ 'ਚ ਉਹਦਾ ਕੋਈ ਵੀ ਦੋਸ਼ ਨਹੀਂ ਹੈਗਾ? ਉਹਨੇ ਇੰਦਰਾ ਗਾਂਧੀ ਨੂੰ ਕਤਲ ਨਹੀਂ ਕੀਤਾ। ਬਹੁਤੇ ਬੰਦੇ ਜਿਹੜੇ ਨੇ ਉਹ ਤਾਂ ਮਤਲਬ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਗੱਲ ਕਰੀਏ ਜਾਂ ਪੰਜਾਬ ਤੋਂ ਬਾਹਰ ਜਿੰਨੀਆਂ ਵੀ ਥਾਵਾਂ ਦੇ ਉੱਪਰ ਇਹ ਵਾਪਰਿਆ ਆ, ਬਹੁਤੀਆਂ ਥਾਵਾਂ ਦੇ ਉੱਪਰ ਜਿਹੜੇ ਉਹ ਸਿੱਖ ਸੀਗੇ ਉਹ ਇੰਡੀਵਿਜੂਅਲੀ ਤਾਂ ਕਾਂਗਰਸ ਪਾਰਟੀ ਨੂੰ ਹੀ ਵੋਟ ਕਰਦੇ ਸੀ, ਉਸ ਵੇਲੇ ਉਹਦੇ ਸਪੋਰਟਰ ਸੀਗੇ। ਪਰ ਨਸਲਕੁਸ਼ੀ ਦੇ ਵਰਤਾਰੇ ਦੀ ਇਹ ਖਾਸ ਗੱਲ ਹੁੰਦੀ ਕਿ ਕਿਸੇ ਨੂੰ ਵੀ ਉਹਦੇ ਨਿੱਜੀ ਗੁਣ ਦੋਸ਼ ਕਰਕੇ ਨਹੀਂ ਮਾਰਿਆ ਜਾਂਦਾ, ਉਹਨੂੰ ਇੱਕ ਖਾਸ ਭਾਈਚਾਰੇ ਦਾ ਹਿੱਸਾ ਹੋਣ ਕਰਕੇ ਮਾਰਿਆ ਜਾਂਦਾ। ਮਾਸਸ ਅਪੀਲ ਹੁੰਦੀ ਹੈ ਉਹਦੇ ਤੋਂ, ਅਪੀਜ਼ ਹੁੰਦੀ ਹੈ, ਬਿਲਕੁਲ ਹੁੰਦੀ ਹੈ। ਯਹੂਦੀਆਂ ਦਾ ਕਤਲੇਆਮ ਹੁੰਦਾ, ਉੱਥੇ ਜਿਹੜੇ ਬੰਦਿਆਂ ਨੂੰ ਮਾਰਿਆ ਜਾ ਰਿਹਾ ਉਹਨਾਂ ਨੂੰ ਸਿਰਫ ਯਹੂਦੀ ਹੋਣ ਕਰਕੇ ਮਾਰਿਆ ਜਾ ਰਿਹਾ। ਇਹ ਇਸ ਸਾਈਕੋਲੋਜੀ ਚੋਂ ਵੀ ਨਿਕਲਦਾ ਇਹ ਵਰਤਾਰਾ ਕਿ ਮਾਸਸ ਨੂੰ ਸਿਰਫ ਅਪੀਜ਼ ਕਰਨ ਖਾਤਰ ਇਹ ਕੀਤਾ ਜਾਂਦਾ? ਨਹੀਂ, ਇਹ ਇੱਕ ਫੈਕਟਰ ਹੁੰਦਾ ਆ, ਵਨ ਆਫ ਦਾ ਫੈਕਟਰਸ ਹੈਗਾ ਆ। ਬਹੁਤੀ ਗੱਲ ਇਹ ਹੈਗੀ ਆ ਕਿ ਜਦੋਂ ਤੁਸੀਂ ਕਿਸੇ ਵੀ ਭਾਈਚਾਰੇ ਨੂੰ ਟਾਰਗੇਟ, ਖਾਸ ਕਰਕੇ ਨੇਸ਼ਨ ਸਟੇਟਸ ਦੀ ਬੜੀ ਵੱਡੀ ਪ੍ਰੋਬਲਮ ਹੈ ਕਿ ਉਹਨਾਂ ਨੂੰ ਐਕਸਟਰਨਲ ਜਾਂ ਇੰਟਰਨਲ ਐਨਮੀ ਜਿਹੜੇ ਆ ਉਹ ਦੇਸ਼ ਦੇ ਲਈ ਦਿਖਾ ਕੇ ਰੱਖਣੇ ਜ਼ਰੂਰੀ ਹੋ ਜਾਂਦੇ ਆ। ਜਿਵੇਂ ਅੱਜ ਪਾਕਿਸਤਾਨ ਨਾਲ ਜਿਸ ਤਰ੍ਹਾਂ ਦੇ ਰਿਲੇਸ਼ਨ ਅਸੀਂ ਐਕਸਟਰਨਲੀ ਤਾਂ ਸਦਾ ਹੀ ਪਾਕਿਸਤਾਨ ਦੇ ਨਾਲ ਰਹੇ ਆ, ਇੰਟਰਨਲੀ ਹੁਣ ਮਤਲਬ ਮੁਸਲਮਾਨਾਂ ਦੇ ਖਿਲਾਫ ਮਾਹੌਲ ਬੜੇ ਵਿਆਪਕ ਪੱਧਰ ਦੇ ਉੱਪਰ ਬਣ ਰਿਹਾ। ਹੁਣ ਬੀਤੇ 2 ਸਾਲਾਂ ਤੋਂ ਮਤਲਬ ਸਿੱਖਾਂ ਦੇ ਖਿਲਾਫ ਜਿਹੜਾ ਆ, ਸਿੱਖਾਂ ਦੇ ਵਿੱਚੋਂ ਵੀ ਜੇਕਰ ਤੁਸੀਂ ਹੁਣ ਦੇ ਸੇਮ ਪੈਟਰਨ ਲੱਗਦਾ ਤੁਹਾਨੂੰ ਜੋ ਮੁਸਲਮਾਨਾਂ ਦਾ ਵਰਤਾਰਾ ਰਿਹਾ ਹੈ ਹੁਣ ਤੱਕ, ਜਿਵੇਂ ਚੀਜ਼ਾਂ ਚੱਲੀਆਂ,
ਕੀ ਸਿੱਖ ਇਸੇ ਤਰੀਕੇ ਦੇ ਨਾਲ ਫਿਊਚਰ ਤੁਹਾਨੂੰ ਇਹ ਨਜ਼ਰ ਆਉਂਦਾ? ਦੇਖੋ, ਤੁਸੀਂ ਹੁਣ ਦੀ ਆਪਾਂ ਜੇ ਗੱਲ ਕਰੀਏ ਤਾਂ 2014 ਤੋਂ ਪਹਿਲਾਂ ਇੰਡੀਅਨ ਮੀਡੀਆ ਦੀ ਟਰਮੀਨੋਲੋਜੀ ਤੇ ਇੰਡੀਅਨ ਸਟੇਟ ਦਾ ਜਿਹੜਾ ਨੈਰੇਟਿਵ ਆ ਉਹਦੇ ਵਿੱਚ ਸਿੱਖ ਐਕਸਟ੍ਰੀਮਿਜ਼ਮ ਨਾਂ ਦਾ ਸ਼ਬਦ ਜਿਹੜਾ ਆ ਉਹਦੀ ਵਰਤੋਂ ਬਹੁਤ ਜ਼ਿਆਦਾ ਸੀਗੀ। 2014 ਤੋਂ ਬਾਅਦ ਜਿਹੜਾ ਨਵਾਂ ਸਟੇਟ ਕਰਾਫਟ ਇੰਡੀਆ ਦੇ ਵਿੱਚ ਉੱਭਰਨਾ ਸ਼ੁਰੂ ਹੋਇਆ, ਇੱਕ ਨਵਾਂ ਰਾਜਤੰਤਰੀ ਢਾਂਚਾ ਉਸਰਨਾ ਸ਼ੁਰੂ ਹੋਇਆ, ਜਿਹਨੇ ਇੰਟਰਨਲ ਡਾਇਨਾਮਿਕਸ ਬਦਲੇ, ਸਟਰਕਚਰਸ ਬਦਲੇ, ਸਾਰਾ ਕੁਝ ਬਦਲਿਆ ਹੈ ਨਾ। ਅਤੇ ਉਹਨੀ ਬਹੁਤ ਸਾਰੀਆਂ ਲੀਹਾਂ ਜਿਹੜੀਆਂ ਆ ਉਹ ਪਹਿਲਾਂ ਦੇ ਨਾਲੋਂ ਵੱਖਰੀਆਂ ਪਾਈਆਂ। ਉਹਦੇ ਵਿੱਚ ਉਹਨਾਂ ਨੇ ਹੁਣ ਸਿੱਖ ਐਕਸਟ੍ਰੀਮਿਜ਼ਮ ਲਫ਼ਜ਼ ਜਿਹੜਾ ਆ ਉਹ ਤੁਹਾਨੂੰ ਕਿਸੇ ਅਖਬਾਰ ਕਿਤੇ ਵੀ ਨਹੀਂ ਦਿਸੂਗਾ। ਹੁਣ ਉਹਦੀ ਥਾਂ ਦੇ ਉੱਪਰ ਉਹਨਾਂ ਨੇ ਮਿੱਥ ਕੇ ਖਾਲਿਸਤਾਨੀ ਟੈਰਰਿਸਟ ਲਫ਼ਜ਼ ਜਿਹੜਾ ਆ ਉਹ ਲਿਆਂਦਾ। ਹੁਣ ਜਿਹਨੂੰ ਵੀ ਜਦੋਂ ਵੀ ਨਿਸ਼ਾਨੇ ਦੇ ਉੱਪਰ ਲੈਣਾ ਆ ਉਹਨੂੰ ਇਸ ਲਕਬ ਦੇ ਨਾਲ ਜੋੜਿਆ ਜਾਂਦਾ। ਫਾਰਮਰਜ਼ ਮੂਵਮੈਂਟ ਆਉਂਦੀ ਹੈ, ਕਿੰਨੇ ਵੱਡੇ ਪੱਧਰ ਦੇ ਉੱਪਰ। ਦੇਖੋ, ਉਹ ਇੰਡੀਆ ਦੇ ਕਿਸਾਨਾਂ ਦਾ ਇੰਡੀਆ ਦੀ ਸਰਕਾਰ ਦੇ ਨਾਲ ਮਸਲਾ ਸੀਗਾ, ਠੀਕ ਹੈ। ਸਰਕਾਰ ਕਾਨੂੰਨ ਲੈ ਕੇ ਆਈ, ਕਿਸਾਨਾਂ ਨੂੰ ਅਕਰੋਸ ਦਾ ਸੈਕਸ਼ਨਸ ਇਹ ਗੱਲ ਲੱਗਦੀ ਸੀਗੀ ਕਿ ਸਾਡੇ ਹਿੱਤ ਦੇ ਵਿੱਚ ਨਹੀਂ ਹੈਗੇ, ਪਰ ਕਿਉਂਕਿ ਆਪਣੇ ਸੁਭਾਅ ਮੁਤਾਬਕ ਤੇ ਆਪਦੇ ਪਿਛਲੇ ਸਾਰੇ ਅਮਲ ਦੇ ਮੁਤਾਬਕ ਉਹਦੀ ਜਿਹੜੀ ਕਮਾਨ ਆ ਉਹ ਕੁਦਰਤੀ ਤੌਰ ਦੇ ਉੱਪਰ ਸਿੱਖ ਤੇ ਪੰਜਾਬ ਕਰ ਰਿਹਾ ਸੀਗਾ। ਇਸ ਕਰਕੇ ਉਹਨਾਂ ਨੇ ਉਹ ਸਾਰੇ ਕਾਸੇ ਨੂੰ ਖਾਲਿਸਤਾਨੀ ਜਾਂ ਇਸ ਤਰ੍ਹਾਂ ਦੇ ਲਕਬਾਂ ਦੇ ਨਾਲ ਜੋੜਨ ਦੀ ਪੂਰੀ ਕੋਸ਼ਿਸ਼ ਕੀਤੀ। ਔਰ ਹੁਣ ਵੀ ਪਿਛਲੇ ਸਾਰੇ ਸਮੇਂ ਦੇ ਦੌਰਾਨ, ਚਾਹੇ ਜਿਹੜੀ ਵਿਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਾਂ ਪੰਜਾਬ 'ਚ ਜਿੰਨਾ ਦਮਨ ਚੱਕਰ ਚੱਲ ਰਿਹਾ ਆ, ਉਹ ਸਾਰੇ ਨੂੰ ਇਸੇ ਦੇ ਨਾਲ ਜੋੜ ਰਹੇ ਆ। ਔਰ ਜਦੋਂ ਇਸ ਗੱਲ ਨੂੰ ਜਨਰਲਾਈਜ਼ ਕਰਨ ਦੇ ਵਿੱਚ ਤੁਸੀਂ ਇੱਕ ਲਗਾਤਾਰ ਤੁਹਾਡੀ ਪ੍ਰੋਪੇਗੈਂਡਾ ਮਸ਼ੀਨਰੀ ਕੰਮ ਕਰੀ ਜਾ ਰਹੀ ਹੈ, ਕਿਉਂਕਿ ਜਿਹੜੀ ਇਹ ਭੰਡੀ ਪ੍ਰਚਾਰ ਦਾ ਸਟੈਪ ਹੈਗਾ ਆ, ਜਿੱਦਾਂ ਆਪਾਂ ਦੱਸਿਆ ਵੀ ਇਹ ਥੋੜ੍ਹੇ ਸਮੇਂ ਦੇ ਵਿੱਚ ਵੀ ਹੋ ਸਕਦਾ, ਬਹੁਤ ਲੰਬਾ ਸਮਾਂ ਵੀ ਚੱਲ ਸਕਦਾ ਆ। ਔਰ ਇਹ ਵੀ ਇੱਕ ਬੜੇ ਸਥਾਪਿਤ ਗੱਲ ਹੈਗੀ ਹੈ ਕਿ ਇਸ ਤਰ੍ਹਾਂ ਦੇ ਭੰਡੀ ਪ੍ਰਚਾਰ ਦੇ ਵਾਸਤੇ ਜਾਂ ਇਹ ਸਾਰੇ ਮਾਹੌਲ ਨੂੰ ਤਿਆਰ ਕਰਨ ਦੇ ਵਾਸਤੇ ਸਰਕਾਰੀ ਨਿਯੰਤਰਣ ਵਾਲਾ ਜਿਹੜਾ ਮੀਡੀਆ ਆ ਜਾਂ ਸਰਕਾਰਾਂ ਦੇ ਪੱਖ 'ਚ ਚੱਲਣ ਵਾਲਾ ਆ, ਜਿਹਨੂੰ ਅੱਜ ਕੱਲ੍ਹ ਇੰਡੀਆ ਦੇ ਵਿੱਚ ਗੋਦੀ ਮੀਡੀਆ ਦਾ ਨਾਂ ਦਿੱਤਾ ਜਾਂਦਾ ਆ, ਉਹਨਾਂ ਦੀ ਵਰਤੋਂ ਹੁੰਦੀ ਹੈ। ਚਾਹੇ ਉਹ ਜੂਸ ਦਾ ਕਤਲੇਆਮ ਹੋਵੇ, ਜਿਸ ਤਰ੍ਹਾਂ ਰਵਾਂਡਾ ਦੇ ਵਿੱਚ ਜਿਹੜਾ ਕਤਲੇਆਮ ਹੋਇਆ, ਤਾਂ ਹੁੱਤੂ ਪਾਵਰ ਰੇਡੀਓ ਜਿਹੜਾ ਸੀਗਾ ਉਹਦਾ ਸਭ ਤੋਂ ਵੱਡੀ ਭੂਮਿਕਾ ਸੀਗੀ ਉਹਨੂੰ ਸੰਚਾਰਿਤ ਕਰਨ ਦੇ ਵਾਸਤੇ, ਪਪੂਲਰ ਨੈਰੇਟਿਵ ਬਿਲਡ ਕਰਨ 'ਚ ਕਾਮਯਾਬ ਹੁੰਦੇ ਆ। ਹੁਣ ਮਤਲਬ ਪਿਛਲੇ ਸਾਰੇ ਸਮੇਂ ਤੋਂ ਜਿਹੜਾ ਮਾਹੌਲ ਬਣਾਇਆ ਜਾ ਰਿਹਾ, ਜਿੰਨੀ ਸਿੱਖਾਂ ਦੀ ਸੌਫਟ ਪਾਵਰ ਕ੍ਰੀਏਟ ਹੋਈ ਸੀਗੀ, ਜਿੰਨੀ ਪੀਸਫੁਲ ਸਟਰਗਲ ਦੇ ਮਾਮਲੇ ਦੇ ਵਿੱਚ ਇੱਕ ਹਾਰਡ ਪਾਵਰ ਵੀ ਆਪਾਂ ਕਹਿ ਸਕਦੇ, ਦਿੱਲੀ ਦੇ ਬਾਰਡਰ ਸੀਲ ਕਰਕੇ ਰੱਖਣੇ, ਉਹ ਇੱਕੋ ਇੱਕ ਸਟੈਪ ਇਸ ਵਿਪਰਵਾਦੀ ਹਕੂਮਤ ਨੇ ਜਿਹੜਾ ਵਾਪਸ ਲਿਆ, ਉਹ 3 ਖੇਤੀ ਕਾਨੂੰਨ ਵਾਪਸ ਲੈਣਾ ਹੀ ਹੈ। ਸੋ ਇੰਨੀ ਵੱਡੀ ਜਿਹੜੀ ਸੰਗਠਤ ਤਾਕਤ ਤੇ ਜਿਹੜੀ ਇੱਕ ਗੁੱਡਵਿਲ ਸਿੱਖਾਂ ਦੇ ਵੱਲੋਂ ਬਣੀ ਹੋਈ ਸੀਗੀ, ਹੁਣ ਇੰਡੀਆ ਦੇ ਵਿੱਚ ਸੈਂਟਰਲਾਈਜੇਸ਼ਨ ਆਫ ਪਾਵਰ ਦਾ ਜਿਹੜਾ ਦੌਰ ਆ ਉਹ ਬਿਲਕੁਲ ਸਿਖਰ ਵੱਲ ਨੂੰ ਜਾ ਰਿਹਾ, ਜਿਸ ਤਰ੍ਹਾਂ ਇੰਦਰਾ ਗਾਂਧੀ ਦੇ ਸਮੇਂ ਦੇ ਵਿੱਚ ਜਾ ਰਿਹਾ ਸੀਗਾ। ਔਰ ਕਿਸਾਨੀ ਮੋਰਚੇ ਤੋਂ ਬਾਅਦ ਸਿੱਖ ਬਿਲਕੁਲ ਉਸ ਸਥਿਤੀ ਦੇ ਵਿੱਚ ਆ ਗਏ ਆ ਜਿਸ ਸਥਿਤੀ ਦੇ ਵਿੱਚ ਉਹ 1975 ਦੀ ਐਮਰਜੈਂਸੀ ਤੋਂ ਬਾਅਦ ਸੀਗੇ। ਅਸੀਂ ਇਹ ਗੱਲ 2021 ਤੋਂ ਲਗਾਤਾਰ ਕਹਿ ਰਹੇ ਕਿ ਜਿਸ ਤਰ੍ਹਾਂ 1975 ਵਾਲੀ ਐਮਰਜੈਂਸੀ ਤੋਂ ਬਾਅਦ 1977 ਦੇ ਵਿੱਚ ਸਿੱਖਾਂ ਨੇ ਉਸ ਜਿਹੜਾ ਇੱਕ ਸੈਂਟਰਲਾਈਜੇਸ਼ਨ ਆਫ ਪਾਵਰ ਦਾ ਰੱਥ ਬੇਰੋਕ ਚੱਲ ਰਿਹਾ ਸੀਗਾ, ਉਹਦੇ ਪਹੀਏ ਇੱਕ ਵਾਰ ਰੋਕੇ ਸੀਗੇ, ਉਹ ਕਿਸਾਨੀ ਮੋਰਚੇ ਵੇਲੇ ਸਿੱਖਾਂ ਨੇ ਦੁਬਾਰਾ ਰੋਕ ਦਿੱਤੇ ਆ। ਤੇ ਗਵਰਨਮੈਂਟ ਨੇ ਉਦੋਂ ਇਹ ਕੀਤਾ ਸੀਗਾ ਕਿ ਉਹਨਾਂ ਨੇ 1977 ਤੋਂ ਬਾਅਦ ਲਗਾਤਾਰ ਸਿੱਖਾਂ ਨੂੰ ਆਈਸੋਲੇਟ ਕਰਨ ਕੇ ਨਿਸ਼ਾਨੇ ਦੇ ਉੱਪਰ ਲੈਣ ਦੇ ਵਾਸਤੇ ਮਾਹੌਲ ਸਿਰਜਿਆ। ਲਗਭਗ 5 ਸਾਲ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਦੇ ਮਸਲੇ ਪੰਜਾਬ ਦੇ ਵਿੱਚ ਖੜੇ ਕੀਤੇ, ਉਹਨਾਂ ਦਾ ਹੱਲ ਨਹੀਂ ਹੋਣ ਦਿੱਤਾ। ਜੋ ਰੀਜ਼ਨੇਬਲ ਗੱਲ ਸੀਗੀ ਉਹ ਪੂਰੀ ਨਹੀਂ ਕੀਤੀ ਗਈ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਸਿੱਖਾਂ ਨੂੰ ਆਪਣੇ ਟਕਰਾਅ ਦੇ ਵਿੱਚ ਦਿਖਾ ਕੇ ਤੇ ਫਿਰ ਉਹਨਾਂ ਦੇ ਉੱਪਰ ਹਮਲਾਵਰ ਹੋਏ। ਕੁਝ ਇੰਟੈਲੈਕਚੁਅਲਸ ਇਸ ਤੋਂ ਥੋੜ੍ਹੀ ਹਟ ਕੇ ਗੱਲ ਕਰ ਰਹੇ ਹਾਂ। ਜਦੋਂ ਤੁਸੀਂ ਇੱਥੇ ਲੈ ਕੇ ਆਏ ਹੋ 75-77 ਤੇ ਤਾਂ ਗੱਲ, ਕੁਝ ਇੰਟੈਲੈਕਚੁਅਲਸ ਇਹ ਬਿਲੀਵ ਕਰਦੇ ਆ ਕਿ ਸਿੱਖਾਂ ਨੂੰ ਉਸ ਕਨਫਲਿਕਟ ਦੇ ਵਿੱਚ ਨਹੀਂ ਪੈਣਾ ਚਾਹੀਦਾ ਸੀਗਾ। ਨਾ ਹੀ ਸਾਡਾ ਸਿੱਧੇ ਤੌਰ 'ਤੇ ਕਨਫਲਿਕਟ ਸੀ ਔਰ ਨਾ ਹੀ ਇਨਫੈਕਟ ਇੰਦਰਾ ਗਾਂਧੀ ਬਹੁਤ ਸਾਰੀਆਂ ਚੀਜ਼ਾਂ ਸਿੱਖਾਂ ਨੂੰ ਦੇਣ ਨੂੰ ਤਿਆਰ ਸੀ ਉਸ ਵੇਲੇ। ਕੀ ਇਹ ਇੱਕ ਮੇਜਰ ਗਲਤੀ ਸੀ, ਇਹ ਹਿਸਟੋਰੀਕਲ ਬਲੰਡਰ ਸੀ ਸਾਡਾ, ਜਾਂ ਸਿਧਾਂਤਕ ਤੌਰ 'ਤੇ ਸਿੱਖ ਦਾ ਫਰਜ਼ ਸੀਗਾ ਉਹਦੇ ਲਈ ਅੜਨਾ, ਉਹ ਠੀਕ ਹੋਇਆ? ਚਲੋ ਸਿਧਾਂਤਕ ਵਾਲੀ ਗੱਲ ਆਪਾਂ ਬਾਅਦ 'ਚ ਕਰਦੇ, ਆਪਾਂ ਪ੍ਰੈਕਟੀਕਲ ਸਿਚੁਏਸ਼ਨ ਦੇਖਦੇ ਹਾਂ ਜੀ। ਉਹਦੇ ਵਿੱਚ ਇਹ ਹੈ ਕਿ ਜਦੋਂ ਤੁਹਾਨੂੰ ਪਤਾ ਕਿ ਸੈਂਟਰਲਾਈਜੇਸ਼ਨ ਆਫ ਪਾਵਰ ਚੱਲ ਰਹੀ ਹੈ ਤਾਂ ਉਨੀ ਸਦਾ ਹੀ ਇੱਕ ਜੁੰਡਲੀ ਦੇ ਹੱਥ ਦੇ ਵਿੱਚ ਤਾਕਤ ਆ ਜਾਣੀ ਹੈ ਜਿਹਨੇ ਫਿਰ ਮਨਾਹੀਆਂ ਕਰਨੀਆਂ। ਅੱਜ ਤੁਹਾਡੇ ਉੱਪਰ ਉਹਦਾ ਸਿੱਧਾ ਅਸਰ ਨਾ ਪੈ ਰਿਹਾ ਹੋਵੇ, ਕੱਲ੍ਹ ਨੂੰ ਕੀ ਹੋਣਾ? ਸੋ ਜਦੋਂ ਵੀ ਇਹ ਕੰਮ ਸ਼ੁਰੂ ਹੁੰਦਾ ਆ,
ਜਿਹੜੀ ਵੀ ਧਿਰ ਨਿਸ਼ਾਨੇ ਦੇ ਉੱਪਰ ਆ ਰਹੀ ਹੈ, ਜੇ ਤੁਸੀਂ ਉਹਦੇ ਹੱਕ ਦੇ ਵਿੱਚ ਜਾ ਕੇ ਨਹੀਂ ਖੜੋਗੇ ਤੇ ਕੱਲ ਨੂੰ ਤੁਹਾਡੇ ਹੱਕ ਦੇ ਵਿੱਚ ਖੜਨ ਵਾਲਾ ਕੋਈ ਨਹੀਂ ਹੋਣਾ। ਉਹ ਸਸਟੇਨ ਨਹੀਂ ਕਰ ਪਾਈ ਪਰ ਨਹੀਂ, ਉਹਦੇ ਵਿੱਚ ਤੁਸੀਂ ਦੇਖੋ ਕਿ 40 ਸਾਲ ਦਾ ਗੈਪ ਇੰਡੀਆ ਦੀ ਸਟੇਟ ਕਰਾਫਟ ਦੇ ਵਿੱਚ ਆਇਆ। ਜਿੰਨੇ ਵੱਡੇ ਪੱਧਰ ਦੇ ਉੱਪਰ 1984 ਦੇ ਹਮਲੇ ਤੋਂ ਪਹਿਲਾਂ ਪਾਵਰ ਸੈਂਟਰਲਾਈਜ਼ ਹੋ ਰਹੀ ਸੀਗੀ ਇੰਡੀਆ ਦੇ ਵਿੱਚ, ਉਹ 2014 ਤੋਂ ਬਾਅਦ ਉਹ ਅਮਲ ਦੁਬਾਰਾ ਸ਼ੁਰੂ ਹੋਇਆ। ਸੋ ਕੱਲਾ ਸਿੱਖਾਂ ਦੇ ਉੱਪਰ ਅਸਰ ਨਹੀਂ ਹੋਏ 1984 ਦੇ ਜਾਂ ਸਿੱਖ ਸੰਘਰਸ਼ ਦੇ, ਸਟੇਟ ਦੇ ਉੱਪਰ ਵੀ ਹੋਏ ਕਿ ਉਹਨਾਂ ਨੇ ਜਿਹੜੇ ਅਮਲ ਚਲਾਏ ਹੋਏ ਸੀਗੇ ਉਹ ਅਮਲ ਪਿੱਛੇ ਪਏ। ਬੇਸ਼ੱਕ ਹੁਣ ਇਹਦੇ ਵਿੱਚੋਂ ਜਦੋਂ ਬੰਦੇ ਖੱਟੇ ਗਵਾਏ ਦੀ ਗੱਲ ਕਰਦੇ ਆ ਤਾਂ ਉਹ ਇਸ ਆਰਗੂਮੈਂਟ ਦੇ ਵਿੱਚ ਪੈ ਜਾਂਦੇ ਆ ਕਿ ਸਿੱਖਾਂ ਦਾ ਨੁਕਸਾਨ ਬਹੁਤ ਹੋਇਆ ਜਾਂ ਇਸ ਤਰੀਕੇ ਦੇ ਨਾਲ ਹੋਇਆ। ਪਰ ਜਿੰਨੇ ਬੰਦੇ ਉਸ ਦੌਰ ਦੇ ਵਿੱਚ ਸ਼ਾਮਲ ਰਹੇ ਆ, ਜਿਨ੍ਹਾਂ ਨੂੰ ਮਿਲੇ ਆ, ਜਿਨ੍ਹਾਂ ਨੇ ਇਤਿਹਾਸ ਨੂੰ ਨੇੜੇ ਹੋ ਕੇ ਜਿਉਇਆ ਆ, ਉਹ ਸਾਰੇ ਇਹ ਗੱਲ ਕਹਿੰਦੇ ਆ ਕਿ ਉਸ ਸਮੇਂ ਸਿੱਖਾਂ ਨੇ ਆਪਦੀ ਹਿਸਟਰੀ ਨੂੰ ਅੱਜ ਦੇ ਸਮੇਂ 'ਚ ਦੁਬਾਰਾ ਜਿਉਂ ਕੇ ਦਿਖਾਇਆ। ਪਰ ਕੀ ਉਹ ਸੈਂਟਰਲਾਈਜੇਸ਼ਨ ਆਫ ਪਾਵਰ ਹੋਰ ਸਟਰੋਂਗ ਹੋ ਕੇ ਨਿੱਤਰੀ ਉਦੋਂ ਬਾਅਦ ਫਿਰ? ਨਹੀਂ, ਉਹ ਭਾਵੇਂ ਉਹ ਸਮਾਂ ਲੱਗਿਆ 30 ਸਾਲ 40 ਸਾਲ ਬਾਅਦ ਉਹ ਦੁਬਾਰਾ ਸ਼ੁਰੂ ਹੋਈ ਹੈ। ਹੁਣ ਜਦੋਂ ਆਪਾਂ ਹਾਈਪੋਥੈਟੀਕਲ ਸਿਚੁਏਸ਼ਨ ਅੱਜ ਦੇ ਵਿੱਚ ਬਣਾ ਰਹੇ ਹਾਂ, ਦੈਨ ਫਿਰ ਹਾਈਪੋਥੈਟੀਕਲੀ ਇਹ ਗੱਲ ਸੋਚੋ ਕਿ ਉਹ ਚੀਜ਼ਾਂ ਨਾ ਵਾਪਰੀਆਂ ਹੁੰਦੀਆਂ ਤੇ ਜੋ ਅੱਜ ਹੋ ਰਿਹਾ ਇਹ 40 ਸਾਲ ਪਹਿਲਾਂ ਹੋ ਰਿਹਾ ਹੋਣਾ ਸੀਗਾ। ਸੋ ਹਰ ਇੱਕ ਗੱਲ ਨੂੰ ਬਦਲੇ ਹੋਏ ਹਾਲਾਤ ਦੇ ਵਿੱਚ ਰੱਖ ਕੇ ਦੇਖਣਾ, ਸਿਆਣੇ ਇਹ ਗੱਲ ਕਹਿੰਦੇ ਕਿ ਜਿਹੜਾ ਸਮਾਂ ਲੰਘ ਜਾਂਦਾ ਨਾ ਬਹੁਤ ਸੌਖਾ ਹੋ ਜਾਂਦਾ ਕਿਉਂਕਿ ਚੀਜ਼ਾਂ ਫਿਕਸ ਹੋ ਜਾਂਦੀਆਂ ਨੇ। ਪਰ ਕੀ ਸਿੱਖ ਐਜ਼ ਅ ਕਮਿਊਨਿਟੀ ਇਵੋਲਵ ਹੋਈ ਉਹਨਾਂ 40 ਸਾਲਾਂ 'ਚ? ਦੇਖੋ ਬਿਲਕੁਲ ਹੋਏ, ਪੋਲੀਟੀਕਲੀ ਵੀ ਸੋਸ਼ਲੀ ਵੀ, ਦੋਨਾਂ ਐਂਗਲ ਤੋਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਮੈਂ। ਦੇਖੋ ਜੇ ਤਾਂ ਹੁਣ ਅੱਜ ਦੀ ਹਾਲਾਤ ਦੇ ਵਿੱਚ ਦੇਖੀਏ ਤੇ ਸਾਡੇ ਸਾਹਮਣੇ ਚੈਲੰਜਸ ਹੈਗੇ ਆ ਪੋਲੀਟੀਕਲ, ਹਰ ਇੱਕ ਤਰ੍ਹਾਂ ਦੇ, ਪੋਲੀਟੀਕਲ ਵੀ ਹੈ, ਐਗਜ਼ਿਸਟੈਂਸ਼ੀਅਲ ਵੀ ਹੈ, ਬਿਲਕੁਲ ਹੈਗੇ। ਇਹ ਬਹੁਤ ਵੱਡੀ ਗੱਲ ਹੈ। ਤੁਸੀਂ ਅੱਜ ਸਾਡੀ ਹੋਂਦ, ਸਾਡਾ ਹੋਣਾ ਹੀ ਖਤਰੇ 'ਚ ਹੈ। ਦੇਖੋ ਇੱਕ ਗੱਲ ਤਾਂ ਇਹ ਹੈਗੀ ਹੈ ਕਿ ਸਿੱਖ ਕਿਉਂ ਹੈ, ਇਹ ਗੱਲ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸਿੱਖ ਉਹਨਾਂ ਕਦਰਾਂ ਕੀਮਤਾਂ ਤੇ ਵੈਲਿਊਜ਼ ਕਰਕੇ ਸਿੱਖਿਆ ਜਿਹੜੀਆਂ ਗੁਰੂ ਸਾਹਿਬ ਨੇ ਉਹਨੂੰ ਦਿੱਤੀਆਂ ਨੇ, ਜਿਨ੍ਹਾਂ ਦੇ ਵਿੱਚ ਸਾਂਝੀਵਾਲਤਾ, ਸਰਬੱਤ ਦਾ ਭਲਾ, ਸੇਵਾ ਤੇ ਸਿਮਰਨ, ਇਹ ਸਾਡੀਆਂ ਮੁੱਢਲੀਆਂ ਚੀਜ਼ਾਂ ਆ ਜਿਨ੍ਹਾਂ ਨੂੰ ਛੱਡ ਕੇ ਸਿੱਖੀ ਇਮੈਜਿਨ ਨਹੀਂ ਕੀਤੀ ਜਾ ਸਕਦੀ। ਸੋ ਅੱਜ ਸਿੱਖ ਜਦੋਂ ਵੀ ਕਿਸੇ ਮਾਮਲੇ 'ਚ ਰਿਸਪੌਂਸ ਦਿੰਦੇ ਆ, ਚਾਹੇ ਮੈਂ ਕਹਿੰਦਾ ਉਹ ਸੁਚੇਤ ਪੱਧਰ ਦੇ ਉੱਪਰ ਨਾ ਹੋਵੇ, ਅਚੇਤ ਪੱਧਰ ਦੇ ਉੱਪਰ ਹੀ ਹੋਵੇ। ਹਾਲਾਂਕਿ ਅਚੇਤ ਪੱਧਰ ਦੇ ਉੱਪਰ ਤੁਸੀਂ ਆਪਣੀ ਬਿਲਕੁਲ ਆਦਰਸ਼ਾਂ ਦੇ ਅਨੁਸਾਰ ਰਿਸਪੌਂਸ ਦਿਓ, ਇਹ ਬੜੀ ਵੱਡੀ ਗੱਲ ਹੁੰਦੀ। ਇਹਦਾ ਮਤਲਬ ਇਹ ਹੈ ਕਿ ਤੁਹਾਡੇ ਆਦਰਸ਼ ਕਿਤੇ ਬਹੁਤ ਡੂੰਘੀਆਂ ਜੜ੍ਹਾਂ ਲਾ ਕੇ ਬੈਠੇ ਆ, ਤੁਹਾਨੂੰ ਨਹੀਂ ਪਤਾ ਤੁਸੀਂ ਕੀ ਕਰ ਰਹੇ ਹੋ, ਪਰ ਉਹਦੀ ਵੈਲਿਊ ਜਿਹੜੀ ਆ ਉਹ ਤੁਹਾਡੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਆ ਰਹੀ ਆ। ਕਰੋਨਾ ਕਾਲ ਆਉਂਦਾ ਆ, ਸਾਰੀ ਦੁਨੀਆ ਦੇ ਉੱਪਰ ਮੁਸੀਬਤ ਦਾ ਸਮਾਂ ਆ। ਦੁਨੀਆ ਦੇ ਸਾਡੇ ਬੰਦੇ ਬਾਹਰ ਜਾਂਦੇ ਆ, ਗੋਰਿਆਂ ਤੋਂ ਬਹੁਤ ਉਹਨਾਂ ਤੋਂ ਬਹੁਤ ਕਨਵਿੰਸ ਹੋ ਜਾਂਦੇ ਆ ਤੇ ਇਹ ਕਹਿੰਦੇ ਵੀ ਨਹੀਂ ਇਹਨਾਂ ਦਾ ਰਹਿਣ ਸਹਿਣ ਬਹੁਤ ਵਧੀਆ ਆ, ਇਮਾਨਦਾਰੀ ਆ, ਇਸ ਤਰ੍ਹਾਂ ਆ। ਤੁਸੀਂ ਉਹਨਾਂ ਥਾਵਾਂ ਦੇ ਉੱਪਰ ਵੀ ਦੇਖੋ ਕਿ ਬੰਦਿਆਂ ਨੇ ਸਟਾਕ ਹੋਰਡਿੰਗ ਕਰਨੀ ਸ਼ੁਰੂ ਕਰਤੀ, ਸਮਾਨ ਇਕੱਠਾ ਕਰਨਾ ਸ਼ੁਰੂ ਕਰਤਾ। ਸਿੱਖਾਂ ਨੇ ਗੁਰਦੁਆਰਿਆਂ ਦੇ ਬੂਹੇ ਖੋਲ੍ਹ ਦਿੱਤੇ, ਸਮਾਨ ਵੰਡਣਾ ਸ਼ੁਰੂ ਕਰ ਦਿੱਤਾ। ਜਿਹੜੇ ਕੰਮ ਵੱਡੀਆਂ ਪਾਵਰਫੁਲ ਸਟੇਟਸ ਨਹੀਂ ਕਰ ਸਕੀਆਂ, ਜਿਹੜੀਆਂ ਵੈਲਫੇਅਰ ਸਟੇਟ ਹੋਣ ਦਾ ਦਾਅਵਾ ਕਰਦੀਆਂ ਨੇ, ਉਹ ਇੱਕ ਸਟੇਟਲੈਸ ਲੋਕ ਜਿਹੜੇ ਆ ਉਹ ਕਰ ਰਹੇ ਆ, ਆਪਣੀਆਂ ਮੂਲ ਸੰਸਥਾਵਾਂ ਦੇ ਰਾਹੀਂ ਕਰ ਰਹੇ ਆ। ਤੇ ਗੁਰੂ ਸਾਹਿਬ ਨੇ ਗੁਰਦੁਆਰਾ ਸਾਹਿਬਾਨ ਜਾਂ ਗੁਰੂ ਘਰ ਜਿਹੜੇ ਸਥਾਪਿਤ ਕੀਤੇ, ਲੰਗਰ ਪੰਗਤ ਦਿੱਤੀ, ਉਹ ਹੈ ਹੀ ਇਸੇ ਵਾਸਤੇ। ਸੋ ਉਹਦੇ ਕਰਕੇ ਸਾਰੀ ਦੁਨੀਆ ਦੇ ਵਿੱਚ ਇੱਕ ਸਾਖ ਜਿਹੜੀ ਆ ਉਹ ਇਕੱਤਰ ਹੋਈ। ਤੇ ਜੇ ਇਸ ਤਰ੍ਹਾਂ ਦੇ ਨਾਲ ਆਪਾਂ ਜੇ ਸੈਂਟਰਲਾਈਜੇਸ਼ਨ ਆਫ ਪਾਵਰ ਦੀ ਵੀ ਗੱਲ ਕਰਦੇ ਹਾਂ, ਇਸ ਮਾਮਲੇ 'ਚ ਬਜਵਾਂ ਰਿਸਪੌਂਸ ਦਿੱਤਾ। ਜਿੰਨੀਆਂ ਵੀ ਧਿਰਾਂ, ਜੇ ਸੈਂਟਰਲਾਈਜੇਸ਼ਨ ਆਫ ਪਾਵਰ ਇੰਡੀਆ ਦੇ ਵਿੱਚ ਹੁੰਦੀ ਹੈ, ਉਹਦਾ ਅਸਰ ਇਕੱਲਾ ਸਿੱਖਾਂ ਦੇ ਉੱਪਰ ਥੋੜ੍ਹੀ ਹੋਣਾ, ਸਾਰਿਆਂ ਦੇ ਉੱਪਰ ਹੋਣਾ। ਸਭ ਤੋਂ ਵੱਧ ਜਿਹੜਾ ਹੋ ਰਿਹਾ ਸੀਗਾ 2014 ਤੋਂ 19 ਵਾਲੀ ਸਰਕਾਰ ਦੇ ਵਿੱਚ ਤੇ ਉਸ ਤੋਂ ਬਾਅਦ ਦੇ ਵਿੱਚ ਵੀ, ਉਹ ਤਾਂ ਮੁਸਲਮਾਨ ਤੇ ਜਿਹਨੂੰ ਐਸਸੀ ਭਾਈਚਾਰਾ ਕਿਹਾ ਜਾਂਦਾ ਹੈ ਉਹਨਾਂ ਦੇ ਖਿਲਾਫ ਹੋ ਰਿਹਾ ਸੀਗਾ। ਪਹਿਲੀ ਵਾਰ ਦੇਖੋ ਵੀ ਮਤਲਬ ਗਊ ਰਕਸ਼ਾ ਦੇ ਨਾਂ ਦੇ ਉੱਪਰ ਕਿੰਨੇ ਵੱਡੇ ਪੱਧਰ ਦੇ ਉੱਪਰ ਜਿਹੜਾ ਬਹੁਜਨ ਭਾਈਚਾਰਾ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ, ਜੇਕਰ ਤੁਹਾਨੂੰ ਯਾਦ ਹੋਵੇ, ਹੈ ਨਾ। ਇਹ ਸਾਰਾ ਮਸਲੇ ਜਿਹੜੇ ਸੀਗੇ ਉਹ ਮਤਲਬ ਉੱਭਰ ਰਹੇ ਸੀਗੇ, ਪਰ ਆਪਣੇ ਬੰਦੇ ਉਹਦੇ ਵਿੱਚ ਬਿਲਕੁਲ ਨਿੱਤਰ ਕੇ ਸਾਹਮਣੇ ਆਏ। ਸੋ ਇਹ ਉਹ ਸਿਧਾਂਤਕ ਪੱਖ ਹੈ ਜਿਹਦੇ ਵਾਸਤੇ ਸਿੱਖਾਂ ਨੇ ਇਸ ਰਿਸਪੌਂਸ ਦੇ ਵਿੱਚ ਜਾਣਾ ਹੀ ਸੀਗਾ। ਚੈਲੰਜਸ ਵੀ ਫਿਰ ਨਵੇਂ ਬਿਲਡ ਕੀਤੇ ਜਾਣਗੇ ਜੇ ਉਹ ਜਦੋਂ ਤੱਕ 84 ਹੁੰਦਾ ਜਾਂ ਨਸਲਕੁਸ਼ੀ ਅਚੀਵ ਹੋ ਗਈ ਉਹਨਾਂ ਦੀ, ਉਸ ਥਾਟ ਨਾਲ ਉਹ ਬਿਲਡ ਕਰ ਰਹੇ ਸੀ। ਜਿਵੇਂ ਤੁਸੀਂ ਦੱਸਿਆ ਕਿ ਪੂਰਾ ਪ੍ਰੋਸੈਸ ਹੈ ਔਰ ਅਸੈਸੀ ਮਾਰਨਾ ਤਾਂ ਬਿਲਕੁਲ 7ਵਾਂ ਸਟੈਪ ਆ ਜਾਂਦਾ ਹੈ, ਤਾਂ ਉਤਲੇ 6 ਸਟੈਪਸ ਤੇ ਤਾਂ ਪਲੈਨਿੰਗ ਔਰ ਸਭ ਕੁਝ ਚੱਲ ਰਿਹਾ ਹੁੰਦਾ ਹੈ। ਤਾਂ ਜਿਹੜੇ ਇਸ਼ੂਜ਼ ਉਸ ਵੇਲੇ ਉਭਾਰੇ ਗਏ,
ਜਦੋਂ ਅਗਲੀ ਨਸਲਕੁਸ਼ੀ ਵੱਲੋਂ ਪਲਾਨ ਕਰਦੇ ਆ ਤਾਂ ਫਿਰ ਨਵੇਂ ਵਰਤਾਰੇ ਨਵੇਂ ਥਾਟ ਦੇ ਨਾਲ ਜਾਣਗੇ। ਇਹ ਆਪਾਂ ਵਾਪਰਦਾ ਦੇਖ ਰਹੇ ਹਾਂ। ਬਿਲਕੁਲ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਇਹ ਸਿਲੈਕਟਡ ਤੌਰ ਦੇ ਉੱਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਔਰ ਇੱਕ ਗੱਲ ਇਹ ਵੀ ਹੈਗੀ ਆ, ਜੈਨੋਸਾਈਡ ਦੇ ਬਾਰੇ ਦੇ ਵਿੱਚ ਜਿੰਨੀ ਵੀ ਗੱਲ ਹੁੰਦੀ ਹੈ ਉਹ ਸਿਰਫ ਕਤਲੇਆਮ ਵਾਲੇ ਨਸਲਕੁਸ਼ੀ ਦੇ ਪੱਖ ਤੋਂ ਹੀ ਹੁੰਦੀ ਹੈ। ਰੇਫਿਲ ਲੈਮਕਿਨ ਯਹੂਦੀ ਵਕੀਲ ਜਿਹਨੇ ਜੈਨੋਸਾਈਡ ਦਾ ਵਰਤਾਰਾ ਦੁਨੀਆ ਦੇ ਸਾਹਮਣੇ ਰੱਖਿਆ ਸੀਗਾ, ਉਹਨੇ ਕਿਹਾ ਕਿ ਜਿਹੜੀ ਫਿਜ਼ੀਕਲ ਪਰਸੀਕਿਊਸ਼ਨ ਆ, ਸਰੀਰਕ ਘਾਣ ਹੈ, ਕਤਲੇਆਮ ਆ, ਇਹ ਨਸਲਕੁਸ਼ੀ ਦਾ ਸਿਰਫ ਇੱਕ ਪੱਖ ਹੈ। ਨਸਲਕੁਸ਼ੀ ਦੇ ਜਿਹੜੇ ਪੱਖ ਨੇ ਉਹ ਬਹੁਤ ਵਿਆਪਕ ਨੇ, ਜਿਹਦੇ ਵਿੱਚ ਕਿਸੇ ਵੀ ਜਿਹੜੇ ਭਾਈਚਾਰੇ ਨੂੰ ਤੁਸੀਂ ਨਿਸ਼ਾਨਾ ਬਣਾ ਰਹੇ ਹੋ ਉਹਦੀ ਜੀਵਨ ਹੋਂਦ ਦੀਆਂ ਜਿਹੜੀਆਂ ਜੜ੍ਹਾਂ ਨੇ, ਅਸਲ ਦੇ ਵਿੱਚ ਉਹਨਾਂ ਨੂੰ ਖਤਮ ਕਰਨਾ ਨਸਲਕੁਸ਼ੀ ਹੈ। ਜਿਹਦੇ ਵਿੱਚ ਜਿਹੜਾ ਤੁਹਾਡਾ ਵੈਲਿਊ ਸਿਸਟਮ ਹੈ, ਜਿਨ੍ਹਾਂ ਆਦਰਸ਼ਾਂ ਤੋਂ ਤੁਸੀਂ ਪ੍ਰੇਰਿਤ ਹੁੰਦੇ ਹੋ ਉਹਨਾਂ ਤੋਂ ਤੋੜਨਾ, ਤੁਹਾਡੀਆਂ ਸੰਸਥਾਵਾਂ ਨੂੰ ਢਾਹ ਲਾਉਣੀ, ਤੁਹਾਡੀ ਪੋਲਿਟਿਕਸ ਖਤਮ ਕਰਨੀ, ਤੁਹਾਡੀਆਂ ਪੋਲੀਟੀਕਲ ਆਰਗੇਨਾਈਜੇਸ਼ਨਸ ਖਤਮ ਕਰਨੀਆਂ, ਤੁਹਾਡੀ ਪੋਲਿਟੀ ਖਤਮ ਕਰਨੀ, ਤੁਹਾਡੀ ਡੈਪਥ ਦੀ ਪੈਨੀਟ੍ਰੇਸ਼ਨ ਹੈ, ਤੁਹਾਡੀ ਸਮਾਜਿਕ ਸੰਸਥਾਵਾਂ ਜਿਹੜੀਆਂ ਉਹਨਾਂ ਨੂੰ ਖਤਮ ਕਰਨਾ, ਆਰਥਿਕ ਤੌਰ ਦੇ ਉੱਪਰ ਤਬਾਹ ਕਰਨਾ। ਸਿੱਖ ਜੈਨੋਸਾਈਡ ਨਵੰਬਰ 1984 ਦੀ ਵੀ ਜੇ ਆਪਾਂ ਗੱਲ ਕਰੀਏ, ਅਸੀਂ ਕਦੀ ਉਹਦਾ ਇਕਨੋਮਿਕ ਪੱਖ ਨਹੀਂ ਵਿਚਾਰਿਆ। ਅਸੀਂ ਕਦੀ ਉਹਦਾ ਇਹ ਪੱਖ ਨਹੀਂ ਵਿਚਾਰਿਆ ਕਿ ਕਿੰਨੇ ਗੁਰਦੁਆਰਾ ਸਾਹਿਬਾਨ ਸੀਗੇ ਜਿਨ੍ਹਾਂ ਨੂੰ ਮੰਦਿਰਾਂ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਕਰ ਲਿਆ ਗਿਆ। ਕਿੰਨੀ ਥਾਵਾਂ ਤੋਂ ਸਿੱਖਾਂ ਦੀ ਆਬਾਦੀ ਪੱਕੇ ਤੌਰ ਦੇ ਉੱਪਰ ਹੀ ਪਲਾਇਨ ਕਰਕੇ ਆਣੀ ਪਈ। ਸੋ ਇਹ ਪੱਖ ਜਿਹੜੇ ਆ ਬਿਲਕੁਲ ਅਣਛੋਹੇ ਉਸ ਸਮੇਂ ਰਹਿ ਗਏ। ਸੋ ਜਿਹੜੀ ਤੁਸੀਂ ਗੱਲ ਕਰਦੇ ਆ ਪੈਨੀਟ੍ਰੇਸ਼ਨ ਦੀ ਜਾਂ ਹੋਰ, ਉਹ ਤਾਂ ਆਪਾਂ ਹੁਣ ਵੀ ਹੁੰਦੀ ਦੇਖ ਰਹੇ ਹਾਂ। ਜਿਸ ਤਰੀਕੇ ਦੇ ਨਾਲ ਤਖਤ ਸਾਹਿਬਾਨ ਨੂੰ, ਖਾਸ ਕਰਕੇ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ, ਉੱਥੇ ਬੋਰਡਾਂ ਦੇ ਰਾਹੀਂ, ਤੁਹਾਨੂੰ ਜੇ ਯਾਦ ਹੋਵੇ ਪਿਛਲੇ ਦਿਨਾਂ ਦੇ ਦੌਰਾਨ ਪਟਨਾ ਸਾਹਿਬ ਦੇ ਸਿੱਖਾਂ ਨੇ ਪਹਿਲਾਂ ਹਾਈ ਕੋਰਟ 'ਚ ਪਹੁੰਚ ਕੀਤੀ, ਫਿਰ ਸੁਪਰੀਮ ਕੋਰਟ ਦੇ ਵਿੱਚ ਕੀਤੀ ਕਿ ਪਟਨਾ ਸਾਹਿਬ ਦਾ ਇੱਕ ਡਿਸਟ੍ਰਿਕਟ ਜੱਜ ਜਿਹੜਾ ਆ ਉਹ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਵਿੱਚ 3 ਮੈਂਬਰ ਲਾ ਰਿਹਾ ਆ ਜੀ, ਸਾਨੂੰ ਇਹ ਪ੍ਰਵਾਨ ਨਹੀਂ ਹੈ ਜੀ। ਤਾਂ ਜੁਡੀਸ਼ਰੀ ਇਹ ਗੱਲ ਕਹਿ ਰਹੀ ਹੈ ਕਿ ਨਹੀਂ, ਉਹ ਲਾ ਸਕਦਾ ਹੈ। ਸਿੱਖ ਕਹਿ ਰਹੇ ਕਿ ਸਾਨੂੰ ਨਹੀਂ ਚਾਹੀਦਾ, ਸਾਡੇ ਤਖਤ ਸਾਹਿਬਾਨ ਨੇ, ਪਰ ਇਹ ਵਾਪਰ ਰਿਹਾ ਹੈ, ਆਪਾਂ ਸਾਹਮਣੇ ਦੇਖ ਰਹੇ। ਜਦੋਂ ਜੈਨੋਸਾਈਡ ਕਨਵੈਨਸ਼ਨ ਦੇ ਉੱਪਰ ਬਹਿਸ ਚੱਲ ਰਹੀ ਸੀਗੀ, ਉਸ ਸਮੇਂ ਇੱਕ ਟਰਮ ਜਿਹੜੀ ਆ ਉਹ ਸਾਹਮਣੇ ਆਈ ਸੀ ਕਲਚਰਲ ਜੈਨੋਸਾਈਡ ਦੀ, ਜਿਹਦੀ ਡੈਫੀਨੇਸ਼ਨ ਦਾ ਘੇਰਾ ਕਾਫੀ ਜ਼ਿਆਦਾ ਵਿਆਪਕ ਸੀਗਾ ਜੀ। ਪਰ ਉਸ ਸਮੇਂ ਇਹ ਜਿਨ੍ਹਾਂ ਨੂੰ ਡਿਵੈਲਪਡ ਕੰਟਰੀਜ਼ ਕਹਿੰਦੇ ਆ, ਇਹਨਾਂ ਦੇ ਵੱਲੋਂ, ਕਿਉਂਕਿ ਬੇਸਿਕਲੀ ਇਹ ਆ ਕਿ ਤੁਹਾਡੀ ਹੋਂਦ ਖਤਮ ਕਰਨੀ ਆ, ਉਹਦੇ ਵਿੱਚ ਇਹ ਨਹੀਂ ਹੈ ਕਿ ਫਿਜ਼ੀਕਲ ਹੋਂਦ ਖਤਮ ਕਰਨੀ। ਫਿਜ਼ੀਕਲ ਤਾਂ ਮੈਨੂੰ ਲੱਗਦਾ ਕਿ ਬਹੁਤੇ ਲੋਕ ਇਹ ਮੰਨਦੇ ਆ। ਈਵਨ ਜੈਨੋਸਾਈਡ ਦੀ ਜਿਹੜੀ ਮੌਜੂਦਾ ਡੈਫੀਨੇਸ਼ਨ ਹੈ ਉਹਦੇ ਵਿੱਚ ਵੀ ਇਹ ਗੱਲ ਬੜੀ ਸਪਸ਼ਟ ਹੁੰਦੀ ਹੈ ਕਿ ਇਹ ਗੱਲ ਜ਼ਰੂਰੀ ਨਹੀਂ ਹੈ ਕਿ ਨਸਲਕੁਸ਼ੀ ਦੇ ਨਤੀਜੇ ਵਜੋਂ ਸਾਰਾ ਭਾਈਚਾਰਾ ਖਤਮ ਹੋ ਜਾਵੇ। ਕਿ ਇਸ ਮਨਸ਼ਾ ਦੇ ਨਾਲ ਤੁਸੀਂ ਕਰਦੇ ਹੋ, ਉਹਦੇ ਤੋਂ ਹੀ ਇਹ ਕ੍ਰਾਈਮ ਜਿਹੜਾ ਆ ਉਹ ਡਿਫਾਈਨ ਹੁੰਦਾ। ਪਰ ਜੇਕਰ ਤੁਹਾਨੂੰ ਇੰਨਾ ਜ਼ਿਆਦਾ ਬਦਲ ਦਿੱਤਾ ਜਾਵੇ, ਸਿੱਖ ਇੰਨੇ ਜ਼ਿਆਦਾ ਬਦਲ ਦਿੱਤੇ ਜਾਣ ਕਿ ਜਿੰਨਾਂ ਗੱਲਾਂ ਕਰਕੇ ਉਹ ਸਿੱਖ ਨੇ ਉਹ ਗੱਲਾਂ ਹੀ ਖਤਮ ਹੋ ਜਾਣ, ਤਾਂ ਉਹ ਵੀ ਜੈਨੋਸਾਈਡ ਦਾ ਇੱਕ ਪੱਖ ਹੈ ਜਿਹੜਾ ਕਲਚਰਲ ਜੈਨੋਸਾਈਡ ਦੀ ਡੈਫੀਨੇਸ਼ਨ। ਮੈਂ ਮਹਿਸੂਸ ਕਰਦਾ ਬਹੁਤ ਸਾਰੇ ਜਦੋਂ ਚਰਚਾ ਹੁੰਦੀ ਹੈ ਤਾਂ ਲੋਕਾਂ 'ਚ, ਸਿੱਖਾਂ 'ਚ ਕਹੂੰਗਾ, ਐਕਸੈਪਟੇਬਿਲਿਟੀ ਆਉਣੀ ਸ਼ੁਰੂ ਹੋ ਗਈ ਉਸ ਗੱਲ ਦੀ। ਕੀ ਇੰਨੇ ਅਵੇਅਰ ਹੈਗੇ ਆ ਕਿ ਸਾਡਾ ਪੋਲੀਟੀਕਲ ਜੈਨੋਸਾਈਡ ਹੋ ਰਿਹਾ, ਇਕਨੋਮਿਕਲ ਜੈਨੋਸਾਈਡ ਹੋ ਰਿਹਾ, ਸੋਸ਼ਲ ਜੈਨੋਸਾਈਡ ਹੋ ਰਿਹਾ, ਕਲਚਰਲ ਜੈਨੋਸਾਈਡ ਹੋ ਰਿਹਾ, ਫਿਜ਼ੀਕਲ ਜੈਨੋਸਾਈਡ ਤਾਂ ਸਿੱਧੇ ਰੂਪ 'ਚ ਨਜ਼ਰ ਆ ਰਿਹਾ। ਕੀ ਖੇਤੀ ਮਾਰ ਦੇਣੀ ਔਰ ਜਿਸ ਤਰ੍ਹਾਂ ਦਾ ਕਲਚਰਲ ਵਰਤਾਰਾ ਪਿਛਲੇ 5-7-10 ਸਾਲ 'ਚ ਵਾਪਰ ਰਿਹਾ ਹੈ, ਜਿਸ ਤਰੀਕੇ ਦਾ ਐਂਟਰਟੇਨਮੈਂਟ ਦੇ ਸੋਰਸ ਦੇ ਰਾਹੀਂ ਵੀ ਜਿਹੜਾ ਇਨਫਿਲਟਰੇਟ ਹੀ ਹੋ ਗਿਆ, ਮੈਂ ਤਾਂ ਕਹੂੰਗਾ ਕਿ ਇਨਫਿਲਟਰੇਸ਼ਨ ਹੀ ਹੋ ਗਈ ਕਿ ਉਹ ਤੁਹਾਡੇ ਘਰਾਂ ਤੱਕ, ਤੁਹਾਡੇ ਕਿਚਨ ਤੱਕ, ਬੈਡਰੂਮ ਤੱਕ ਪਹੁੰਚੇ ਉਸ ਤਰੀਕੇ ਨਾਲ। ਤੁਸੀਂ ਦੇਖੋ ਕਿ ਇਹ ਗੱਲ ਬੜੀ ਮਹੱਤਵਪੂਰਨ ਹੈਗੀ। ਜਿਹੜੀ ਰੇਫਿਲ ਲੈਮਕਿਨ ਦੀ ਕਿਤਾਬ ਸੀਗੀ ਐਕਸੈਸ ਰੂਲ ਇਨ ਆਕੂਪਾਈਡ ਯੂਰਪ, ਉਹਦੇ 10ਵੇਂ ਚੈਪਟਰ 'ਚੋਂ ਜੈਨੋਸਾਈਡ ਬਾਰੇ ਸਾਰੀ ਆਪਣੀ ਸਮਝ ਜਿਹੜੀ ਆ ਉਹ ਲੈ ਕੇ ਆਉਂਦਾ ਆ। ਉਹਦੇ ਵਿੱਚ ਉਹ ਇੱਕ ਕਦਰਾਂ ਕੀਮਤਾਂ ਨੂੰ ਖਤਮ ਕਰਨ ਦੀ ਗੱਲ ਕਰਦਾ। ਔਰ ਜੇ ਤੁਹਾਨੂੰ ਯਾਦ ਹੋਵੇ ਕਿ 93 ਦੇ ਵਿੱਚ ਪੰਜਾਬ ਦੀ ਜਿਹੜੀ ਪੰਜਾਬ ਪੁਲਿਸ ਹੈ ਉਹ ਆਪਣਾ ਕਲਚਰਲ ਵਿੰਗ ਬਣਾਉਂਦੀ ਹੈ ਜੀ। ਔਰ ਜੇਕਰ ਤੁਸੀਂ ਅਖਬਾਰ ਦੇਖੋ, ਅਸੀਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੁੰਦਿਆਂ ਪੁਰਾਣੇ ਅਖਬਾਰ ਦੇਖੇ ਸਾਰੇ, ਉਹਦੇ ਵਿੱਚ ਖਬਰਾਂ ਲੱਗ ਰਹੀਆਂ ਕਿੰਨੀਆਂ ਪੰਚਾਇਤਾਂ ਨੂੰ ਪੁਲਿਸ ਵਾਲੇ ਇਸ ਗੱਲ ਕਰਕੇ ਕੁੱਟ ਰਹੇ ਹੈ, ਸੱਥ ਦੇ ਵਿੱਚ ਲਿਆ ਕੇ ਸਾਰੇ ਪਿੰਡ ਦੇ ਸਾਹਮਣੇ, ਕਿ ਉਹ ਆਪਣੇ ਪਿੰਡ ਦੇ ਵਿੱਚ ਅਖਾੜਾ ਨਹੀਂ ਲੱਗਣ ਦੇ ਰਹੇ। ਠੀਕ ਹੈ ਜੀ। ਮੈਨੂੰ ਇੱਕ ਆਰਟਿਸਟ ਮਿਲੇ ਮੁਕਤਸਰ ਸਾਹਿਬ ਦੇ, ਉਹਨਾਂ ਨੇ ਇੱਕ ਪੇਂਟਿੰਗ ਦਿਖਾਈ। ਉਸ ਪੇਂਟਿੰਗ ਦੇ ਵਿੱਚ ਇੱਕ ਘੜਾ ਆ, ਉਸ ਘੜੇ ਦੇ ਵਿੱਚੋਂ ਇੱਕ ਸੰਗੀਨ
ਨਿਕਲੀ ਹੋਈ ਹੈ, ਇੱਕ ਰਾਈਫਲ, ਤੇ ਉਹਦੇ ਉੱਪਰ ਸੰਗੀਨ ਲੱਗੀ ਹੋਈ ਹੈ, ਤੇ ਉੱਪਰ ਝੰਡੀਆਂ ਲੱਗੀਆਂ ਹੋਈਆਂ ਨੇ, ਤੇ ਉੱਪਰ ਲਿਖਿਆ ਹੋਇਆ ਆ ਮਾਘੀ ਮੇਲਾ ਮੁਕਤਸਰ 1994। ਸੋ ਉਹ ਆਰਟਿਸਟ ਨੇ ਆਪਣੇ ਤੌਰ ਦੇ ਨਾਲ ਗੱਲ ਕੀਤੀ। ਪੰਜਾਬ ਦੇ ਇੱਕ ਪੱਤਰਕਾਰ ਨੇ, ਹੁਣ ਤਾਂ ਰਿਟਾਇਰ ਹੋ ਗਏ ਉਹਨਾਂ ਨੇ ਆਪਣਾ ਇੱਕ 1993 ਦਾ ਲਿਖਿਆ ਹੋਇਆ ਲੇਖ ਦਿੱਤਾ, ਜਿਹੜਾ ਕਿ ਕਿਸੇ ਅਖਬਾਰ ਨੇ ਨਹੀਂ ਸੀ ਛਾਪਿਆ। ਉਹ ਲੇਖ ਉਹਨਾਂ ਨੇ ਉਸ ਪਾਰਟੀ ਦੇ ਵਿੱਚ ਸ਼ਮੂਲੀਅਤ ਹੋ ਕੇ ਜੋ ਕੁਝ ਦੇਖਿਆ ਸੀਗਾ, ਜਿਹੜੀ ਪਾਰਟੀ ਪੱਤਰਕਾਰਾਂ ਦੇ ਵਾਸਤੇ ਖਾਸ ਤੌਰ ਦੇ ਉੱਪਰ KPS ਗਿੱਲ ਨੇ ਰੱਖੀ ਸੀਗੀ ਦਿੱਲੀ ਦੇ ਵਿੱਚ, ਤੇ ਉੱਥੇ ਮਤਲਬ ਇੱਕ ਦਿੱਲੀ ਦੇ ਪੱਤਰਕਾਰ ਨੇ ਇਹ ਗੱਲ ਕਹੀ ਕਿ ਦੇਖੋ ਗਿੱਲ ਸਾਹਿਬ ਨੇ ਕਿਆ ਕਰ ਦਿਆ, ਗਨ ਕਲਚਰ ਕੋ ਜਨ ਕਲਚਰ ਮੇਂ ਬਦਲ ਦਿਆ। ਉਹਦੇ ਵਿੱਚ ਉਹਨਾਂ ਨੇ ਇਹ ਗੱਲ ਦੱਸੀ ਸੀ ਕਿ ਬਿਲਕੁਲ ਹੁਣ ਸੱਭਿਆਚਾਰਕ ਤੌਰ ਦੇ ਉੱਪਰ ਹਮਲਾ ਜਿਹੜਾ ਆ ਉਹ ਪੰਜਾਬ ਤੇ ਸਿੱਖਾਂ ਦੇ ਉੱਪਰ ਸ਼ੁਰੂ ਹੋਇਆ। ਉਹ ਬਾਅਦ ਦੇ ਵਿੱਚ ਅਸੀਂ ਉਹ ਲੇਖ ਜਿਹੜਾ ਆ ਉਹ ਲਾ ਲਓ ਕਿ 2018 ਦੇ ਵਿੱਚ ਪ੍ਰਕਾਸ਼ਿਤ ਕੀਤਾ। ਇੰਨਾ ਸਮਾਂ ਉਹ ਅਣਛਪਿਆ ਪਿਆ ਰਿਹਾ, ਕਿਸੇ ਵੀ ਪੰਜਾਬ ਦੇ ਮੀਡੀਆ ਨੇ ਉਹ ਗੱਲ ਜਿਹੜੀ ਆ ਉਹ ਛਾਪਣੀ ਨਹੀਂ ਸੀ ਸ਼ੁਰੂ ਕੀਤੀ। ਇਸੇ ਤਰ੍ਹਾਂ ਹੀ ਨਸ਼ਿਆਂ ਦੀ ਜਿਹੜੀ ਗੱਲ ਹੈ, ਜਦੋਂ ਜੈਨੋਸਾਈਡ ਕਨਵੈਨਸ਼ਨ ਡਰਾਫਟ ਹੋ ਰਹੀ ਸੀਗੀ, ਉਦੋਂ ਕਲਚਰਲ ਜੈਨੋਸਾਈਡ ਦਾ ਮਤਾ ਜਿਹੜਾ ਆ ਉਹ ਤਕੜੇ ਮੁਲਕਾਂ ਦੀਆਂ ਵੋਟਾਂ ਕਰਕੇ ਰਹਿ ਜਾਂਦਾ ਆ, ਉਹ ਸ਼ਾਮਲ ਨਹੀਂ ਹੁੰਦਾ ਵਿੱਚ, ਕਿਉਂਕਿ ਜਿਹੜਾ ਕਲਚਰਲ ਜੈਨੋਸਾਈਡ ਆ ਇਹ ਸਦਾ ਹੀ ਜਿਹੜੇ ਆਪਣੇ ਆਪ ਨੂੰ ਵਿਕਸਿਤ ਦੇਸ਼ ਕਹਿੰਦੇ ਆ ਉਹਨਾਂ ਦੇ ਵੱਲੋਂ ਕੀਤਾ ਜਾਂਦਾ, ਜਿਹਦੇ 'ਚ ਕਿਸੇ ਵੀ ਭਾਈਚਾਰੇ ਨੂੰ ਜੇ ਐਲੀਮੀਨੇਟ ਨਹੀਂ ਕਰਨਾ ਤੇ ਉਹਨੂੰ ਅਸਿਮੀਲੇਟ ਦਾ ਪ੍ਰੋਸੈਸ ਜਿਹੜਾ ਆ ਉਹ ਚੱਲਦਾ, ਸੋ ਉਹ ਰਹਿ ਜਾਂਦਾ। ਫਿਰ ਇੰਟਰਨੈਸ਼ਨਲ ਲਾਅ ਕਮਿਸ਼ਨ ਰਿਕਮੈਂਡੇਸ਼ਨ ਦਿੰਦਾ ਕਿ ਨਸ਼ੇ ਨੂੰ ਐਜ਼ ਏ ਟੂਲ ਆਫ ਜੈਨੋਸਾਈਡ ਇਹਨੂੰ ਨਸਲਕੁਸ਼ੀ ਦੀ ਡੈਫੀਨੇਸ਼ਨ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ, ਕਿਉਂਕਿ ਜਿਹੜੀ ਓਪੀਅਮ ਵਾਰ ਸੀਗੀ ਚਾਈਨਾ ਦੀ, ਉਹ ਬੜੀ ਵੱਡੀ ਪੱਧਰ ਦੇ ਉੱਪਰ ਉਹ ਗੱਲ ਸਾਹਮਣੇ ਸੀਗੀ ਕਿ ਨਸ਼ਾ ਜਿਹੜਾ ਆ ਇਹ ਨਸਲਾਂ ਨੂੰ ਖਤਮ ਕਰਨ ਦੇ ਵਾਸਤੇ ਵਰਤਿਆ ਜਾਂਦਾ ਆ। ਪਰ ਉਹ ਵੀ ਇੰਟਰਨੈਸ਼ਨਲ ਲਾਅ ਕਮਿਸ਼ਨ ਦੀ ਰਿਕਮੈਂਡੇਸ਼ਨ ਦੇ ਬਾਵਜੂਦ ਉਹ ਪੱਖ ਵੀ ਜਿਹੜੇ ਆ ਉਹ ਇਹਦੇ ਵਿੱਚ ਨਹੀਂ ਰਹਿ ਜਾਂਦੇ। ਸੋ ਜੈਨੋਸਾਈਡ ਦਾ ਜਿਹੜਾ ਲੀਗਲ ਪੱਖ ਆ, ਇਹ ਇੰਟਰਨੈਸ਼ਨਲ ਲਾਅ ਦੀ ਇਸ ਵੇਲੇ ਦੀ ਇਹ ਲਿਮਿਟੇਸ਼ਨ ਆ ਕਿ ਦੈਟ ਇਜ਼ ਲਿਮਿਟਡ। ਉਹ ਸਿਰਫ ਫਿਜ਼ੀਕਲ ਜੈਨੋਸਾਈਡ ਦੇ ਉੱਪਰ ਹੀ ਕੇਂਦਰਿਤ ਆ, ਉਹਦੇ 'ਚ ਕਲਚਰਲ ਤੇ ਇਹ ਜਿੰਨਾ ਜੜ੍ਹਾਂ ਨੂੰ ਤਬਾਹ ਕਰਨ ਵਾਲਾ ਵਰਤਾਰਾ ਉਹ ਨਹੀਂ ਹੈ। ਈਵਨ ਫਿਜ਼ੀਕਲ ਜੈਨੋਸਾਈਡ ਦੇ ਜਿਹੜੇ ਬਹੁਤ ਸਾਰੇ ਪੱਖ ਨੇ, ਜਿੱਦਾਂ ਨਸ਼ੇ ਵਾਲਾ ਆ ਜਾਂ ਹੋਰ ਹੈ, ਉਹ ਇਹਦੇ ਵਿੱਚੋਂ ਬਾਹਰ ਰਹਿ ਗਏ ਆ। ਬਟ ਸਟਿਲ ਇਹ ਗੱਲ ਬੜੀ ਮਹੱਤਵਪੂਰਨ ਹੈਗੀ ਕਿ ਅੱਜ ਦੁਨੀਆ ਜੋ ਸਿੱਖਾਂ ਦੇ ਨਾਲ ਵਾਪਰਿਆ ਉਹਨੂੰ ਨਸਲਕੁਸ਼ੀ ਤਸਲੀਮ ਕਰ ਰਿਹਾ। ਅਸੀਂ ਵੀ ਜਿਹੜੀ ਪੁਸਤਕ ਸੰਪਾਦਿਤ ਕੀਤੀ ਉਹਦਾ ਜਿਹੜਾ ਆਖਰੀ ਭਾਗ ਹੈ ਉਹ ਅਸੀਂ ਦਸਤਾਵੇਜ਼ਾਂ ਦਾ ਰੱਖਿਆ, ਤੇ ਉਹਦੇ ਵਿੱਚ ਅਸੀਂ ਜਿੰਨੇ ਵੀ ਦੁਨੀਆ ਭਰ ਦੇ ਵਿੱਚ ਮਤੇ ਹੋਏ ਨੇ, ਚਾਹੇ ਉਹ ਸਿਟੀ ਕਾਊਂਸਲਸ ਤੇ ਹੋਣ, ਚਾਹੇ ਉਹ ਪ੍ਰੋਕਲੇਮੇਸ਼ਨਸ ਹੋਣ, ਚਾਹੇ ਉਹ ਕਾਨੂੰਨ ਬਣਾਏ ਗਏ ਹੋਣ, ਜਿੱਦਾਂ ਪੈਨਸਿਲਵੇਨੀਆ ਦੇ ਵਿੱਚ ਉਹਨਾਂ ਨੇ ਬਿੱਲ ਪਾਸ ਕੀਤਾ, ਕਨੈਕਟੀਕਟ ਦੇ ਵਿੱਚ ਵੀ ਉਹਨਾਂ ਨੇ ਕਾਨੂੰਨ ਬਣਾਇਆ ਤੇ ਉਹਨਾਂ ਨੇ ਕਿਹਾ ਕਿ 1 ਨਵੰਬਰ ਜਿਹੜਾ ਆ ਇਹ ਹਰ ਸਾਲ ਜੈਨੋਸਾਈਡ, ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਦੇ ਤੌਰ ਦੇ ਉੱਪਰ ਮਨਾਇਆ ਜਾਊਗਾ। ਔਰ ਮਿਸ ਇਨਫੋਰਮੇਸ਼ਨ ਕੈਂਪੇਨ ਵੀ ਦੇਖੋ ਕਿੰਨੇ ਵੱਡੇ ਪੱਧਰ ਦੇ ਉੱਪਰ ਰਹੀ। ਜਦੋਂ ਪੈਨਸਿਲਵੇਨੀਆ ਵਿਧਾਨ ਸਭਾ ਨੇ ਮਤਾ ਪਾਸ ਕਰ ਦਿੱਤਾ, ਇੰਡੀਆ ਨੇ ਬੜੀ ਕੋਸ਼ਿਸ਼ ਕੀਤੀ ਕਿ ਇਹ ਨਾ ਹੋਵੇ, ਉਹਨਾਂ ਨੇ ਬਿੱਲ ਪਾਸ ਕੀਤਾ ਸੀਗਾ। ਸੋ ਜਿੱਦਾਂ ਇੰਡੀਆ ਦੇ ਵਿੱਚ ਹੈ ਕਿ ਬਿੱਲ ਦੇ ਉੱਪਰ ਗਵਰਨਰ ਦੇ ਜਾਂ ਰਾਸ਼ਟਰਪਤੀ ਦੇ ਸਾਈਨ ਹੋਣ ਤੋਂ ਬਾਅਦ ਉਹ ਕਾਨੂੰਨ ਦਾ ਰੂਪ ਧਾਰਦਾ, ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਗਵਰਨਰ ਇਹਦੇ ਉੱਪਰ ਸਾਈਨ ਨਾ ਕਰੇ। ਜਿਸ ਦਿਨ ਗਵਰਨਰ ਨੇ ਸਾਈਨ ਕਰ ਦਿੱਤੇ, ਉਸ ਦਿਨ ਸਵੇਰੇ ਪੰਜਾਬ ਦੇ ਵੱਡੇ ਵੱਡੇ ਅਖਬਾਰਾਂ ਦੇ ਵਿੱਚ ਤੇ ਇੰਡੀਅਨ ਮੀਡੀਆ ਦੇ ਵਿੱਚ ਇਹ ਗੱਲ ਨਸ਼ਰ ਹੋ ਗਈ। ਕੁਝ TV ਚੈਨਲਾਂ ਨੇ ਵੀ ਚਲਾ ਦਿੱਤੀ ਕਿ ਪੈਨਸਿਲਵੇਨੀਆ ਵਿਧਾਨ ਸਭਾ ਵਾਲਾ ਜਿਹੜਾ ਮਤਾ ਸੀਗਾ ਉਹ ਰੱਦ ਕਰ ਦਿੱਤਾ ਗਿਆ ਆ। ਚਲੋ ਇਹ ਬੜੀ ਵੱਡੀ ਗੱਲ ਸੀਗੀ। ਜਦੋਂ ਉੱਠੇ ਖਬਰ ਦੇਖੀ ਤਾਂ ਇਹ ਲੱਗਿਆ ਕਿ ਯਾਰ ਇਹ ਤਾਂ ਉਲਟਾ ਕੰਮ ਚੱਲਣ ਲੱਗ ਗਿਆ। ਅਸੀਂ ਆਪਣੇ ਜਿਹੜੇ ਸੋਰਸਿਸ ਸੀਗੇ ਉਹਨਾਂ ਤੋਂ ਪਤਾ ਕੀਤਾ, ਫਸਟ ਹੈਂਡ ਇਨਫੋਰਮੇਸ਼ਨ ਲੱਭੀ, ਜਿਹੜੇ ਬੰਦੇ ਸ਼ਾਮਲ ਸੀਗੇ ਬਿੱਲ ਪਾਸ ਕਰਵਾਉਣ ਦੇ ਵਿੱਚ ਉਹਨਾਂ ਦੇ ਨਾਲ ਗੱਲ ਹੋਈ। ਉਹ ਕਹਿੰਦੇ ਜੀ ਤੁਸੀਂ ਵੈਬਸਾਈਟ ਚੈੱਕ ਕਰੋ ਪੈਨਸਿਲਵੇਨੀਆ ਵਿਧਾਨ ਸਭਾ ਦੀ। ਉਹ ਕਹਿੰਦੇ ਅੱਜ ਗਵਰਨਰ ਨੇ ਇਹਦੇ ਉੱਪਰ ਦਸਤਖਤ ਕੀਤੇ ਆ। ਇੰਡੀਆ ਦੇ ਵੱਲੋਂ ਇੱਕ ਫੇਕ ਨਿਊਜ਼ ਦੀ ਕੈਂਪੇਨ ਚਲਾਈ ਗਈ ਕਿ ਜਦੋਂ ਸਾਰਾ ਕੁਝ ਫੇਲ ਹੋ ਗਿਆ ਤੇ ਉਹਨਾਂ ਨੇ ਮਤਲਬ ਲੋਕਾਂ 'ਚ ਇਹ ਪ੍ਰਭਾਵ ਸਿਰਜਣ ਦੇ ਵਾਸਤੇ ਕਿ ਭਾਈ ਇਹ ਸਿੱਖਾਂ ਦਾ ਕੰਮ ਜਿਹੜਾ ਆ ਮਾਨਤਾ ਦਿਵਾਉਣ ਦਾ ਇਹ ਬਹੁਤ ਹੀ ਜ਼ਿਆਦਾ ਪੁਖਤਾ ਨਹੀਂ ਚੱਲ ਰਿਹਾ ਵੀ ਇਹ ਰੱਦ ਹੋ ਗਿਆ। ਬਿਲਕੁਲ ਫੇਕ ਨਿਊਜ਼ ਚਲਾਈ ਗਈ। ਔਰ ਵੱਡੇ ਵੱਡੇ ਅਖਬਾਰ, ਦਾ ਟ੍ਰਿਬਿਊਨ, PTC, ਅਜੀਤ, ਇਹਨਾਂ ਦਾ ਤਾਂ ਮੈਨੂੰ ਯਾਦ ਹੈ ਕਿ ਇਹਨਾਂ ਨੇ, ਮੈਂ ਖੁਦ ਖਬਰ ਪੜ੍ਹੀ। ਆਖਰੀ ਸਵਾਲ ਹੈ ਮੇਰਾ, ਅੱਜ ਸਟੇਟ ਸਾਨੂੰ ਐਲੀਮੀਨੇਟ ਕਰਨਾ ਚਾਹੁੰਦੀ ਹੈ ਜਾਂ ਅਸਿਮੀਲੇਟ ਕਰਨਾ ਚਾਹ ਰਹੀ ਹੈ? ਦੋਵੇਂ ਹੀ ਅਮਲ ਚੱਲ ਰਹੇ ਹੈ ਔਰ ਇਹ ਕਦੀ ਵੀ ਇੱਕ ਦੂਜੇ ਦੇ ਬਨਾਮ ਦੇ ਵਿੱਚ ਨਹੀਂ ਹੁੰਦੇ। ਇਹ ਗੱਲ ਆਪਾਂ ਨੂੰ ਸਮਝਣੀ ਚਾਹੀਦੀ ਹੈ। ਪੈਰਲਲ ਚੱਲਦੇ, ਇਹ ਦੋਵੇਂ ਹੀ ਇੱਕ ਦੂਜੇ ਦੇ ਸਮਾਨਾਂਤਰ ਹੀ ਚੱਲਦੇ ਆ ਔਰ ਇਹ ਇੱਕ ਦੂਸਰੇ ਦੇ ਵਿਰੋਧੀ ਨਹੀਂ ਹੈਗੇ। ਇਹ ਇੱਕ ਦੂਜੇ ਦੇ ਕੰਪਲੀਮੈਂਟਰੀ ਨੇ। ਬੁਨਿਆਦੀ ਮਨਸ਼ਾ ਕੀ ਹੈ? ਬੁਨਿਆਦੀ ਮਨਸ਼ਾ ਆ ਕਿ ਤੁਹਾਨੂੰ ਖਤਮ ਕਰਨਾ, ਠੀਕ ਹੈ ਜੀ। ਸਰੀਰਕ ਤੌਰ ਤੇ ਹੋ ਜਾਓ ਉਹ ਵੀ ਠੀਕ ਹੈ, ਜਾਂ ਜਿਹੜੀਆਂ ਗੱਲਾਂ ਤੁਹਾਨੂੰ ਤੁਸੀਂ ਬਣਾ ਰਹੀਆਂ ਨੇ,
ਜਿਹੜੀਆਂ ਗੱਲਾਂ ਸਿੱਖ ਨੂੰ ਸਿੱਖ ਬਣਾ ਰਹੀਆਂ ਨੇ, ਜੇ ਉਹ ਉਹਨਾਂ ਗੱਲਾਂ ਨੂੰ ਛੱਡ ਦੇਵੇ, ਠੀਕ ਹੈ, ਤੁਸੀਂ ਨਿਮਾਣੇ ਨਤਾਣੇ ਦੇ ਹੱਕ ਦੇ ਵਿੱਚ ਖੜਨਾ ਛੱਡ ਦਿਓ, ਤੁਸੀਂ ਜਾਬਰ ਦੇ ਮੁਖਾਲਿਫ ਖੜਨਾ ਛੱਡ ਦਿਓ, ਤੁਸੀਂ ਸਰਬੱਤ ਦੇ ਭਲੇ ਦੀ ਗੱਲ ਕਰਨੀ ਛੱਡ ਦਿਓ, ਤਾਂ ਇਹਦੇ ਨਾਲ ਵੀ ਉਹਨਾਂ ਦਾ ਪਰਪਸ ਜਿਹੜਾ ਆ ਉਹ ਹੱਲ ਹੁੰਦਾ ਹੈ। ਸੋ ਇਹ ਦੋਵੇਂ ਚੀਜ਼ਾਂ ਕਿਸੇ ਵੀ ਭਾਈਚਾਰੇ ਦੇ ਮਾਮਲੇ ਦੇ ਵਿੱਚ ਦੇਖਣ ਨੂੰ ਉਪਰੀ ਨਜ਼ਰੇ ਜ਼ਿਆਦਾਤਰ ਲੋਕਾਂ ਨੂੰ ਇਹ ਲੱਗਦਾ ਕਿ ਇਹ ਇੱਕ ਦੂਜੇ ਦੇ ਉਲਟ ਨੇ, ਕਿ ਜੇ ਉਹ ਸਿਮੀਲੇਟ ਕਰ ਰਹੇ ਆ ਤੇ ਐਲੀਮੀਨੇਸ਼ਨ ਦਾ ਪ੍ਰੋਸੈਸ ਨਹੀਂ ਚੱਲੂਗਾ, ਜੇ ਉਹਨਾਂ ਨੇ ਐਲੀਮੀਨੇਸ਼ਨ ਦਾ ਲਿਆ ਹੋਇਆ ਤੇ ਉਹ ਸਿਮੀਲੇਸ਼ਨ ਦੇ ਲਈ ਕੋਸ਼ਿਸ਼ ਨਹੀਂ ਕਰਨਗੇ। ਜਿਵੇਂ ਬਦਰੀ ਹੋਣੇ ਦਾ ਹਿੰਦੂਤਵ ਆਫ RSS ਦੇ ਵਿੱਚ ਲਿਖਦੇ ਹੈ ਕਿ ਕਿਵੇਂ 1975 ਤੋਂ ਬਾਅਦ ਪਾਲਿਸੀ ਚੇਂਜ ਕੀਤੀ, ਬਹੁਤ ਸਾਰੀਆਂ ਐਸੀਆਂ ਧਿਰਾਂ ਸੀਗੀਆਂ ਜਿਹੜੀਆਂ ਆਪਦੇ ਆਪ ਨੂੰ ਹਿੰਦੂ ਨਹੀਂ ਕਹਾਉਂਦੀਆਂ ਸੀ, ਜਿਵੇਂ ਗੋਰਖਨਾਥੀਏ ਸੀਗੇ, ਉਹਨਾਂ ਨੂੰ ਪਾਲਿਸੀ ਦੇ ਤਹਿਤ ਉਹਨਾਂ ਨੇ ਅਸਿਮੀਲੇਟ ਕੀਤਾ ਔਰ ਹੌਲੀ ਹੌਲੀ ਅੱਜ ਜੈਨ ਧਰਮ ਤੁਸੀਂ ਦੇਖੋ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਅਸਿਮੀਲੇਟ ਹੋ ਕੇ ਆਪਣੇ ਆਪ ਨੂੰ ਉਹਨਾਂ ਰੀਤੀ ਰਿਵਾਜਾਂ 'ਚ ਹੀ ਲੈ ਆਉਂਦਾ ਹੈ। ਬੁੱਧ ਨਜ਼ਰ ਨਹੀਂ ਆ ਰਿਹਾ ਅੱਜ ਸਾਨੂੰ। ਇਹ ਕ੍ਰਾਈਸਿਸ ਤਾਂ ਨਹੀਂ ਬਣਿਆ ਕਿ ਜਿਸ ਤਰੀਕੇ ਨਾਲ ਬਹੁਤ ਵੱਡੇ ਪੱਧਰ 'ਤੇ ਖਾਸ ਤੌਰ 'ਤੇ ਸ਼ਹਿਰਾਂ ਦੇ ਵਿੱਚ ਸਿੱਖ ਜਿਹੜੇ ਹੌਲੀ ਹੌਲੀ ਉਸ ਝੁਕਾਅ ਵੱਲ ਵੱਧ ਰਹੇ ਹੈ, ਇਹ ਅਸਿਮੀਲੇਸ਼ਨ ਹੀ ਹੈ ਸਾਡੀ। ਤੇ ਕੋਸ਼ਿਸ਼ਾਂ ਕਦੀ ਵੀ ਨਹੀਂ ਰੁਕੀਆਂ, ਔਰ ਇਹ ਕੋਸ਼ਿਸ਼ਾਂ ਤਾਂ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਮਤਲਬ ਆਪਾਂ ਕਹੀਏ ਕਿ ਚੱਲਦੀਆਂ ਰਹੀਆਂ, ਦੋਵੇਂ ਤਰ੍ਹਾਂ ਦੀਆਂ ਚੱਲਦੀਆਂ ਰਹੀਆਂ ਨੇ, ਸ਼ਹਾਦਤਾਂ ਕਰਵਾਉਣ ਤੋਂ ਲੈ ਕੇ ਵੀ ਤੇ ਇਸ ਤਰ੍ਹਾਂ ਦੇ ਨਰੇਟਿਵ ਚਲਾਉਣ ਤੱਕ ਵੀ। ਤੇ ਖਾਸ ਕਰਕੇ ਜਦੋਂ ਸਰਕਾਰੇ ਖਾਲਸਾ ਦਾ ਦੌਰ ਜਾਂਦਾ ਆ ਤੇ ਅੰਗਰੇਜ਼ ਆਉਂਦੇ ਆ, ਉਸ ਸਮੇਂ ਦੇ ਦੌਰਾਨ ਜਿੰਨਾ ਆਰੀਆ ਸਮਾਜ ਦੇ ਨਾਲ ਟਕਰਾਅ ਸੀਗਾ ਉਹਦੇ ਵਿੱਚ ਇਹੀ ਸੀਗਾ। ਤੇ ਮਤਲਬ ਜਦੋਂ ਆਨੰਦ ਮੈਰਿਜ ਐਕਟ ਵੀ ਬਣਿਆ, ਹਾਲਾਂਕਿ ਇੱਕ ਡੈਕਲਾਰੇਟਰੀ ਸਟੈਚੂਟ ਹੀ ਸੀਗਾ, ਤੇ ਅੰਗਰੇਜ਼ਾਂ ਨੇ ਵੀ ਇਹ ਗੱਲ ਕਹੀ ਕਿ ਇਹਨਾਂ ਦਾ ਵਿਆਹ ਆਲਰੇਡੀ ਮਾਨਤਾ ਪ੍ਰਾਪਤ ਹੈਗਾ ਆ, ਅਸੀਂ ਜਸਟ ਇਹ ਗੱਲ ਡਿਕਲੇਅਰ ਹੀ ਕਰ ਰਹੇ ਹਾਂ ਜਦੋਂ ਕਾਨੂੰਨ ਬਣਾਉਂਦੇ ਆ। ਪਰ ਉਦੋਂ ਮਤਲਬ ਸਿੱਖਾਂ ਦੇ ਵਿਆਹ ਦੇ ਉੱਪਰ ਸਵਾਲ ਉਠਾਉਣੇ, ਇਸ ਕਰਕੇ ਜਦੋਂ ਵਿਆਹ ਦੇ ਉੱਪਰ ਸਵਾਲ ਉੱਠਦੇ ਆ ਤਾਂ ਤੁਹਾਡੀ ਔਲਾਦ ਦੇ ਉੱਪਰ ਉਹਦੇ ਜਾਇਜ਼ ਹੋਣ ਦੇ ਉੱਪਰ ਸਵਾਲ ਉਠਾਉਣੇ, ਇਸ ਤਰ੍ਹਾਂ ਦਾ ਸਾਰੇ ਵਰਤਾਰੇ ਜਿਹੜੇ ਉਹ ਪਿਛਲੇ ਸਮੇਂ ਦੇ ਦੌਰਾਨ ਦੇਖੇ ਆ। ਸੋ ਇਹਨਾਂ ਦੇ ਵਿੱਚੋਂ ਨਿਕਲਣ ਦਾ ਚਾਹੇ ਤਾਂ ਫਿਜ਼ੀਕਲ ਪਰਸੀਕਿਊਸ਼ਨ ਹੈ, ਚਾਹੇ ਤੁਹਾਡੀ ਕਲਚਰਲ ਅਸਿਮੀਲੇਸ਼ਨ ਦਾ ਪ੍ਰੋਸੈਸ ਹੈਗਾ, ਉਹਦਾ ਬੁਨਿਆਦੀ ਸਰੋਤ ਸਾਡੇ ਬਹੁਤੇ ਬੰਦਿਆਂ ਨੂੰ ਲੱਗਦਾ ਕਿ ਸ਼ਾਇਦ ਉਹ ਪੋਲੀਟੀਕਲ ਪਾਵਰ ਹੈ ਉਹਦੇ ਤੋਂ ਬਚਣ ਦਾ। ਪੋਲੀਟੀਕਲ ਪਾਵਰ ਤੁਹਾਡੇ ਵਾਸਤੇ ਸਹਾਈ ਹੋ ਸਕਦੀ ਹੈ। ਆਪਾਂ ਜਿਊਜ਼ ਦੀ ਗੱਲ ਕਰਦੇ ਹਾਂ ਕਿ ਉਹ ਸਟੇਟ ਲੈ ਗਏ, ਪਰ ਜਿਊਜ਼ ਦਾ ਜਿਹੜਾ ਸਟੇਟ ਕਰਾਫਟ ਆ ਦੈਟ ਵਾਸ ਦ ਰਿਜ਼ਲਟ ਆਫ ਐਨ ਇੰਟਰਨੈਸ਼ਨਲ ਸਿਚੁਏਸ਼ਨ, ਬਾਈ ਪ੍ਰੋਡਕਟ ਹੈ ਉਹ, ਉਸ ਸਿਚੁਏਸ਼ਨ ਦਾ ਨਤੀਜਾ ਸੀਗਾ। ਇੱਕ ਤਾਂ ਜਿਊਜ਼ ਦੇ ਹੱਕ ਦੇ ਵਿੱਚ ਜਿੱਤੀ ਹੋਈ ਧਿਰ ਆਈ ਹੋਈ ਸੀਗੀ, ਔਰ ਹਾਰੀ ਹੋਈ ਧਿਰ ਨੇ ਉਹਨਾਂ ਦਾ ਕਤਲੇਆਮ ਕੀਤਾ ਸੀਗਾ। ਤੁਸੀਂ ਵਰਲਡ ਵਾਰ ਦੇ ਰਿਜ਼ਲਟ ਨੂੰ ਮਾੜਾ ਜਿਹਾ ਰੀਇਮੈਜਿਨ ਕਰਕੇ ਦੇਖੋ ਜੀ, ਕਿ ਜੇਕਰ ਨਾਜ਼ੀ ਜਿੱਤੇ ਹੁੰਦੇ ਤਾਂ ਕੀ ਸਟੇਟ ਕਰਾਫਟ ਹੁੰਦੀ ਜਿਊਜ਼ ਦੀ? ਦੂਸਰੀ ਗੱਲ, ਪਰ ਬਹੁਤ ਹਾਈਪੋਥੈਟੀਕਲ ਗੱਲ ਹੈ ਨਾ ਫਿਰ ਇਹ ਤਾਂ। ਨਹੀਂ, ਜਿੱਥੇ ਉਹ ਬੈਠੇ ਹੋਏ ਨੇ ਜਿਸ ਥਾਂ ਦੇ ਉੱਪਰ, ਉਸ ਥਾਂ ਦੇ ਆਸੇ-ਪਾਸੇ ਨੂੰ ਦੇਖੋ ਕਿਹੜੇ ਮੁਲਕ ਨੇ, ਔਰ ਉੱਥੇ ਵੈਸਟ ਦੇ ਕੀ ਇੰਟਰਸਟ ਆ। ਮੈਂ ਇਹ ਨਹੀਂ ਕਹਿੰਦਾ ਕਿ ਬਿਲਕੁਲ ਹੀ ਉਹਨਾਂ ਨੇ ਬਣਾ ਦਿੱਤੀ, ਉਹਨਾਂ ਬੰਦਿਆਂ ਨੇ ਵੀ ਆਪਦੀ ਮਿਹਨਤ ਕੀਤੀ, ਠੀਕ ਹੈ, ਪਰ ਅੱਜ ਜਿਸ ਤਰ੍ਹਾਂ ਦਾ ਵਰਤਾਰਾ ਉਹਨਾਂ ਦਾ ਸਾਹਮਣੇ ਆਇਆ ਹੋਇਆ ਆ, ਉਹ ਲਗਭਗ ਉਸੇ ਤਰ੍ਹਾਂ ਹੀ ਉਹਨਾਂ ਦੀ ਸਟੇਟ ਬਿਹੇਵ ਕਰ ਰਹੀ ਆ ਜਿਸ ਤਰ੍ਹਾਂ ਦਾ ਬਿਹੇਵੀਅਰ ਉਹਨਾਂ ਦੇ ਨਾਲ ਹੋਇਆ ਸੀਗਾ ਨਾਜ਼ੀਜ਼ ਦੇ ਵੱਲੋਂ। ਚਾਹੇ ਉਹ ਗਾਜ਼ਾ ਵਾਲਾ ਮਸਲਾ ਆ, ਇੰਨੀ ਵੱਡੀ ਪੱਧਰ ਦੇ ਉੱਪਰ ਉਹਨਾਂ ਦਾ ਦਮਨ ਚੱਕਰ ਕਰਨਾ ਹੈ, ਤਾਂ ਨੇਸ਼ਨ ਸਟੇਟ ਹੀ ਨਾ ਅਲਟੀਮੇਟਲੀ, ਵਰਤਾਰਾ ਤਾਂ ਸਿਮਿਲਰ ਹੋ। ਸੋ ਇੱਕ ਤਾਂ ਇਹ ਹੈ ਕਿ ਸਿੱਖ ਵੀ ਜਿਸ ਥਾਂ ਦੇ ਉੱਪਰ ਹੈਗੇ ਨੇ, ਇਹ ਸਾਰੀ ਪੰਜਾਬ ਦਾ ਖਿੱਤਾ, ਇਹਦੇ ਵਿੱਚ ਸਿੱਖਾਂ ਦੀ ਆਬਾਦੀ ਦਾ ਹੋਣਾ, ਔਰ ਇਹ ਖਿੱਤਾ ਆਪਣੇ ਆਪ ਤੌਰ ਦੇ ਉੱਪਰ ਇੱਕ ਜੀਓਪੋਲੀਟੀਕਲ ਇੰਪੋਰਟੈਂਸ ਜਿਹੜੀ ਆ ਉਹ ਰੱਖਦਾ ਆ। ਇਹੀ ਅੱਜ ਦੇ ਉਹ ਹਾਲਾਤ ਨੇ ਜਿਹੜੇ ਸਿੱਖਾਂ ਦੇ ਵਾਸਤੇ ਚੁਣੌਤੀਆਂ ਵੀ ਪੈਦਾ ਕਰ ਰਹੇ ਨੇ। ਜੋ ਕੁਝ ਆ ਵਾਪਰ ਰਿਹਾ ਆ ਦੁਨੀਆ ਦੇ ਵਿੱਚ ਤੇ ਸਿੱਖਾਂ ਦੇ ਬਰਖਲਾਫ, ਉਹਦੀ ਤੰਦ ਪੰਜਾਬ ਦੀ ਭੂਗੋਲਿਕ ਸਥਿਤੀ ਦੇ ਨਾਲ ਤੇ ਸਾਊਥ ਏਸ਼ੀਆ ਦੇ ਬਦਲ ਰਹੇ ਹਾਲਾਤ ਦੇ ਨਾਲ ਬੜੇ ਡੂੰਘੇ ਪੱਧਰ ਦੇ ਉੱਪਰ ਜੁੜੀ ਹੋਈ ਹੈ। ਬਿਲਕੁਲ। ਸੋ ਉਹਦੇ ਵਿੱਚੋਂ ਹੀ ਸਾਡੇ ਵਾਸਤੇ ਚੁਣੌਤੀਆਂ ਵੀ ਬਣਦੀਆਂ ਨੇ ਤੇ ਸਾਡੇ ਵਿੱਚੋਂ ਸੰਭਾਵਨਾਵਾਂ ਵੀ ਬਣਦੀਆਂ ਨੇ। ਸੋ ਇਹ ਗੱਲ ਨਹੀਂ ਹੈ ਕਿ ਤੁਸੀਂ ਜਿਹੜੇ ਬਣੇ ਹੋਏ ਹਾਲਾਤ ਨੇ ਉਹਨਾਂ ਦੇ ਵਿੱਚੋਂ ਆਪ ਦੇ ਵਾਸਤੇ ਕੋਈ ਪੋਲੀਟੀਕਲ ਉਹਦੇ ਵਿੱਚੋਂ ਰਿਜ਼ਲਟ ਕੱਢਣ ਦੇ ਵਾਸਤੇ ਕੋਸ਼ਿਸ਼ ਨਹੀਂ ਕਰਨੀ, ਉਹ ਹੋ ਸਕਦੀ ਹੈ। ਪਰ ਸਾਡੇ ਬਹੁਤੇ ਬੰਦਿਆਂ ਨੂੰ ਲੱਗਦਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਇੱਕ ਪੋਲੀਟੀਕਲ ਸੈਟਅਪ ਆਪਣਾ ਵੱਖਰਾ ਕੱਢ ਲਓ ਤੇ ਮਸਲਾ ਹੱਲ ਹੋ ਜਾਣਾ। ਉਹ ਪੋਲੀਟੀਕਲ ਸੈਟਅਪ ਕਿੰਨਾ ਕੋਰ ਵੈਲਿਊਜ਼ ਦੇ ਉੱਪਰ ਚੱਲਣਾ ਆ, ਉਹ ਸਾਡੇ ਵਾਸਤੇ ਪ੍ਰਾਇਮਰੀ ਨੇ। ਇਹ ਵੀ ਜ਼ਰੂਰੀ ਹੈ, ਉਹ ਵੀ ਜ਼ਰੂਰੀ ਹੈ, ਪਰ ਇੱਕ ਦਾ ਓਬਸੈਸ਼ਨ ਇੰਨਾ ਜ਼ਿਆਦਾ ਨਹੀਂ ਹੋਣਾ ਚਾਹੀਦਾ, ਖਾਸ ਕਰਕੇ ਪੋਲੀਟੀਕਲ ਵਾਲੇ ਦਾ, ਕਿ ਤੁਸੀਂ ਦੂਸਰੀਆਂ ਚੀਜ਼ਾਂ ਨੂੰ ਦਰਕਿਨਾਰ ਕਰੋ। ਜਿਹੜੀਆਂ ਸਾਡੀਆਂ ਮੁੱਢਲੀਆਂ ਕਦਰਾਂ ਕੀਮਤਾਂ ਨੇ ਉਹਨਾਂ ਕਰਕੇ ਹੀ ਅਸੀਂ ਸਿੱਖ ਹੈ, ਤੇ ਉਹਨਾਂ ਦੇ ਉੱਤੇ ਆਧਾਰਿਤ ਇੱਕ
ਰਾਜ ਦਾ ਸਿੱਖ ਸੰਕਲਪ, ਕੱਲੇ ਆਈਡੀਆ ਆਫ ਸਿੱਖ ਸਟੇਟ ਦੀ ਗੱਲ ਨਹੀਂ ਹੈਗੀ, ਸਿੱਖ ਆਈਡੀਆ ਆਫ ਸਟੇਟ ਦੁਨੀਆ ਦੇ ਸਾਹਮਣੇ ਲਿਆਉਣ ਦੇ ਵਾਸਤੇ ਵੀ ਸਾਨੂੰ ਮਤਲਬ ਇੱਕ ਪੋਲੀਟੀਕਲ ਸੈਟਅਪ ਆਪਣਾ ਜਿਹੜਾ ਆ ਉਹ ਚਾਹੀਦਾ ਆ। ਉਹ ਕਿਸ ਤਰ੍ਹਾਂ ਦਾ ਹੋਣਾ, ਕਿਵੇਂ ਹੋਣਾ ਹੈ, ਕਿੰਨਾ ਲੀਹਾਂ ਦੇ ਉੱਪਰ ਹੋਣਾ ਹੈ, ਉਹ ਤਾਂ ਦੇਖੋ ਮੌਕੇ ਦੀਆਂ ਸੰਭਾਵਨਾਵਾਂ ਦੇ ਉੱਤੇ ਆਧਾਰਿਤ ਗੱਲ ਹੁੰਦੀ ਹੈ। ਪਰ ਇਹਦੇ ਵਿੱਚੋਂ ਹੱਲ ਜਿਹੜਾ ਆ ਉਹ ਇਸ ਗੱਲ ਦੇ ਉੱਪਰ ਹੈ ਕਿ ਆਪਾਂ ਨੂੰ ਜਿਹੜੀਆਂ ਸਾਡੀਆਂ ਬਿਲਕੁਲ ਮੌਲਿਕ ਕਦਰਾਂ ਕੀਮਤਾਂ ਨੇ ਗੁਰਮਤ ਦੀਆਂ, ਗੁਰਸਿੱਖੀ ਦੀਆਂ, ਉਹਨਾਂ ਨੂੰ ਪ੍ਰਮੁੱਖਤਾ ਦੇ ਉੱਪਰ ਰੱਖਣਾ ਚਾਹੀਦਾ। ਬਹੁਤ ਧੰਨਵਾਦ ਭਾਈ ਸਾਹਿਬ, ਤੁਸੀਂ ਗੱਲਬਾਤ ਕੀਤੀ, ਸਮਾਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।